आइए सब अपनी अखां नूं बंद करिए। वेला पहुंचिया आ खुदाबंद दी आवाज़ नूं सुनन दा, कलाम नूं सुनन दा और अपनी जिंदगी नूं बहाल करन दा। जिन्हें लोग अज दी मीटिंग नूं जिन्हां ने ज्वाइन किया आ, परमेश्वर उन्हां नूं बड़ी आशीष और बरकत देवे। वेला पहुंचिया आ हुण खुदाबंद दी आवाज़ नूं सुनन दा, कलाम नूं सुनन दा, समझण दा ते अपने आप नूं पवित्र आत्मा दे हत्थां दे विच देण दा, अपनी जिंदगी नूं तरक्की दे राह वल लैके जाण दा। क्योंकि उहदे वचन तो बिना असीं खाली आ और खाली बंदा तरक्की नहीं कर सकता। अपने आप नूं वचन दे नाल जिहड़ा परसन भरदा आ वो तरक्की दे राहां वल नूं जांदा आ और परमेश्वर उहनूं वड्डी बरकत दिंदे आ। आइए अपनी अखां नूं बंद करिए, वचन दे लई असीं अपने आप नूं तैयार करदे आ। सच्चा जिंदा मेहरबान खुदाबंद पिता परमेश्वर प्रभु यीशु मसीह दे जिंदा नाम 'च तुहाडा शुक्र करदे आ इस आदरयोग समय दे लई जो साडी जिंदगियां 'ਚ बख्शिया। धन्नवाद करदे आ मेरे परमेश्वर पिता जी, तुसीं वड्डे वड्डे ते अनोखे काम करन वाले खुदाबंद आ मेरे प्रभु। मैं प्रार्थना करदा तुहाडी बेटियां दे लई खुदाबंद, जिन्हां ने गा के वजा के तुहाडे नाम नूं आशीष तुहाडे नाम नूं महिमा दित्ती है। बच्चों नूं बड़ी आशीष और बड़ी बरकत देना मेरे प्रभु, और अच्छी समझ देना, अच्छा ज्ञान देना खुदाबंद, और पवित्रताई नूं होर भी ज़्यादा वधाउणा मेरे प्रभु जी, तां जो खुदाबंद पाक रूह अच्छे रीति दे नाल गलबात कर सके मेरे प्रभु जी, और तुहाडे बच्चे होर भी ज़्यादा तरक्की दे राहां वल नूं जा सकन मेरे प्रभु। इन्हां सारी गल्लां दे दौरान तुहाडा नाम महिमा और जलाल पावे मेरे प्रभु। सुनन वालियां जिंदगियां बहाल होण मेरे प्रभु जी, और तुहाडा धन्नवाद करदे आ सारी गल्लां बातां दे लई। मेरी बेनती आ खुदाबंद कि हुण तुहाडा पवित्र आत्मा तुहाडे बंदे दी बोलण दे विच, तुहाडे लोगां दी सुनन समझण दे विच सहायता करे, मदद करे मेरे प्रभु जी, तां जो असीं कलाम दे विचों बहुत गल्लां सिੱਖ के खुदाबंद अपनी जिंदगी नूं ਉਹਦੇ ਅਨੁਸਾਰ ਚਲਾ ਸਕੀਏ ਪ੍ਰਭੂ। ਇਹਨਾਂ ਸਾਰੀ ਗੱਲਾਂ ਦੇ ਦੌਰਾਨ ਤੁਹਾਡਾ ਨਾਮ ਵਡਿਆਇਆ ਜਾਵੇ ਮੇਰੇ ਪ੍ਰਭੂ। ਅਸੀਂ ਘਟਦੇ ਚਲੇ ਜਾਈਏ, ਤੁਸੀਂ ਵੱਧਦੇ ਚਲੇ ਜਾਓ ਮੇਰੇ ਪ੍ਰਭੂ ਜੀ। ਤਾਰੀਫ ਕਰਦੇ ਹਾਂ, ਤੁਹਾਡੀ ਵਡਿਆਈ ਕਰਦੇ, ਤੁਹਾਡੇ ਨਾਮ ਦੀ ਉਸਤਤ ਕਰਦੇ ਹੋਏ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਦੇ ਜ਼ਿੰਦਾ ਨਾਮ 'ਚ ਹੋ ਕੇ ਮੰਗਦੇ ਹਾਂ, ਆਮੀਨ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ, ਜਿਨੇ ਅੱਜ ਦੀ ਮੀਟਿੰਗ ਨੂੰ ਦੇਖ ਰਹੇ ਨੇ, ਔਰ ਜਿੱਥੇ ਜਿੱਥੇ ਤੱਕ ਵੀ ਇਹ ਵੀਡੀਓ ਪਹੁੰਚਦਾ ਆ, ਕਲਾਮ ਪਹੁੰਚਦਾ ਆ, ਪਰਮੇਸ਼ਵਰ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਦੇਵੇ, ਔਰ ਤੁਹਾਡੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰੇ, ਔਰ ਆਤਮਿਕ ਤਰੱਕੀ ਦੇਵੇ, ਔਰ ਕਮੀਆਂ ਨੂੰ ਦੂਰ ਕਰੇ। ਬਾਈਬਲ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅੱਜ ਵਚਨ ਦਾ ਜਿਹੜਾ ਟਾਈਟਲ ਆ ਨਸੀਹਤ ਆ। ਬਾਈਬਲ ਦੇ ਵਿੱਚ ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ, ਪੁਰਾਣੇ ਨਿਯਮ ਨੂੰ ਪੜ੍ਹਦੇ ਹਾਂ, ਨਵੇਂ ਨਿਯਮ ਨੂੰ ਪੜ੍ਹਦੇ ਹਾਂ, ਸ਼ੁਰੂ ਤੋਂ ਆਖਿਰ ਤੱਕ ਪੜ੍ਹਦੇ ਹਾਂ, ਬਾਈਬਲ ਦੇ ਵਿੱਚ ਅੱਛੀਆਂ ਗੱਲਾਂ ਵੀ ਲਿਖੀਆਂ ਆ, ਔਰ ਲੋਕਾਂ ਨੇ ਜੋ ਬੁਰਾਈ ਕੀਤੀ ਆ, ਬੁਰੀਆਂ ਗੱਲਾਂ ਵੀ ਲਿਖੀਆਂ ਆ। ਪਰ ਮੈਂ ਤੁਹਾਡਾ ਧਿਆਨ ਜਿਹੜਾ ਉਹਨਾਂ ਗੱਲਾਂ ਦੇ ਵੱਲ ਦਿਵਾਉਣਾ ਚਾਹੁੰਦਾ ਆ ਕਿ ਬਾਈਬਲ 'ਚ ਇਹ ਗੱਲਾਂ ਜਿਹੜੀਆਂ ਇਨਸਾਨ ਨੇ ਗਲਤੀਆਂ ਕੀਤੀਆਂ ਆ, ਉਹ ਸਾਡੇ ਲਈ ਇਸੇ ਲਈ ਬਾਈਬਲ 'ਚ ਲਿਖਿਆ ਗਿਆ ਆ ਕਿ ਅਸੀਂ ਉਹ ਤੋਂ ਨਸੀਹਤ ਲਈਏ, ਅਸੀਂ ਉਸ ਤਰ੍ਹਾਂ ਦੇ ਕੰਮ ਨਾ ਕਰੀਏ, ਅਸੀਂ ਉਸ ਤਰ੍ਹਾਂ ਸ਼ੈਤਾਨ ਦੀ ਚਾਲ ਦੇ ਵਿੱਚ ਫਸ ਨਾ ਜਾਈਏ ਜਿੱਦਾਂ ਉਹ ਲੋਕ ਫਸ ਗਏ ਨੇ। ਔਰ ਇਹ ਗੱਲਾਂ ਇਸੇ ਲਈ ਤੁਹਾਡੇ ਮੇਰੇ ਲਈ ਲਿਖੀਆਂ ਗਈਆਂ ਬਾਈਬਲ ਦੇ ਵਿੱਚ ਕਿ ਅਸੀਂ ਉਹਨਾਂ ਗੱਲਾਂ ਤੋਂ ਨਸੀਹਤ ਲਈਏ, ਸਿੱਖੀਏ, ਸਿੱਖਿਆ ਪ੍ਰਾਪਤ ਕਰੀਏ। ਔਰ ਠੋਕਰ ਲੱਗਣ ਦੇ ਨਾਲ ਬੰਦੇ ਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਆ, ਪਰ ਜੇ ਫਿਰ ਵੀ ਨਾ ਸਿੱਖੇ ਬੰਦਾ ਤੇ ਉਹਦਾ ਖੜੇ ਰਹਿਣਾ ਬਹੁਤ ਮੁਸ਼ਕਿਲ ਆ ਆਤਮਾ ਦੇ ਵਿੱਚ। ਅਗਰ ਠੋਕਰ ਲੱਗਦੀ ਆ ਤੇ ਤੁਸੀਂ ਉਸ ਤੋਂ ਸਿੱਖਿਆ ਨਹੀਂ ਪ੍ਰਾਪਤ ਕਰਦੇ ਤੇ ਤੁਹਾਡਾ ਬਹੁਤ ਮੁਸ਼ਕਿਲ ਆ ਤਰੱਕੀ ਕਰਨਾ ਔਰ ਖੜਿਆਂ ਰਹਿਣਾ ਮਸੀਹ ਦੇ ਵਿੱਚ, ਅਗਰ ਤੁਸੀਂ ਨਸੀਹਤ ਨਹੀਂ ਲੈਂਦੇ ਆ। ਔਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਗਰ ਕੁਝ ਵੀ ਉਹਦਾ ਲੋਸ ਹੁੰਦਾ ਉਹਦੀ ਆਪਣੀ ਗਲਤੀ ਦੇ ਕਰਕੇ ਜਾਂ ਉਹਦੇ ਆਪਣੇ ਕਿਸੇ ਮਿਸਟੇਕ ਦੇ ਕਰਕੇ, ਔਰ ਨੈਕਸਟ ਟਾਈਮ ਫਿਰ ਉਹੀ ਚੀਜ਼ ਦੁਹਰਾਉਂਦਾ ਆ, ਨੈਕਸਟ ਟਾਈਮ ਫਿਰ ਉਹੀ ਚੀਜ਼ ਦੁਹਰਾਉਂਦਾ ਆ, ਤੇ ਇਹਦਾ ਮਤਲਬ ਉਹ ਆਪਣੀਆਂ ਉਹਨਾਂ ਗਲਤੀਆਂ ਨੂੰ ਆਪਣੇ ਲਈ ਨਸੀਹਤ ਨਹੀਂ ਲੈ ਰਿਹਾ। ਉਹ ਗਲਤੀ ਤੇ ਗਲਤੀ ਕਰਦਾ ਜਾ ਰਿਹਾ। ਜਿਸ ਤਰ੍ਹਾਂ ਇੱਕ ਇਨਸਾਨ ਪਾਪ ਤੇ ਪਾਪ ਕਰਦਾ ਜਾਏਗਾ, ਪਾਪ ਤੇ ਪਾਪ ਕਰਦਾ ਜਾਏਗਾ, ਤਾਂ ਕਦੀ ਵੀ ਖੁਦਾਵੰਦ ਨੂੰ ਪ੍ਰਸੰਨ ਨਹੀਂ ਕਰ ਪਾਏਗਾ, ਖੁਦਾਵੰਦ ਨੂੰ ਖੁਸ਼ ਨਹੀਂ ਕਰ ਪਾਏਗਾ। ਅਗਰ ਜਾਣੇ ਅਣਜਾਣੇ ਦੇ ਵਿੱਚ ਕਿਤੇ ਸਾਡੇ ਕੋਲੋਂ ਗਲਤੀ ਹੁੰਦੀ ਆ, ਜਾਂ ਵਚਨ ਦੇ ਅਗੇਂਸਟ ਜਾਇਆ ਜਾਂਦਾ, ਜਾਂ ਪਰਮੇਸ਼ਵਰ ਤੋਂ ਦੂਰ ਹੁੰਦੇ ਆ ਸੰਸਾਰਿਕ ਕਿਸੇ ਅਭਿਲਾਸ਼ਾ ਦੇ ਵਿੱਚ, ਤੇ ਉਹ ਉਸ ਤੋਂ ਬਾਅਦ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ, ਸਾਨੂੰ ਨਸੀਹਤ ਲੈਣੀ ਚਾਹੀਦੀ ਆ। ਜਦੋਂ ਅਸੀਂ ਦੁਬਾਰਾ ਤੋਂ ਖੜੇ ਹੁੰਦੇ ਆ, ਜਦੋਂ ਅਸੀਂ ਦੁਬਾਰਾ ਤੋਂ ਚੱਲਦੇ ਆ, ਜਦੋਂ ਅਸੀਂ ਦੁਬਾਰਾ ਤੋਂ ਪਰਮੇਸ਼ਵਰ ਦੇ ਨਾਲ ਵਾਅਦਾ ਕਰਦੇ ਆ, ਜਦੋਂ ਦੁਬਾਰਾ ਤੁਸੀਂ ਪਰਮੇਸ਼ਵਰ ਦੇ ਨਾਲ ਮਜ਼ਬੂਤੀ ਵਾਲਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਉੱਥੋਂ ਸਾਨੂੰ ਨਸੀਹਤ ਲੈਣ ਦੀ ਜ਼ਰੂਰਤ ਆ ਕਿ ਮੈਨੂੰ ਹੁਣ ਫਿਰ ਤੋਂ ਸ਼ੁਰੂ ਹੋਣਾ ਪੈਣਾ ਆ,
ਮੈਨੂੰ ਹੁਣ ਫਿਰ ਜ਼ੀਰੋ ਤੋਂ ਸ਼ੁਰੂ ਹੋ ਕੇ ਉਸ ਲੈਵਲ ਤੇ ਪਹੁੰਚਣਾ ਪੈਣਾ ਹੈ ਜਿੱਥੇ ਮੈਂ ਪਾਪ ਕਰਨ ਦੇ ਦੁਆਰਾ ਜ਼ੀਰੋ ਤੇ ਆ ਗਿਆ, ਜਿੱਥੋਂ ਮੈਂ ਡਿੱਗਿਆ ਆ ਜਾਂ ਮੈਂ ਡਿੱਗੀ ਆ। ਮੈਨੂੰ ਹੁਣ ਫਿਰ ਤੋਂ ਉੱਥੋਂ ਹੀ ਸ਼ੁਰੂ ਕਰਕੇ ਉਸ ਲੈਵਲ ਤੇ ਪਹੁੰਚਣਾ ਆ ਜਿੱਥੋਂ ਮੈਂ ਗਿਰਾਈ ਗਈ ਆ ਜਾਂ ਗਿਰਾਇਆ ਗਿਆ ਆ। ਇਹ ਜਿਹੜੀਆਂ ਗੱਲਾਂ ਆ, ਸਾਨੂੰ ਇਹਨਾਂ ਗੱਲਾਂ ਤੋਂ ਨਸੀਹਤ ਲੈਣ ਦੀ ਜ਼ਰੂਰਤ ਆ, ਇਹਨਾਂ ਗੱਲਾਂ ਤੋਂ ਸਾਨੂੰ ਸਿੱਖਣ ਦੀ ਜ਼ਰੂਰਤ ਆ। ਪਰ ਜੇ ਅਸੀਂ ਸਿੱਖਦੇ ਨਹੀਂ ਆ ਤੇ ਮੁਸ਼ਕਿਲ ਆ ਸਾਡਾ ਤਰੱਕੀ ਕਰਨਾ, ਮੁਸ਼ਕਿਲ ਆ ਸਾਡਾ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ। ਅਸੀਂ ਤਰੱਕੀ ਨਹੀਂ ਕਰ ਸਕਦੇ, ਅਸੀਂ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ ਅਗਰ ਅਸੀਂ ਸਿੱਖਦੇ ਨਹੀਂ ਆਪਣੇ ਠੋਕਰ ਲੱਗਣ ਤੋਂ, ਅਗਰ ਅਸੀਂ ਸਿੱਖਦੇ ਨਹੀਂ ਆ ਆਪਣੀ ਗਲਤੀ ਤੋਂ। ਅਗਰ ਗਲਤੀ ਨੂੰ ਬਾਰ-ਬਾਰ ਦੁਹਰਾਈ ਜਾਵਾਂਗੇ ਤੇ ਪਰਫੈਕਟ ਕਦੋਂ ਬਣਾਂਗੇ? ਅਗਰ ਪਾਪ ਨੂੰ ਬਾਰ-ਬਾਰ ਦੁਹਰਾਈ ਜਾਵਾਂਗੇ ਤਾਂ ਪਵਿੱਤਰ ਕਦੋਂ ਬਣਾਂਗੇ? ਅਗਰ ਨਦਾਨਪੁਣੇ ਵਾਲੇ ਕੰਮ ਕਰੀ ਜਾਵਾਂਗੇ ਤੇ ਸਿਆਣੇ ਕਦੋਂ ਬਣਾਂਗੇ? ਅਸੀਂ ਜਦੋਂ ਬਚਪਨੇ ਵਾਲੇ ਕੰਮ ਕਰਦੇ ਰਵਾਂਗੇ ਤੇ ਅਸੀਂ ਸਿਆਣਪ ਦੇ ਵਿੱਚ ਕਦੋਂ ਆਣਾ ਆ? ਜਦੋਂ ਸਰੀਰ ਦੀਆਂ ਕਾਮਨਾਵਾਂ ਦੇ ਅਨੁਸਾਰ ਚੱਲਦੇ ਰਵਾਂਗੇ ਜਾਂ ਸਰੀਰ ਦੀਆਂ ਇੱਛਾਵਾਂ ਨੂੰ ਹੀ ਪੂਰਾ ਕਰਦੇ ਰਵਾਂਗੇ ਤੇ ਅਸੀਂ ਆਤਮਿਕ ਕਦੋਂ ਬਣਨਾ ਆ? ਅਸੀਂ ਆਤਮਿਕ ਕਦੋਂ ਬਣਨਾ ਆ? ਫਿਰ ਇਹ ਗੱਲਾਂ ਸਾਡੇ ਲਈ ਨਸੀਹਤ ਦੇ ਤੌਰ ਤੇ ਲਿਖੀਆਂ ਗਈਆਂ ਆ ਬਾਈਬਲ ਦੇ ਵਿੱਚ, ਤਾਂ ਜੋ ਅਸੀਂ ਇਤੋਂ ਸਿੱਖਿਆ ਪ੍ਰਾਪਤ ਕਰੀਏ, ਅਸੀਂ ਸਿੱਖੀਏ। ਇਹ ਸਾਡੇ ਲਈ ਆ, ਕਿਉਂਕਿ ਜਿਹੜੇ ਲੋਕ ਬਾਈਬਲ ਪੜ੍ਹਦੇ ਹੋ ਮੇਰੀਆਂ ਗੱਲਾਂ ਨੂੰ ਅੱਛੀ ਰੀਤੀ ਦੇ ਨਾਲ ਸਮਝ ਸਕਦੇ ਆ। ਮਿਸਰ ਦੇ ਵਿੱਚੋਂ ਜਦੋਂ ਇਜ਼ਰਾਈਲ ਕੌਮ ਨੂੰ ਕੱਢਿਆ ਗਿਆ, ਇਜ਼ਰਾਈਲ ਦੇ ਲੋਕਾਂ ਨੂੰ ਕੱਢਿਆ ਗਿਆ, ਖੁਦਾ ਦੇ ਖਾਸ ਲੋਕਾਂ ਨੂੰ ਕੱਢਿਆ ਗਿਆ, ਉਹਨਾਂ ਨੇ ਜੋ ਗਲਤੀਆਂ ਕੀਤੀਆਂ ਉਹ ਇਸੇ ਲਈ ਬਾਈਬਲ 'ਚ ਲਿਖੀਆਂ ਗਈਆਂ ਕਿ ਅਸੀਂ ਉਹ ਤੋਂ ਕੁਝ ਸਿੱਖੀਏ, ਅਸੀਂ ਉਹਨਾਂ ਗੱਲਾਂ ਤੋਂ ਕੁਝ ਸਿੱਖੀਏ, ਨਸੀਹਤ ਲਈਏ ਕਿ ਜੋ ਉਹਨਾਂ ਨੇ ਮਿਸਟੇਕ ਕੀਤੀਆਂ ਆ ਅਸੀਂ ਉਹ ਨਾ ਕਰੀਏ। ਉਹ ਬੁੜਬੁੜਾਏ, ਅਸੀਂ ਨਾ ਬੁੜਬੁੜਾਈਏ। ਉਹਨਾਂ ਨੇ ਪਾਣੀ ਦੇ ਲਈ ਬੁੜਬੁੜਾਇਆ, ਪਰਮੇਸ਼ਵਰ ਨੂੰ ਤਾਨਾ ਮਾਰਿਆ, ਮੋਜ਼ਿਸ ਨੂੰ ਗੱਲਾਂ ਸੁਣਾਈਆਂ, ਅਸੀਂ ਉਹ ਕੰਮ ਨਾ ਕਰੀਏ। ਪਰਮੇਸ਼ਵਰ ਸਾਨੂੰ ਜਿਨ੍ਹਾਂ ਹਾਲਾਤਾਂ ਦੇ ਵਿੱਚ ਰੱਖਦਾ ਉਹਦਾ ਧੰਨਵਾਦ ਕਰੀਏ। ਪਰਮੇਸ਼ਵਰ ਨੇ ਜਿਹੜੀ ਸਿਚੁਏਸ਼ਨ ਦੇ ਵਿੱਚ ਰੱਖਿਆ ਆ ਅਸੀਂ ਉਸੇ ਸਿਚੁਏਸ਼ਨ ਦੇ ਵਿੱਚ ਖੁਦਾ ਦਾ ਧੰਨਵਾਦ ਕਰੀਏ, ਕਿਉਂਕਿ ਬਾਈਬਲ ਕਹਿੰਦਾ ਉਹਦੀਆਂ ਅੱਖਾਂ ਸਾਡੀ ਜ਼ਿੰਦਗੀ ਦੇ ਉੱਪਰ ਲੱਗੀਆਂ ਰਹਿੰਦੀਆਂ ਆ। ਪਰ ਕਿਤੇ ਅਸੀਂ ਵੀ ਉਹਨਾਂ ਇਜ਼ਰਾਈਲ ਦੇ ਲੋਕਾਂ ਦੀ ਤਰ੍ਹਾਂ ਨਾ ਬਣ ਜਾਈਏ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਿਆ ਤੇ ਉਹਨਾਂ ਨੇ ਬੁੜਬੁੜਾਹਟ ਕੀਤੀ, ਜਿਨ੍ਹਾਂ ਨੂੰ ਖਾਣਾ ਨਹੀਂ ਮਿਲਿਆ, ਮੀਟ ਨਹੀਂ ਮਿਲਿਆ, ਉਹਨਾਂ ਨੇ ਬੁੜਬੁੜਾਹਟ ਕੀਤੀ। ਹਰ ਗੱਲ ਦੇ ਵਿੱਚ ਉਹਨਾਂ ਨੇ ਗੱਲਾਂ ਸੁਣਾਈਆਂ, ਹਰ ਗੱਲ ਦੇ ਵਿੱਚ ਉਹਨਾਂ ਨੇ ਤਾਨਾ ਮਾਰਿਆ, ਹਰ ਗੱਲ ਦੇ ਵਿੱਚ ਉਹਨਾਂ ਨੇ ਕੁਝ ਨਾ ਕੁਝ ਪਰਮੇਸ਼ਵਰ ਦੀ ਵਰਖਲਾਫਤ ਦੇ ਵਿੱਚ ਬੋਲੇ ਉਹ। ਔਰ ਉਹ ਗੱਲਾਂ ਬਾਈਬਲ ਕਹਿੰਦਾ ਉਹ ਲੋਕ ਉਸੇ ਦਿਨ ਉਸੇ ਘੜੀ ਨਾਸ਼ ਕੀਤੇ ਗਏ। ਜਿਨ੍ਹਾਂ ਨੇ ਬਛੜਾ ਬਣਾਇਆ, ਜਿਨ੍ਹਾਂ ਨੇ ਮੂਰਤੀ ਦੀ ਪੂਜਾ ਕੀਤੀ, ਸਭ ਕੁਝ ਜਾਣਨ ਤੋਂ ਬਾਅਦ ਔਰ ਇੰਨੇ ਵੱਡੇ ਚਿੰਨ ਚਮਤਕਾਰ ਦੇਖਣ ਤੋਂ ਬਾਅਦ ਅੱਜ ਦਾ ਇਨਸਾਨ ਵੀ ਇਦਾਂ ਹੀ ਆ। ਉਸ ਟਾਈਮ ਤੋਂ ਚੱਲਦਾ ਆ ਰਿਹਾ ਆ ਜਦੋਂ ਲੋਕਾਂ ਨੇ ਸਮੁੰਦਰ ਦੋ ਭਾਗ ਹੁੰਦਾ ਦੇਖਿਆ, ਆਕਾਸ਼ ਤੌਲੇ ਗਿਰਦੇ ਦੇਖੇ, ਮੱਛਰਾਂ ਦੀਆਂ ਮੱਖੀਆਂ ਦੀਆਂ ਬਵਾਂ ਆਉਂਦੀਆਂ ਦੇਖੀਆਂ, ਪਾਣੀ ਦਾ ਜਿਹੜਾ ਖੂਨ ਬਣਨਾ ਉਹਨਾਂ ਨੇ ਦੇਖਿਆ। ਇੰਨੇ ਵੱਡੇ ਵੱਡੇ ਚਮਤਕਾਰ ਦੇਖਣ ਤੋਂ ਬਾਅਦ ਵੀ ਉਹ ਲੋਕ ਬੁੜਬੁੜਾਏ। ਉਹ ਇਸੇ ਲਈ ਬਾਈਬਲ ਦੇ ਵਿੱਚ ਦਰਜ ਹੋਇਆ ਆ ਤਾਂ ਜੋ ਅਸੀਂ ਸਿੱਖੀਏ ਔਰ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਅਸੀਂ ਨਾ ਕਰੀਏ। ਬਾਈਬਲ ਕਹਿੰਦਾ ਉਹ ਗੱਲਾਂ ਉਹ ਕੰਮ ਇਸੇ ਲਈ ਬਾਈਬਲ 'ਚ ਲਿਖੇ ਗਏ ਤਾਂ ਜੋ ਸਾਨੂੰ ਨਸੀਹਤ ਮਿਲੇ, ਤਾਂ ਜੋ ਅਸੀਂ ਉਹ ਨਾ ਕਰੀਏ। ਹਾਲੇਲੂਇਆ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝ ਪਾ ਰਹੇ ਆ ਅੱਜ ਦੇ ਵਚਨ ਨੂੰ, ਅੱਜ ਦੇ ਟਾਈਟਲ ਨੂੰ। ਸਮਸੂਨ ਦੇ ਬਾਰੇ ਅਗਰ ਤੁਸੀਂ ਜਾਣਦੇ ਆ, ਬਾਈਬਲ 'ਚ ਪੜ੍ਹਿਆ ਤਾਂ ਬਹੁਤ ਅੱਛੀ ਗੱਲ, ਅਗਰ ਨਹੀਂ ਪੜ੍ਹਿਆ ਤਾਂ ਮੈਂ ਤੁਹਾਨੂੰ ਦੱਸ ਦਵਾਂ। ਬਾਈਬਲ ਕਹਿੰਦਾ ਪਰਮੇਸ਼ਵਰ ਤੋਂ ਮੰਗਿਆ ਹੋਇਆ ਲੜਕਾ ਸੀਗਾ ਔਰ ਪਰਮੇਸ਼ਵਰ ਦੇ ਦੂਤ ਨੇ ਆ ਕੇ ਉਹਦੇ ਮਾਤਾ ਪਿਤਾ ਨੂੰ ਆਖਿਆ ਸੀਗਾ ਕਿ ਇਹ ਨਿਆਰਾ ਕੀਤਾ ਹੋਇਆ ਪਰਸਨ ਆ, ਇਹਦੇ ਸਿਰ ਤੇ ਕਦੀ ਉਸ ਤਰ੍ਹਾਂ ਨਾ ਲੱਗੇ। ਔਰ ਬਾਈਬਲ ਕਹਿੰਦਾ ਜਦੋਂ ਜਵਾਨੀ ਦੇ ਦਿਨਾਂ ਦੇ ਵਿੱਚ ਆਇਆ, ਉਹ ਜ਼ੋਰ ਉਹਦੇ ਵਿੱਚ ਇੰਨਾ ਜ਼ਿਆਦਾ ਸੀ, ਪਰਮੇਸ਼ਵਰ ਦੀ ਤਾਕਤ ਉਹਦੇ ਅੰਦਰ ਇੰਨੀ ਜ਼ਿਆਦਾ ਸੀ, ਉਹ ਇਕੱਲਾ ਹੀ 100 ਨੂੰ 1000 ਨੂੰ ਮਾਰ ਦਿੰਦਾ ਸੀਗਾ। ਇੰਨਾ ਜ਼ਿਆਦਾ ਜ਼ੋਰ, ਇੰਨਾ ਜ਼ਿਆਦਾ ਬਲ ਸੀਗਾ ਪਰਮੇਸ਼ਵਰ ਦੇ ਦੁਆਰਾ ਉਹਨੂੰ ਦਿੱਤਾ ਗਿਆ। ਔਰ ਕੀ ਹੁੰਦਾ, ਉਹਦੀ ਗਲਤੀ ਕੀ ਸੀਗੀ? ਇੱਕ ਔਰਤ ਦੇ ਜਾਲ ਦੇ ਵਿੱਚ ਫਸ ਜਾਂਦਾ ਜਿਹਦਾ ਨਾਮ ਦਲੀਲਾ। ਔਰ ਕੀ ਹੁੰਦਾ ਆ, ਆਪਣਾ ਭੇਦ ਦੱਸਦਾ ਨਹੀਂ, ਆਪਣੀ ਕਮਜ਼ੋਰੀ ਦੱਸਦਾ ਨਹੀਂ, ਪਰ ਸ਼ੈਤਾਨ ਬਾਈਬਲ ਕਹਿੰਦਾ ਸਹਿਜ ਦੇ ਨਾਲ ਫਸਾ ਲੈਂਦਾ ਆ। ਉਸ ਔਰਤ ਨੇ ਉਹਨੂੰ ਉਹਦੀਆਂ ਕਿੰਨੀਆਂ ਮਿੰਨਤਾਂ ਕੀਤੀਆਂ, ਕਿੱਦਾਂ ਉਹਨੂੰ ਫਸਲਾਇਆ, ਕਿੱਦਾਂ ਉਹਨੂੰ ਘੁਮਾਇਆ, ਉਹ ਘੁੰਮ ਗਿਆ। ਗਲਤੀ ਹੋ ਗਈ ਜਦੋਂ ਉਹਨੇ ਦੱਸਿਆ ਕਿ ਮੇਰੀਆਂ ਜਿਹੜੀਆਂ ਲਟਾਂ ਆ, ਮੇਰੇ ਵਾਲ ਆ, ਇਹਨਾਂ ਦੇ ਵਿੱਚ ਤਾਕਤ ਆ, ਕਿਉਂਕਿ ਇਹਨਾਂ ਤੇ ਕਦੀ ਉਸ ਤਰ੍ਹਾਂ ਨਹੀਂ ਲੱਗਾ, ਇਹ ਕਦੀ ਕੱਟੇ ਨਹੀਂ ਗਏ।
ਔਰ ਇਹਨਾਂ ਦੇ ਦੁਆਰਾ ਹੀ ਮੇਰੇ ਅੰਦਰ ਤਾਕਤ ਆ, ਸ਼ਕਤੀ ਆ। ਔਰ ਬਾਈਬਲ ਕਹਿੰਦਾ ਉਹਦੇ ਪੱਟ ਤੇ ਸਿਰ ਰੱਖ ਕੇ ਤਾਂ ਜਦੋਂ ਸੁੱਤਾ ਸਮਸੂਨ ਤੇ ਉਹਨੇ ਵੈਰੀਆਂ ਨੂੰ ਦਲੀਲਾਂ ਨੇ ਬੁਲਾਇਆ ਔਰ ਉਸ ਤੋਂ ਪਹਿਲਾਂ ਹੀ ਉਹਦੇ ਵਾਲਾਂ ਨੂੰ ਕੱਟ ਦਿੱਤਾ ਸੀਗਾ। ਜਦੋਂ ਉਹਨੇ ਕਿਹਾ ਸਮਸੂਨ ਵੈਰੀ ਚੜ੍ਹ ਆਏ ਆ, ਬਾਈਬਲ ਕਹਿੰਦਾ ਉਹ ਨੀਂਦਰ ਤੋਂ ਜਾਗਿਆ ਤੇ ਫਟਾਫਟ ਉਸੇ ਜ਼ੋਰ ਦੇ ਨਾਲ ਉਹਨਾਂ ਨੂੰ ਮਾਰਨ ਦੇ ਲਈ ਉੱਠ ਖੜਾ ਹੋਇਆ, ਪਰ ਮਾਰ ਨਾ ਸਕਿਆ। ਬਾਈਬਲ ਕਹਿੰਦਾ ਉਹਦੀਆਂ ਅੱਖਾਂ ਫੋੜ ਦਿੱਤੀਆਂ ਉਹਨਾਂ ਨੇ, ਵੈਰੀਆਂ ਨੇ ਉਹਦੀਆਂ ਅੱਖਾਂ ਫੋੜ ਦਿੱਤੀਆਂ, ਉਹਨੂੰ ਗੁਲਾਮ ਬਣਾ ਲਿਆ। ਉਹੀ ਬੰਦਾ ਜਿਹੜਾ ਹਜ਼ਾਰਾਂ ਨੂੰ ਇਕੱਲਾ ਹੀ ਮਾਰ ਦਿੰਦਾ ਸੀ, ਉਹੀ ਬੰਦਾ ਜਿਹਦੇ ਉੱਪਰ ਪਰਮੇਸ਼ਵਰ ਦਾ ਜ਼ੋਰ ਇੰਨੀ ਜ਼ੋਰ ਦੇ ਨਾਲ ਉਤਰਦਾ ਸੀਗਾ, ਕਿਸੇ ਦੀ ਪਰਵਾਹ ਨਹੀਂ ਕਰਦਾ ਹੁੰਦਾ ਸੀਗਾ, ਔਰ ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਅੰਨਾ ਕਰ ਦਿੱਤਾ ਗਿਆ ਔਰ ਉਹਨੂੰ ਗੁਲਾਮ ਬੰਧਨ ਦੇ ਵਿੱਚ ਲੈ ਆਂਦਾ। ਸ਼ੈਤਾਨ ਦਾ ਕੰਮ ਹੀ ਹੈ ਕਿ ਤੁਹਾਡੇ ਕੋਲ ਗਲਤੀ ਕਰਾ ਕੇ ਮੁੜ ਕੇ ਤੁਹਾਨੂੰ ਬੰਧਨ ਦੇ ਵਿੱਚ ਲੈ ਆਣਾ। ਬਾਈਬਲ ਕਹਿੰਦਾ ਉਹਦੇ ਹੱਥ ਪੈਰ ਬੰਨ੍ਹ ਲਏ, ਫਿਰ ਉਹਨੂੰ ਲੈ ਗਏ ਬੰਦੀਖਾਨੇ ਦੇ ਵਿੱਚ ਰੱਖਿਆ ਉਹਨੂੰ ਕਿੰਨੇ ਸਾਲਾਂ ਤੱਕ। ਫਿਰ ਇੱਕ ਤਿਉਹਾਰ ਆਇਆ ਜਦੋਂ ਸਾਰੇ ਮਨਾ ਰਹੇ ਸੀਗੇ, ਤੁਸੀਂ ਸਾਰੇ ਜਾਣਦੇ ਹੋ ਉਸ ਸਟੋਰੀ ਨੂੰ, ਤੁਸੀਂ ਸਾਰੇ ਬਾਈਬਲ ਜੋ ਪੜ੍ਹਦੇ ਆ ਉਹਨਾਂ ਨੂੰ ਪਤਾ ਹੈ। ਔਰ ਬਾਈਬਲ ਕਹਿੰਦਾ ਫਿਰ ਜਦੋਂ ਉਹਨੂੰ ਪਤਾ ਲੱਗਾ ਔਰ ਉਹਨੇ ਫਿਰ ਪਰਮੇਸ਼ਵਰ ਦਾ ਧੰਨਵਾਦ ਕੀਤਾ ਕਿ ਜਦੋਂ ਉਸ ਬੰਦੀਖਾਨਾ ਜਿਹੜਾ ਸੀਗਾ ਉਹਦੇ ਵਿੱਚ ਜਦੋਂ ਉਹਨੂੰ ਰੱਖਿਆ ਗਿਆ, ਸਾਲਾਂ ਦੀ ਸਾਲਾਂ ਉਹਦੇ ਬਾਲ ਵੱਡੇ ਹੋਣੇ ਸ਼ੁਰੂ ਹੋ ਗਏ ਉਸ ਦੌਰਾਨ, ਔਰ ਫਿਰ ਤੋਂ ਉਹਦਾ ਜਿਹੜਾ ਜ਼ੋਰ ਉਹਦੇ ਅੰਦਰ ਵਾਪਸ ਆਣਾ ਸ਼ੁਰੂ ਹੋ ਗਿਆ। ਪਰ ਜੋ ਨੁਕਸਾਨ ਹੋਇਆ ਉਹਦੀ ਭਰਪਾਈ ਨਹੀਂ ਹੋਈ, ਉਹਦੀ ਅੱਖਾਂ ਨਹੀਂ ਵਾਪਸ ਆਈਆਂ। ਯਾਦ ਰੱਖਣਾ ਮੇਰੀ ਗੱਲ ਨੂੰ, ਬਾਲ ਉਹਦੇ ਵੱਡੇ ਹੋ ਗਏ ਪਰ ਉਹਦੀ ਗਲਤੀ ਦੇ ਨਾਲ ਜਿਹੜੀਆਂ ਉਹਦੀਆਂ ਅੱਖਾਂ ਗਈਆਂ, ਬਾਲ ਵੱਡੇ ਹੋਣ ਦੇ ਨਾਲ ਉਹਦੇ ਅੰਦਰ ਤਾਕਤ ਆ ਗਈ ਪਰ ਉਹਦੀਆਂ ਅੱਖਾਂ ਵਾਪਸ ਨਹੀਂ ਆਈਆਂ। ਇਹ ਗੱਲਾਂ ਪੜ੍ਹ ਕੇ ਸਾਨੂੰ ਨਸੀਹਤ ਲੈਣ ਦੀ ਜ਼ਰੂਰਤ ਆ, ਸਾਨੂੰ ਸਿੱਖਣ ਦੀ ਜ਼ਰੂਰਤ ਆ ਕਿ ਜਦੋਂ ਅਸੀਂ ਡਿੱਗਦੇ ਹਾਂ ਤੇ ਸਾਨੂੰ ਉਹੀ ਚੀਜ਼ ਹਾਸਲ ਨਹੀਂ ਹੁੰਦੀ ਜੋ ਅਸੀਂ ਗਵਾ ਬੈਠਦੇ ਹਾਂ। ਜੋ ਮਸਾ, ਜੋ ਅਭਿਸ਼ੇਕ ਅਸੀਂ ਗਲਤੀ ਕਰਕੇ ਜਾਂ ਪਾਪ ਕਰਕੇ ਗਵਾ ਲੈਂਦੇ ਹਾਂ, ਦੁਬਾਰਾ ਤੋਂ ਅਸੀਂ ਜਦੋਂ ਖੜੇ ਤਾਂ ਹੋ ਜਾਂਦੇ ਹਾਂ। ਮੈਂ ਉਹਨਾਂ ਲੋਕਾਂ ਦਾ ਉਸ ਵਹਿਮ ਨੂੰ ਦੂਰ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੂੰ ਸ਼ੈਤਾਨ ਨੇ ਇਸ ਵਹਿਮ ਚੋਰ ਭੁਲੇਖੇ ਚ ਪਾਇਆ ਹੋਇਆ, ਕੋਈ ਨਹੀਂ ਪਾਪ ਹੋ ਗਿਆ ਕੋਈ ਗੱਲ ਨਹੀਂ, ਗਲਤੀ ਹੋ ਗਈ ਕੋਈ ਗੱਲ ਨਹੀਂ, ਦੁਬਾਰਾ ਤੋਂ ਤੌਬਾ ਕਰਕੇ ਖੜੇ ਹੋ ਜਾਵਾਂਗੇ। ਅੱਧੇ ਤੋਂ ਜ਼ਿਆਦਾ ਜਿਹੜੇ ਕ੍ਰਿਸਚਨ ਲੋਕ ਆ ਇਸੇ ਭੁਲੇਖੇ ਦੇ ਵਿੱਚ ਪਏ ਹੋਏ ਨੇ, ਇਸੇ ਭੁਲੇਖੇ ਦੇ ਵਿੱਚ ਸ਼ੈਤਾਨ ਨੇ ਉਹਨਾਂ ਨੂੰ ਪਾਇਆ ਹੋਇਆ ਆ ਕਿ ਕੋਈ ਨਹੀਂ ਡਿੱਗ ਗਏ ਆ ਤੇ ਦੁਬਾਰਾ ਤੋਂ ਖੜੇ ਹੋ ਜਾਵਾਂਗੇ। ਕਦੋਂ ਖੜੇ ਹੋਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਰ ਜੋ ਲੋਸ ਹੋਇਆ ਹੁੰਦਾ ਨਾ ਉਹਦੀ ਭਰਪਾਈ ਨਹੀਂ ਪੂਰੀ ਹੋ ਪਾਉਂਦੀ। ਤੁਸੀਂ ਖੜੇ ਤਾਂ ਹੋ ਜਾਂਦੇ ਆ ਪਰ ਉਹ ਮਸਾ ਤੁਹਾਨੂੰ ਪ੍ਰੋਪਰ ਨਹੀਂ ਮਿਲ ਪਾਉਂਦਾ, ਪ੍ਰੋਪਰ ਉਹ ਮਸਾ, ਉਹ ਅਭਿਸ਼ੇਕ ਹਾਸਲ ਨਹੀਂ ਹੋ ਪਾਉਂਦਾ ਆ ਤੁਹਾਨੂੰ। ਸਮਸੂਨ ਨੂੰ ਸ਼ਕਤੀ ਤਾਂ ਵਾਪਸ ਮਿਲ ਗਈ ਪਰ ਉਹਦੀਆਂ ਅੱਖਾਂ ਉਹਨੂੰ ਵਾਪਸ ਨਹੀਂ ਮਿਲੀਆਂ। ਯਾਦ ਰੱਖਣਾ ਮੇਰੀ ਗੱਲ, ਹਾਲੇਲੂਇਆ। ਇਸ ਕਰਕੇ ਇਹ ਗੱਲਾਂ ਇਸੇ ਲਈ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਆ ਤਾਂ ਜੋ ਅਸੀਂ ਉਹਨਾਂ ਗਲਤੀਆਂ ਨੂੰ ਪੜ੍ਹੀਏ ਔਰ ਅਸੀਂ ਉਹਨਾਂ ਗਲਤੀਆਂ ਨੂੰ ਆਪਣੀ ਜ਼ਿੰਦਗੀ 'ਚ ਦੁਹਰਾਈਏ ਨਾ। ਹਾਲੇਲੂਇਆ। ਪਰ ਜੇ ਅਸੀਂ ਫਿਰ ਵੀ ਪੜ੍ਹਨ ਤੋਂ ਬਾਅਦ ਦੁਹਰਾਵਾਂਗੇ ਤੇ ਸਾਡੇ ਤੋਂ ਵੱਡਾ ਨਦਾਨ ਪਰਸਨ ਕੋਈ ਨਹੀਂ ਆ। ਪੌਲ ਕਹਿੰਦਾ ਹੁਣ ਵੀ ਦੁੱਧ ਹੀ ਪੀ ਜਾਣਾ ਆ। ਕਹਿੰਦਾ ਕਦੋਂ ਤੁਸੀਂ ਰੋਟੀ ਖਾਣ ਵਾਲੇ ਬਣਨਾ, ਕਦੋਂ ਤੁਸੀਂ ਸਿਆਣੇ ਬਣਨਾ। ਨਿਆਣੇ ਗਲਤੀਆਂ ਕਰਦੇ ਆ, ਤੁਸੀਂ ਹੱਲੇ ਤੱਕ ਵੀ ਨਿਆਣੇ ਬਣੇ ਰਹਿਣਾ, ਪਰ ਤੁਹਾਨੂੰ ਪਤਾ ਨਹੀਂ ਆ, ਪਰ ਤੁਸੀਂ ਦੁਬਾਰਾ ਤੋਂ ਖੜੇ ਤਾਂ ਹੋ ਜਾਂਦੇ ਆ, ਪਰ ਉਹ ਮਸਾ ਪ੍ਰੋਪਰ ਤੁਹਾਨੂੰ ਮਿਲ ਨਹੀਂ ਪਾਉਂਦਾ, ਉਹ ਆਸ਼ੀਸ਼ ਤੁਹਾਨੂੰ ਮਿਲ ਨਹੀਂ ਪਾਉਂਦੀ ਜਿਹੜੀ ਤੁਹਾਡੇ ਤੋਂ ਖੋਈ ਗਈ ਸੀਗੀ। ਉਹ ਅਭਿਸ਼ੇਕ ਜਿਹੜਾ ਤੁਹਾਡੀ ਗਲਤੀ ਦੇ ਕਰਕੇ ਤੁਹਾਡੇ ਤੋਂ ਚਲਾ ਗਿਆ, ਉਹ ਉਸੇ ਸਪੀਡ ਦੇ ਨਾਲ, ਉਸੇ ਮੂਵਮੈਂਟ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਆਉਂਦਾ ਨਹੀਂ ਆ ਜੇ ਤੁਸੀਂ ਇਸ ਵਹਿਮ ਦੇ ਵਿੱਚ ਆ। ਤੇ ਮੈਂ ਤੁਹਾਨੂੰ ਦੱਸ ਦਵਾਂ, ਇਸ ਕਰਕੇ ਅੱਜ ਤੋਂ ਬਾਅਦ ਇਸ ਵਹਿਮ ਨੂੰ ਜਿਹੜਾ ਸ਼ੈਤਾਨ ਨੇ ਤੁਹਾਡੀ ਜ਼ਿੰਦਗੀਆਂ 'ਚ ਪਾਇਆ, ਇਹਨੂੰ ਦੂਰ ਕਰ ਦਿਓ ਆਪਣੇ ਤੋਂ ਕਿ ਕੋਈ ਗੱਲ ਨਹੀਂ ਡਿੱਗ ਗਏ ਆ, ਕੋਈ ਗੱਲ ਨਹੀਂ ਗਲਤੀ ਹੋ ਗਈ, ਕੋਈ ਗੱਲ ਨਹੀਂ ਪਾਪ ਹੋ ਗਿਆ ਆ, ਤੌਬਾ ਕਰ ਲਵਾਂਗੇ। ਖੁਦਾ ਕਹਿੰਦਾ ਮੰਨਣ ਵਾਲੇ ਨੂੰ ਮਾਫੀ ਮਿਲਦੀ ਆ, ਜਿਹੜਾ ਆਪਣੇ ਗੁਨਾਹਾਂ ਨੂੰ ਮੰਨ ਲੈਂਦਾ ਉਹਨੂੰ ਮਾਫੀ ਮਿਲ ਜਾਂਦੀ ਆ। ਮਾਫੀ ਤਾਂ ਮਿਲ ਜਾਂਦੀ ਆ, ਪਰ ਜਿਹੜਾ ਗਵਾਚ ਗਿਆ ਆ ਉਹ ਕਿੱਦਾਂ ਮਿਲਣਾ, ਜਿਹੜਾ ਖੋਇਆ ਗਿਆ ਆ ਉਹ ਕਿੱਦਾਂ ਮਿਲਣਾ, ਜਿਹੜਾ ਚਲਾ ਗਿਆ ਸਾਡੇ ਕੋਲੋਂ ਅਭਿਸ਼ੇਕ ਮਸਾ, ਉਹ ਬਲੇਸਿੰਗਸ, ਉਹ ਸੁਪਨਿਆਂ ਦਾ ਅਰਥ ਕਰਨਾ, ਉਹ ਵਚਨ ਦੇ ਭੇਦਾਂ ਨੂੰ ਖੋਲਣਾ, ਉਹ ਗੈਰ ਭਾਸ਼ਾ ਦਾ ਅਰਥ ਕਰਨਾ, ਆਤਮਿਆਂ ਦੀ ਪਛਾਣ ਕਰਨਾ, ਇਹ ਜੋ ਸਾਡੇ ਤੋਂ ਖੋਇਆ ਗਿਆ, ਚਲਿਆ ਗਿਆ, ਇਹਨੂੰ ਦੁਬਾਰਾ ਤੋਂ ਕਿੱਦਾਂ ਹਾਸਲ ਕਰਨਾ। ਹਾਲੇਲੂਇਆ। ਕੁਝ ਗੱਲਾਂ ਹੈਗੀਆਂ ਜੋ ਤੁਸੀਂ ਤੌਬਾ ਕਰਨ ਤੋਂ ਬਾਅਦ ਦੁਬਾਰਾ ਹਾਸਲ ਕਰ ਸਕਦੇ ਆ, ਪਰ ਕੁਝ ਗੱਲਾਂ ਹੈਗੀਆਂ ਜਿਹੜੀਆਂ ਤੌਬਾ ਕਰਕੇ ਦੁਬਾਰਾ ਹਾਸਲ ਨਹੀਂ ਕੀਤੀਆਂ ਜਾ ਸਕਦੀਆਂ। ਮੇਰੀ ਗੱਲ ਨੂੰ ਯਾਦ ਰੱਖਣਾ। ਸਮਸੂਨ ਦੇ ਵਾਲ ਤਾਂ ਵਾਪਸ ਆ ਗਏ, ਉਹਦੀ ਤਾਕਤ ਤਾਂ ਵਾਪਸ ਆ ਗਈ, ਪਰ ਉਹਦੀਆਂ ਅੱਖਾਂ ਵਾਪਸ ਨਹੀਂ ਆਈਆਂ। ਕੁਝ ਸਾਡੇ ਅਭਿਸ਼ੇਕ, ਸਾਡਾ ਮਸਾ, ਕੁਝ ਸਾਡੀਆਂ ਤਾਕਤਾਂ,
ਕੁਝ ਬਾਈਬਲ ਦੇ ਅਨੁਸਾਰ ਸਾਡੀ ਬਲੇਸਿੰਗਸ ਐਦਾਂ ਦੀਆਂ ਹੁੰਦੀਆਂ ਆ ਜਿਹੜੀਆਂ ਇੱਕ ਵਾਰ ਗੁਨਾਹ ਕਰਨ ਤੇ ਸਾਡੇ ਕੋਲੋਂ ਚਲੀਆਂ ਜਾਂਦੀਆਂ ਆ, ਪਰ ਉਹ ਵਾਪਸ ਨਹੀਂ ਆਉਂਦੀਆਂ। ਅਸੀਂ ਬੇਸ਼ੱਕ ਤੌਬਾ ਕਰਕੇ ਦੁਬਾਰਾ ਖੜ ਜਾਈਏ, ਬੇਸ਼ੱਕ ਅਸੀਂ ਦੁਬਾਰਾ ਤੋਂ ਅਸੀਂ ਖੁਦਾ ਦਾ ਕੰਮ ਕਰਨ ਲੱਗ ਜਾਈਏ, ਪਰ ਜੋ ਚਲਿਆ ਗਿਆ ਨਾ ਉਹ ਵਾਪਸ ਨਹੀਂ ਆਣਾ ਸਾਡੀ ਗਲਤੀ ਦੇ ਕਰਕੇ। ਉਹ ਇਸੇ ਲਈ ਬਾਈਬਲ 'ਚ ਲਿਖਿਆ ਆ ਤਾਂ ਜੋ ਸਾਨੂੰ ਨਸੀਹਤ ਮਿਲੇ। ਹਾਲੇਲੂਇਆ, ਸਾਨੂੰ ਨਸੀਹਤ ਮਿਲੇ, ਸਾਨੂੰ ਸਿੱਖਣ ਨੂੰ ਮਿਲੇ। ਬੰਦਾ ਉਹੀ ਆ ਜਿਹੜਾ ਠੋਕਰ ਲੱਗਣ ਤੇ ਸੁਧਰ ਜਾਵੇ। ਜਿਹੜਾ ਬੰਦਾ ਉਹੀ ਸਹੀ ਆ ਔਰ ਤਰੱਕੀ ਕਰਦਾ ਜਿਹਨੂੰ ਇੱਕ ਵਾਰ ਠੋਕਰ ਲੱਗੀ ਆ ਜਿਸ ਕੰਮ ਤੋਂ, ਉਸ ਰਾਹ ਦੇ ਉੱਤੇ ਦੁਬਾਰਾ ਨਾ ਜਾਵੇ, ਉਹ ਕੰਮ ਨੂੰ ਦੁਬਾਰਾ ਨਾ ਕਰੇ। ਹਾਲੇਲੂਇਆ, ਉਹਨੂੰ ਅਸੀਂ ਸਿਆਣਾ ਬੰਦਾ ਕਹਿ ਸਕਦੇ ਆ, ਉਹਨੂੰ ਅਸੀਂ ਸਮਝਦਾਰ ਕਹਿ ਸਕਦੇ ਆ ਕਿ ਅਗਰ ਉਹ ਜਿਸ ਰਾਹ ਦੇ ਉੱਪਰ ਜਾ ਰਿਹਾ ਉਹਨੂੰ ਠੋਕਰ ਲੱਗੀ ਹੈ ਨਾ ਹਨੇਰੇ ਦੇ ਵਿੱਚ, ਅਗਲੇ ਦਿਨ ਹਨੇਰੇ 'ਚ ਉਹ ਉਸ ਰਾਹ ਦੇ ਉੱਤੇ ਨਹੀਂ ਜਾਊਗਾ। ਅਗਰ ਜਾਊਗਾ ਤੇ ਉਸ ਟਾਈਮ ਉਸ ਮੂਵਮੈਂਟ ਨੂੰ, ਉਸ ਜਗ੍ਹਾ ਨੂੰ ਯਾਦ ਰੱਖੇਗਾ ਕਿ ਮੈਨੂੰ ਇੱਥੋਂ ਠੋਕਰ ਲੱਗੀ ਸੀ। ਹਾਲੇਲੂਇਆ, ਰੋਜ਼ ਦਾ ਠੋਕਰ ਲੱਗਣਾ ਚੰਗੀ ਗੱਲ ਨਹੀਂ ਹੈ, ਰੋਜ਼ ਦਾ ਠੋਕਰ ਖਾਣਾ ਵੀ ਚੰਗੀ ਗੱਲ ਨਹੀਂ ਹੈ, ਰੋਜ਼ ਦਾ ਡਿੱਗਣਾ ਵੀ ਚੰਗੀ ਗੱਲ ਨਹੀਂ ਹੈ। ਇਹ ਮੇਰੀ ਗੱਲ ਯਾਦ ਰੱਖਣਾ, ਰੀਅਲ ਕ੍ਰਿਸਚਨ ਦੀਆਂ ਇਹ ਨਿਸ਼ਾਨੀਆਂ ਨਹੀਂ ਹੈ, ਸੱਚੇ ਮਸੀਹ ਦੀਆਂ ਇਹ ਆਦਤਾਂ ਨਹੀਂ ਹੈ। ਹਾਲੇਲੂਇਆ, ਬਾਰ-ਬਾਰ ਡਿੱਗਣਾ, ਬਾਰ-ਬਾਰ ਠੋਕਰ ਖਾਣਾ, ਬਾਰ-ਬਾਰ ਕਮਜ਼ੋਰ ਪੈਣਾ, ਬਾਰ-ਬਾਰ ਸ਼ੈਤਾਨ ਦੀ ਚਾਲ ਦੇ ਵਿੱਚ ਫਸਣਾ, ਬਾਰ-ਬਾਰ ਗੁੰਮਰਾਹ ਹੋਣਾ, ਇਹ ਇੱਕ ਸੱਚੇ ਮਸੀਹ ਦੀ ਇੱਕ ਨਿਸ਼ਾਨੀਆਂ ਨਹੀਂ ਹੈ। ਇਹ ਯਾਦ ਰੱਖਣਾ ਮੇਰੀ ਗੱਲ ਨੂੰ। ਬੰਦਾ ਉਹੀ ਆ ਜਿਹੜਾ ਇੱਕ ਵਾਰ ਠੋਕਰ ਲੱਗਣ ਤੋਂ ਸਿੱਖ ਲਵੇ ਔਰ ਦੁਬਾਰਾ ਤੋਂ ਉਹ ਕੰਮ ਨਾ ਕਰੇ, ਦੁਬਾਰਾ ਤੋਂ ਉਹ ਰਾਸਤੇ ਤੇ ਨਾ ਜਾਵੇ, ਦੁਬਾਰਾ ਤੋਂ ਉਹ ਉਸ ਤਰ੍ਹਾਂ ਦੇ ਅਜਿਹੇ ਵਰਤਾਵ ਨਾ ਕਰੇ, ਇਸ ਤਰ੍ਹਾਂ ਦੇ ਇਨਸਾਨ ਨੂੰ ਨਾ ਮਿਲੇ ਜਿਹਦੇ ਦੁਆਰਾ ਉਹਨੂੰ ਠੋਕਰ ਖਾਣ ਦਾ ਮੌਕਾ ਮਿਲਦਾ ਜਾਂ ਉਹਨੂੰ ਠੋਕਰ ਲੱਗਦੀ ਆ। ਹਾਲੇਲੂਇਆ, ਮੈਂ ਉਮੀਦ ਕਰਦਾ ਕਿ ਤੁਸੀਂ ਸਮਝ ਪਾਏ ਆ ਅੱਜ ਦੀ ਇਸ ਗੱਲ ਨੂੰ। ਮੋਜ਼ਿਸ ਦੀ ਗਲਤੀ ਤੋਂ ਅਸੀਂ ਸਿੱਖਦੇ ਹਾਂ। ਮੋਜ਼ਿਸ ਨੇ ਜਦੋਂ ਲੋਕਾਂ ਦੀਆਂ ਗੱਲਾਂ ਨੂੰ ਸੁਣਨਾ ਸ਼ੁਰੂ ਕੀਤਾ, ਮੈਂ ਤੁਹਾਨੂੰ ਦੱਸਦਾ ਸੰਡੇ ਦੇ ਕਲਾਮ ਦੇ ਵਿੱਚ ਵੀ ਮੈਂ ਦੱਸਿਆ ਸੀਗਾ ਔਰ ਮੈਨੂੰ ਜ਼ਰੂਰੀ ਲੱਗਾ ਕਿ ਮੈਂ ਤੁਹਾਨੂੰ ਅੱਜ ਦੇ ਕਲਾਮ ਦੇ ਵਿੱਚ ਵੀ ਦੱਸਾਂ। ਮੋਜ਼ਿਸ ਨੇ ਜਦੋਂ ਲੋਕਾਂ ਦੀਆਂ ਗੱਲਾਂ ਨੂੰ, ਜਦ ਲੋਕਾਂ ਦੇ ਰੌਲੇ ਨੂੰ ਜ਼ਿਆਦਾ ਸੁਣਨਾ ਸ਼ੁਰੂ ਕਰ ਦਿੱਤਾ, ਲੋਕਾਂ ਦੀਆਂ ਗੱਲਾਂ ਦੇ ਵੱਲ ਜਦੋਂ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਉਹੀ ਲੋਕ ਜਿਨ੍ਹਾਂ ਨੂੰ ਉਹ ਮਿਸਰ ਤੋਂ ਆਜ਼ਾਦ ਕਰਕੇ ਲੈ ਕੇ ਆਇਆ ਸੀਗਾ, ਜਦੋਂ ਉਹਨਾਂ ਦੀਆਂ ਗੱਲਾਂ ਨੂੰ, ਉਹਨਾਂ ਦੀ ਬੁੜਬੁੜਾਹਟ ਨੂੰ, ਉਹਨਾਂ ਦੇ ਰੌਲੇ ਨੂੰ ਜ਼ਿਆਦਾ ਸੁਣਨਾ ਸ਼ੁਰੂ ਕਰ ਦਿੱਤਾ ਤੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਨਹੀਂ ਪਾਇਆ, ਪਰਮੇਸ਼ਵਰ ਦੇ ਹੁਕਮ ਨੂੰ ਸੁਣ ਨਹੀਂ ਪਾਇਆ। ਹਾਲੇਲੂਇਆ, ਇਹ ਉਹੀ ਮੋਜ਼ਿਸ ਆ ਜਿਹੜਾ ਪਹਿਲਾਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦਾ ਸੀਗਾ ਕਿ ਪਰਮੇਸ਼ਵਰ ਕਹਿੰਦੇ ਸੀ ਮੋਜ਼ਿਸ ਏਦਾਂ ਕਰ ਤੇ ਉਹ ਉਦਾਂ ਹੀ ਕਰਦਾ ਸੀ। ਮੋਜ਼ਿਸ ਤੋਂ ਏਦਾਂ ਕਰ, ਉਹ ਏਦਾਂ ਹੀ ਕਰਦਾ ਸੀ। ਮੋਜ਼ਿਸ ਤੋਂ ਏਦਾਂ ਕਰ, ਮੋਜ਼ਿਸ ਉਦਾਂ ਹੀ ਕਰਦਾ ਸੀਗਾ। ਕਿਉਂ? ਕਿਉਂਕਿ ਉਦੋਂ ਲੋਕਾਂ ਦੀਆਂ ਆਵਾਜ਼ਾਂ ਦੇ ਵੱਲ, ਜ਼ਰਾ ਲੋਕਾਂ ਦੀ ਬੁੜਬੁੜਾਹਟ ਦੇ ਵੱਲ ਘੱਟ ਧਿਆਨ ਦਿੰਦਾ ਸੀ। ਪਰ ਜਦੋਂ ਉਹਨੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਉਹ ਫਿਰ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨ ਦੇ ਵਿੱਚ ਉਹਦੇ ਕੋਲੋਂ ਚੁੱਪ ਹੋ ਗਈ। ਜਦੋਂ ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਚਟਾਨ ਨੂੰ ਕਹਿ ਬੋਲ ਕਿ ਇਹ ਪਾਣੀ ਦੇਵੇ, ਤੇ ਬਾਈਬਲ ਕਹਿੰਦਾ ਉਹਨੇ ਲਾਠੀ ਮਾਰ ਦਿੱਤੀ, ਉਹਨੇ ਲਾਠੀ ਮਾਰ ਦਿੱਤੀ। ਪਾਣੀ ਬੇਸ਼ੱਕ ਨਿਕਲਿਆ ਲਾਠੀ ਮਾਰਨ ਦੇ ਨਾਲ ਵੀ, ਪਰ ਪਰਮੇਸ਼ਵਰ ਦੇ ਵਚਨ ਦੀ ਉਲੰਘਣਾ ਹੋ ਗਈ, ਹੁਕਮ ਦੀ ਉਲੰਘਣਾ ਹੋ ਗਈ, ਹੁਕਮ ਟੁੱਟ ਗਿਆ ਕਿ ਪਰਮੇਸ਼ਵਰ ਨੇ ਕਿਹਾ ਸੀ ਕਿ ਤੂੰ ਬੋਲ ਕਿ ਚਟਾਨ ਪਾਣੀ ਦੇ, ਤਾਂ ਉਹਨੇ ਤੈਨੂੰ ਪਾਣੀ ਦੇਣਾ ਸੀ। ਇੱਥੋਂ ਸਾਨੂੰ ਨਸੀਹਤ ਕੀ ਮਿਲਦੀ ਆ? ਅਗਰ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ, ਅਗਰ ਪਰਮੇਸ਼ਵਰ ਦੇ ਕੰਮ ਕਰਨੇ, ਅਗਰ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ, ਤੇ ਲੋਕਾਂ ਨੂੰ ਪ੍ਰਸੰਨ ਕਰਨਾ ਬੰਦ ਕਰ ਦਿਓ। ਦੋਨਾਂ ਦੇ ਵਿੱਚੋਂ ਇੱਕ ਨੂੰ ਹੀ ਤੁਸੀਂ ਪ੍ਰਸੰਨ ਕਰ ਸਕਦੇ ਆ, ਜਾਂ ਲੋਕਾਂ ਨੂੰ ਖੁਸ਼ ਕਰ ਸਕਦੇ ਆ ਜਾਂ ਆਪਣੇ ਪਰਮੇਸ਼ਵਰ ਨੂੰ ਖੁਸ਼ ਕਰ ਸਕਦੇ ਆ। ਹਾਲੇਲੂਇਆ, ਜਾਂ ਲੋਕਾਂ ਦੀ ਆਵਾਜ਼ ਸੁਣ ਸਕਦੇ ਆ, ਜਾਂ ਲੋਕਾਂ ਦਾ ਰੌਲਾ ਸੁਣ ਸਕਦੇ ਆ, ਜਾਂ ਪਰਮੇਸ਼ਵਰ ਦੀ ਆਵਾਜ਼ ਸੁਣ ਸਕਦੇ ਆ। ਦੋਨਾਂ ਦੇ ਵਿੱਚੋਂ ਇੱਕੋ ਹੀ ਕੰਮ ਹੋ ਸਕਦਾ ਆ। ਔਰ ਇਹ ਗੱਲਾਂ ਇਸੇ ਲਈ ਬਾਈਬਲ 'ਚ ਲਿਖੀਆਂ ਗਈਆਂ ਤਾਂ ਜੋ ਤੁਸੀਂ ਤੇ ਮੈਂ ਨਸੀਹਤ ਲਈਏ, ਤੁਸੀਂ ਤੇ ਮੈਂ ਸਿੱਖੀਏ, ਤੁਸੀਂ ਤੇ ਮੈਂ ਤਰੱਕੀ ਕਰੀਏ ਔਰ ਆਪਣੀ ਜ਼ਿੰਦਗੀ 'ਚ ਇਹਨਾਂ ਗੱਲਾਂ ਨੂੰ, ਗਲਤੀਆਂ ਨੂੰ ਨਾ ਆਣ ਦਈਏ। ਹਾਲੇਲੂਇਆ, ਉਮੀਦ ਕਰਦਾ ਹਾਂ ਕਿ ਤੁਸੀਂ ਸਮਝ ਪਾ ਰਹੇ ਆ ਅੱਜ ਦੇ ਵਚਨ। ਔਰ ਲਿਖਿਆ ਅੱਗੇ ਜਦੋਂ ਯੋਨਾ ਨਬੀ ਦੇ ਬਾਰੇ ਅਸੀਂ ਪੜ੍ਹਦੇ ਹਾਂ, ਬਾਈਬਲ ਕਹਿੰਦਾ ਨੀਨਵਾ ਦੇ ਲੋਕਾਂ ਦਾ ਪਾਪ ਦਾ ਰੌਲਾ ਜਿਹੜਾ ਪਰਮੇਸ਼ਵਰ ਤੱਕ ਪਹੁੰਚ ਗਿਆ, ਔਰ ਪਰਮੇਸ਼ਵਰ ਨੇ ਆਪਣੇ ਨਬੀ ਨੂੰ ਹੁਕਮ ਦਿੱਤਾ ਕਿ ਤੂੰ ਜਾ, ਨੀਨਵਾ ਨੂੰ ਜਾ ਔਰ ਉੱਥੇ ਲੋਕਾਂ ਨੂੰ ਦੱਸ ਕਿ ਤੁਹਾਡੇ ਪਾਪ ਦਾ ਰੌਲਾ ਮੇਰੇ ਤੱਕ ਪਹੁੰਚ ਗਿਆ ਹੈ।
ਤੇ ਬਾਈਬਲ ਕਹਿੰਦਾ ਉੱਥੋਂ ਦੇ ਲੋਕ ਇੰਨੇ ਹਾਠੀ ਹੋ ਗਏ ਸੀਗੇ, ਆਕੀ ਹੋ ਗਏ ਸੀਗੇ, ਮਤਲਬ ਯੋਨਾ ਡਰਿਆ ਉਹਨਾਂ ਲੋਕਾਂ ਤੋਂ, ਔਰ ਬਾਈਬਲ ਕਹਿੰਦਾ ਨੀਨਵਾ ਨੂੰ ਜਾਣ ਦੀ ਬਜਾਏ ਤਰਸ਼ੀਸ਼ ਨੂੰ ਚਲਾ ਗਿਆ। ਇਹ ਗਲਤੀ ਹੋਈ ਉਹ ਤੋਂ, ਔਰ ਇਸ ਲਈ ਬਾਈਬਲ ਦੇ ਵਿੱਚ ਦਰਜ ਹੈ ਤਾਂ ਜੋ ਅਸੀਂ ਇਹ ਗਲਤੀ ਨਾ ਕਰੀਏ। ਇਸ ਲਈ ਬਾਈਬਲ ਦੇ ਵਿੱਚ ਦਰਜ ਹੈ ਤਾਂ ਜੋ ਅਸੀਂ ਇਸ ਗੱਲ ਤੋਂ ਨਸੀਹਤ ਲਈਏ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮ ਨੂੰ ਛੱਡ ਕੇ ਆਪਣੀ ਮਰਜ਼ੀ ਕਰਾਂਗੇ ਤੇ ਅਸੀਂ ਦੁੱਖਾਂ ਦੇ ਵਿੱਚ ਪੈ ਜਾਵਾਂਗੇ। ਬਾਈਬਲ ਕਹਿੰਦਾ ਤਰਸ਼ੀਸ਼ ਨੂੰ ਤਾਂ ਗਿਆ, ਔਰ ਜਦੋਂ ਜਿਸ ਜਹਾਜ਼ ਦੇ ਵਿੱਚ ਉਹ ਬੈਠਾ ਲਹਿਰਾਂ ਹੋ ਗਈਆਂ, ਜ਼ਿਆਦਾ ਹੋ ਗਈਆਂ, ਸਮੁੰਦਰ ਦੇ ਵਿੱਚ ਤੂਫਾਨ ਆ ਗਿਆ, ਔਰ ਬਾਈਬਲ ਕਹਿੰਦਾ ਉਹਨਾਂ ਦੀ ਕਸ਼ਤੀ ਜਿਹੜੀ ਡਾਮਾਡੋਲ ਹੋ ਗਈ, ਟੁੱਟਣ ਲੱਗੀ, ਡਿੱਗਣ ਲੱਗੇ, ਉਹ ਮਰਨ ਦੇ ਤਦਾਰ ਦੇ ਉੱਤੇ ਸੀਗੇ। ਔਰ ਬਾਈਬਲ ਕਹਿੰਦਾ ਜਦੋਂ ਸਾਰਾ ਕੁਝ ਪਤਾ ਕਰਨ ਤੋਂ ਬਾਅਦ ਪਤਾ ਲੱਗਾ ਕਿ ਯੋਨਾ ਦੀ ਗਲਤੀ ਦੇ ਕਰਕੇ ਇਹ ਹੋਇਆ, ਔਰ ਬਾਈਬਲ ਕਹਿੰਦਾ ਲੋਕਾਂ ਨੇ ਸਮਾਨ ਵੀ, ਖਾਣ ਪੀਣ ਵਾਲਾ ਸਮਾਨ ਵੀ ਜਹਾਜ਼ ਤੋਂ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਫਿਰ ਯੋਨਾ ਨੇ ਕਿਹਾ ਇਦਾਂ ਨਾ ਕਰੋ, ਕਹਿੰਦਾ ਮੈਨੂੰ ਸੁੱਟੋ, ਕਹਿੰਦਾ ਸਮੁੰਦਰ ਦੇ ਵਿੱਚ, ਤੇ ਫਿਰ ਆਪੇ ਤੂਫਾਨ ਥੰਮ ਜਾਣਾ ਆ, ਕਿਉਂਕਿ ਯੋਨਾ ਜਾਣਦਾ ਸੀ ਇਹ ਮੇਰੀ ਗਲਤੀ ਦੇ ਕਰਕੇ ਹੋਇਆ ਹੈ। ਔਰ ਬਾਈਬਲ ਕਹਿੰਦਾ ਜਿੱਦਾਂ ਹੀ ਉਹਨੂੰ ਸਮੁੰਦਰ ਦੇ ਵਿੱਚ ਸੁੱਟਿਆ ਗਿਆ, ਔਰ ਸਮੁੰਦਰ ਸ਼ਾਂਤ ਹੋ ਗਿਆ, ਤੂਫਾਨ ਥੰਮ ਗਿਆ, ਔਰ ਮੱਛਲੀ ਨੇ ਉਹਨੂੰ ਨਿਗਲ ਲਿਆ, ਔਰ 3 ਦਿਨ ਮੱਛਲੀ ਦੇ ਢਿੱਡ ਦੇ ਵਿੱਚ ਰਿਹਾ ਉਹ। ਔਰ ਕਿੱਦਾਂ ਦਾ ਮੂਵਮੈਂਟ ਹੋਊਗਾ, ਤੁਸੀਂ ਅਗਰ ਇਮੇਜਿਨ ਕਰੋ, ਸਮਝ ਸਕਦੇ ਆ ਤੁਸੀਂ। ਇਹ ਦੁੱਖ ਉਹਦੀ ਜ਼ਿੰਦਗੀ 'ਚ ਕਿੱਦਾਂ ਆਇਆ, ਇਹ ਪਰੇਸ਼ਾਨੀ ਉਹਦੀ ਜ਼ਿੰਦਗੀ 'ਚ ਕਿੱਦਾਂ ਆਈ, ਜਦੋਂ ਨੇ ਪਰਮੇਸ਼ਵਰ ਦੇ ਹੁਕਮ ਨੂੰ ਨਹੀਂ ਮੰਨਿਆ। ਅੱਜ ਅਗਰ ਅਸੀਂ ਪਰਮੇਸ਼ਵਰ ਦੇ ਹੁਕਮ ਨੂੰ ਨਹੀਂ ਮੰਨਦੇ, ਕਿਉਂਕਿ ਬਾਈਬਲ ਕਹਿੰਦਾ ਦੁਆ ਕਰਨੀ ਜ਼ਰੂਰੀ ਆ, ਬਾਈਬਲ ਕਹਿੰਦਾ ਵਚਨ ਪੜ੍ਹਨਾ ਜ਼ਰੂਰੀ ਆ, ਬਾਈਬਲ ਕਹਿੰਦਾ ਭਲਾ ਕਰਨਾ ਜ਼ਰੂਰੀ ਆ, ਬਾਈਬਲ ਕਹਿੰਦਾ ਗਾਲਾਂ ਨਾ ਕੱਢੋ, ਬੁਰਾ ਨਾ ਦੇਖੋ, ਬੁਰਾ ਨਾ ਕਰੋ, ਬੁਰੀਆਂ ਸਰੀਰ ਦੀਆਂ ਇੱਛਾਵਾਂ ਨੂੰ ਪੂਰਾ ਨਾ ਕਰੋ। ਇਹ ਹੁਕਮ ਮਿਲੇ ਹੋਏ ਆ, ਇਹ ਖੁਦਾ ਦੀ ਆਵਾਜ਼ ਆ ਤੁਹਾਡੇ ਮੇਰੇ ਲਈ। ਪਰ ਜਦੋਂ ਅਸੀਂ ਇਹਨੂੰ ਪੂਰਾ ਨਹੀਂ ਕਰਦੇ ਆ ਤੇ ਅਸੀਂ ਪਰੇਸ਼ਾਨੀਆਂ ਦੇ ਵਿੱਚ ਘਿਰ ਜਾਂਦੇ ਆ। ਯੋਨਾ ਨਬੀ ਤੋਂ ਅਸੀਂ ਸਿੱਖਿਆ ਪ੍ਰਾਪਤ ਕਰਦੇ, ਨਸੀਹਤ ਲੈਂਦੇ ਆ ਕਿ ਜੇ ਉਹਨੇ ਖੁਦਾ ਦੀ ਗੱਲ ਨੂੰ ਨਹੀਂ ਮੰਨਿਆ ਤੇ ਕਿੰਨੇ ਦੁੱਖਾਂ ਦੇ ਵਿੱਚ ਗਿਆ ਉਹ, ਤੇ ਜੇ ਅਸੀਂ ਵੀ ਉਦਾਂ ਖੁਦਾ ਦੀ ਗੱਲ ਨੂੰ ਨਹੀਂ ਮੰਨਾਂਗੇ ਤੇ ਦੁੱਖ ਸਾਡੀ ਜ਼ਿੰਦਗੀ 'ਚ ਵੀ ਆਏ ਖੜੇ। ਹਾਲੇਲੂਇਆ। ਬਾਈਬਲ ਕਹਿੰਦਾ ਸ਼ੈਤਾਨ ਬੂਹੇ ਤੇ ਖੜਾ ਆ, ਸ਼ਹਿਰ ਦੇ ਵਿੱਚ ਹੀ ਖੜਾ ਆ ਕਿ ਕਦੋਂ ਤੁਸੀਂ ਮੌਕਾ ਦਿਓ ਤੇ ਤੁਹਾਨੂੰ ਪਾੜ ਖਾਵੇ। ਹਾਲੇਲੂਇਆ। ਕਾਇਨ ਨੇ ਜਦੋਂ ਪਰਮੇਸ਼ਵਰ ਨੇ ਕਿਹਾ ਕਿ ਜਦੋਂ ਭਲਾ ਕਰਦਾ ਤੇ ਤੇਰਾ ਮੂੰਹ ਤਾਂ ਨਾ ਕੀਤਾ ਜਾਂਦਾ, ਜਦੋਂ ਦੀ ਭੇਂਟ ਸਵੀਕਾਰ ਨਹੀਂ ਕੀਤੀ ਕਿ ਕ੍ਰੋਧਿਤ ਹੋ ਗਿਆ। ਪਰਮੇਸ਼ਵਰ ਕਹਿੰਦਾ ਜਦੋਂ ਭਲਾ ਕਰਦਾ ਤੇਰਾ ਮੂੰਹ ਉੱਪਰ ਨਾ ਕੀਤਾ ਜਾਂਦਾ, ਉਹ ਤਾਂ ਨਾ ਹੁੰਦਾ, ਪਰ ਕਹਿੰਦਾ ਧਿਆਨ ਰੱਖ, ਕਹਿੰਦਾ ਪਾਪ ਬੂਹੇ 'ਚ ਹੀ ਆ, ਸ਼ੈਤਾਨ ਬੂਹੇ 'ਚ ਹੀ ਆ ਕਿ ਕਦੋਂ ਤੁਸੀਂ ਮੌਕਾ ਦਿਓ ਤੇ ਤੁਹਾਨੂੰ ਪਾੜ ਖਾਵੇ। ਇਹ ਸਾਡੇ ਲਈ ਨਸੀਹਤ ਆ। ਉਹਨੇ ਮੌਕਾ ਦੇ ਦਿੱਤਾ, ਮੌਕਾ ਦੇ ਦਿੱਤਾ ਉਹਨੇ, ਉਹਦਾ ਕ੍ਰੋਧ ਹੋਰ ਜ਼ਿਆਦਾ ਵੱਧ ਗਿਆ, ਔਰ ਉਹਨੇ ਆਪਣੇ ਭਰਾ ਨੂੰ ਮਾਰ ਦਿੱਤਾ, ਜਾਨੋਂ ਮਾਰ ਦਿੱਤਾ, ਹਾਬਲ ਨੂੰ। ਹਾਲੇਲੂਇਆ। ਜਦੋਂ ਅਸੀਂ ਮੌਕਾ ਦਵਾਂਗੇ, ਇਹ ਇਸੇ ਲਈ ਬਾਈਬਲ 'ਚ ਲਿਖਿਆ ਗਿਆ ਕਿ ਅਸੀਂ ਨਸੀਹਤ ਪਾਈਏ, ਅਸੀਂ ਸਿੱਖੀਏ, ਦੇਖਣਾ ਅਸੀਂ ਸਾਨੂੰ ਠੋਕਰ ਕਿੱਥੇ ਲੱਗਦੀ ਹੈ, ਦੇਖਣਾ ਅਸੀਂ ਡਿੱਗਦੇ ਕਿੱਥੇ ਆ। ਹਾਲੇਲੂਇਆ। ਮੇਰਾ ਵਿਸ਼ਵਾਸ ਹੈ ਕਿ ਪਵਿੱਤਰ ਆਤਮਾ ਤੁਹਾਡੇ ਹਿਰਦਿਆਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੌਕ ਕਰ ਦੇਵੇ ਤਾਂ ਜੋ ਤੁਸੀਂ ਸਮਝੋ ਅੱਜ ਦੇ ਵਚਨ ਨੂੰ ਅੱਛੇ ਰੀਤੀ ਦੇ ਨਾਲ, ਔਰ ਆਪਣੀ ਜ਼ਿੰਦਗੀ 'ਚ ਅਪਲਾਈ ਕਰੋ, ਔਰ ਆਪਣੀ ਜ਼ਿੰਦਗੀ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਓ। ਹਾਲੇਲੂਇਆ। ਨਸੀਹਤ ਲੈਣੀ ਅਸੀਂ ਬਾਈਬਲ ਦੇ ਸ਼ਬਦ, ਬਾਈਬਲ ਦੇ ਵਿੱਚ ਇਹੀ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਸੀਹਤ ਦੇ ਲਈ, ਨਸੀਹਤ ਦੇ ਤੌਰ ਤੇ ਸਾਨੂੰ ਦਿੱਤੀਆਂ ਗਈਆਂ। ਪਰ ਜੇ ਅਸੀਂ ਫਿਰ ਵੀ ਨਾ ਲਈਏ ਤੇ ਸਾਡੇ ਤੋਂ ਵੱਡਾ ਨਾਦਾਨ ਪਰਸਨ ਕੋਈ ਨਹੀਂ। ਫਿਰ ਅਸੀਂ ਤਰੱਕੀ ਨਹੀਂ ਕਰ ਸਕਦੇ ਜੇ ਅਸੀਂ ਵਚਨ ਨੂੰ ਅਣਸੁਣਿਆ ਕਰਾਂਗੇ, ਜਿੱਦਾਂ ਇਹਨਾਂ ਲੋਕਾਂ ਨੇ ਅਣਸੁਣਿਆ ਕੀਤਾ ਖੁਦਾ ਦੀ ਆਵਾਜ਼ ਨੂੰ, ਖੁਦਾ ਦੇ ਵਚਨ ਨੂੰ, ਔਰ ਤਰੱਕੀ ਨਹੀਂ ਕਰ ਪਾਏ। ਮੋਜ਼ਿਸ ਕਨਾਨ ਦੇਸ਼ ਤੱਕ ਨਹੀਂ ਪਹੁੰਚ ਪਾਇਆ। ਹਾਲੇਲੂਇਆ। ਔਰ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਹਾਂ ਐਗਜ਼ਾਮਪਲ ਇੱਕ ਦਾਊਦ ਦੀ ਗਲਤੀ ਕੀ ਹੋਈ ਸੀਗੀ। ਜਦੋਂ ਉਹਨੇ ਬੈਤਸ਼ਬਾ ਨੂੰ ਨਹਾਉਂਦੇ ਹੋਏ ਦੇਖ ਲਿਆ ਛੱਤ ਤੇ ਜਦੋਂ ਗਿਆ ਉਹ, ਔਰ ਉਹਨੂੰ ਆਪਣੀ ਪਤਨੀ ਬਣਾਉਣ ਦੇ ਲਈ ਉਹਨੇ ਉਹਦੇ ਹਸਬੈਂਡ ਨੂੰ ਮਰਵਾ ਦਿੱਤਾ। ਇਹ ਉਹਦੇ ਕੋਲੋਂ ਗਲਤੀ ਹੋਈ, ਔਰ ਇਸੇ ਲਈ ਬਾਈਬਲ ਦੇ ਵਿੱਚ ਲਿਖਿਆ ਗਿਆ ਤਾਂ ਜੋ ਅਸੀਂ ਨਸੀਹਤ ਪਾਈਏ, ਅਸੀਂ ਨਸੀਹਤ ਪਾਈਏ। ਜੋ ਕੰਮ ਉਹਨਾਂ ਨੇ ਕੀਤੇ ਆ ਉਹਨੂੰ ਅਸੀਂ ਦੁਬਾਰਾ ਨਾ ਕਰੀਏ। ਔਰ ਦਾਊਦ ਨੇ ਨਸੀਹਤ ਪਾਈ ਜਦੋਂ ਉਹਦੇ ਕੋਲੋਂ ਖੁਦਾ ਦਾ ਰੂਹ ਚਲਾ ਗਿਆ, ਔਰ ਜਦੋਂ ਨਬੀ ਨੇ ਆ ਕੇ ਉਹਨੂੰ ਦੱਸਿਆ ਕਿ ਤੂੰ ਮਰਨਯੋਗ ਕੰਮ ਕੀਤਾ ਹੈ, ਉਸ ਔਰਤ ਤੋਂ ਜੋ ਬੱਚਾ ਪੈਦਾ ਹੋਇਆ ਉਹ ਜਿਉਂਦਾ ਨਹੀਂ ਰਿਹਾ। ਬਾਈਬਲ ਕਹਿੰਦਾ ਉਹ ਮਰ ਗਿਆ। ਨਬੀ ਨੇ ਆਖ ਦਿੱਤਾ ਕਿ ਇਹ ਬੱਚੇ ਦੇ ਪ੍ਰਾਣ ਜਿਹੜੇ ਆ ਚਲੇ ਜਾਣੇ ਆ, ਇਹਨੇ ਜਿਉਂਦਾ ਨਹੀਂ ਰਹਿਣਾ ਆ। ਔਰ ਉਸ ਤੋਂ ਬਾਅਦ ਦਾਊਦ ਨੇ ਨਸੀਹਤ ਲਈ, ਔਰ ਬਾਈਬਲ ਕਹਿੰਦਾ ਜਦੋਂ ਬਿਰਧ ਅਵਸਥਾ ਦੇ ਵਿੱਚ ਆਇਆ ਦਾਊਦ,
ਔਰ ਉਹਨੂੰ ਕੰਬਣੀ ਦੇ ਨਾਲ ਬੁਖਾਰ ਚੜਿਆ, ਜਦੋਂ ਤਾਪ ਚੜਿਆ, ਉਹਨੂੰ ਠੰਡ ਲੱਗਦੀ ਪਈ ਸੀ। ਤੇ ਜਿਹੜੇ ਉਹਦੇ ਟਹਿਲੂਏ ਸੀਗੇ ਉਹ ਕਹਿੰਦੇ ਇੱਕ ਲੜਕੀ ਨੂੰ ਲੈ ਕੇ ਆਨੇ, ਜਵਾਨ ਲੜਕੀ ਨੂੰ, ਔਰ ਜਿਹੜੀ ਕਿ ਰਾਜੇ ਦੇ ਨਾਲ ਯਾਨੀ ਕਿ ਦਾਊਦ ਦੇ ਨਾਲ ਲੇਟੇ ਤੇ ਉਹਨੂੰ ਗਰਮੀ ਦਵੇ, ਉਹਨੂੰ ਗਰਮੈਸ਼ ਦਵੇ, ਤਾਂ ਜੋ ਉਹਦੀ ਜਿਹੜੀ ਕੰਬਣੀ ਆ ਠੀਕ ਹੋਵੇ, ਉਹਦਾ ਫੀਵਰ ਠੀਕ ਹੋ ਜਾਵੇ। ਔਰ ਬਾਈਬਲ ਕਹਿੰਦਾ ਦਾਊਦ ਨੇ ਮਨਾ ਕਰ ਦਿੱਤਾ। ਹਾਲੇਲੂਇਆ। ਇਸ ਤਰ੍ਹਾਂ ਦੀ ਨਸੀਹਤ ਸਾਡੀ ਜ਼ਿੰਦਗੀ ਦੇ ਵਿੱਚ ਹੋਣੀ ਚਾਹੀਦੀਆਂ ਆ ਕਿ ਅਸੀਂ ਵੀ ਮਨਾ ਕਰਨ ਵਾਲੇ ਬਣ ਜਾਈਏ। ਅਸੀਂ ਇਨਸਾਨ ਨੂੰ ਖੁਸ਼ ਕਰਨ ਵਾਲੇ ਨਾ ਬਣੀਏ। ਜਿੱਥੇ ਮਨਾ ਕਰਨਾ ਤੇ ਉੱਥੇ ਮਨਾ ਕਰਨ ਵਾਲੇ ਬਣੀਏ। ਹਾਲੇਲੂਇਆ। ਇਹ ਨਹੀਂ ਹੈ ਕਿ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਕੋਈ ਰਿਸ਼ਤਾ ਇਸ ਤਰ੍ਹਾਂ ਦਾ ਆ ਤੁਹਾਡਾ ਕਿ ਉਹ ਤੁਹਾਨੂੰ ਕਵੇ ਕਿ ਚੱਲ ਦਾਰੂ ਪੀ ਲਈਏ ਜਾਂ ਠੇਕੇ ਤੇ ਚਲੀਏ, ਤੇ ਤੁਸੀਂ ਕਹੋ ਕਿ ਉਹ ਮੈਂ ਮਨਾ ਕਿੱਦਾਂ ਕਰਾਂ, ਸਾਡਾ ਸਬੰਧ ਉੱਦਾਂ ਦਾ ਜਾਂ ਰਿਸ਼ਤਾ ਉੱਦਾਂ ਦਾ ਆ। ਨਹੀਂ, ਇਨਸਾਨ ਨੂੰ ਖੁਸ਼ ਨਹੀਂ ਕਰਨਾ, ਜਾਂ ਕੋਈ ਹਾਸਾ ਮਜ਼ਾਕ ਛੱਠਾ ਕਰਦਾ ਪਿਆ ਆ, ਉੱਥੇ ਤੁਸੀਂ ਮਨਾ ਕਰਨਾ ਹੈ। ਜਿੱਥੇ ਮਨਾ ਕਰਨਾ ਉੱਥੇ ਮਨਾ ਹੀ ਕਰਨਾ ਹੈ। ਤੁਸੀਂ ਇਨਸਾਨ ਨੂੰ ਖੁਸ਼ ਨਹੀਂ ਕਰਨਾ, ਤੁਸੀਂ ਪਰਮੇਸ਼ਵਰ ਨੂੰ ਖੁਸ਼ ਕਰਨਾ ਹੈ। ਇਹ ਮੇਰੀ ਗੱਲ ਨੂੰ ਯਾਦ ਰੱਖਣਾ। ਨਸੀਹਤ ਲੈਣੀ ਆ। ਦਾਊਦ ਨੇ ਮਨਾ ਕਰ ਦਿੱਤਾ ਕਿਉਂਕਿ ਉਹਨੇ ਨਸੀਹਤ ਲੈ ਲਈ ਆਪਣੀ ਪਹਿਲੀ ਗਲਤੀ ਤੋਂ, ਆਪਣੇ ਪਹਿਲੇ ਪਾਪ ਤੋਂ, ਆਪਣੀ ਪਹਿਲੇ ਵਚਨ ਦੀ ਉਲੰਘਣਾ ਤੋਂ। ਉਹਨੇ ਨਸੀਹਤ ਲਈ ਔਰ ਸਿੱਖਿਆ, ਉਹਨੇ ਦੁਬਾਰਾ ਉਸ ਚੀਜ਼ ਨੂੰ ਦੁਹਰਾਇਆ ਨਹੀਂ। ਕਿਉਂਕਿ ਸ਼ੈਤਾਨ ਦੀਆਂ ਜੜੀਆਂ ਚਾਲਾਂ, ਸ਼ੈਤਾਨ ਦੇ ਪਲਾਨ, ਸ਼ੈਤਾਨ ਦੇ ਅੰਗ ਇਦਾਂ ਦੇ ਆ ਜਿਹੜੇ ਬਾਰ-ਬਾਰ ਰਿਪੀਟ ਹੁੰਦੇ ਆ। ਸ਼ੈਤਾਨ ਤੁਹਾਡੇ ਕੋਲ ਇੱਕ ਵਾਰੀ ਨਸ਼ਾ ਕਰਾ ਕੇ ਮਤਲਬ ਛੱਡ ਨਹੀਂ ਦਿੰਦਾ। ਸ਼ੈਤਾਨ ਨੇ ਹੋਰ ਵੀ ਲੋਕਾਂ ਨੂੰ ਗੁੰਮਰਾਹ ਕਰਨਾ ਆ। ਉਹਨੇ ਤੁਹਾਨੂੰ ਆਦਤ ਪਾ ਦੇਣੀ। ਉਹਦੇ ਕੰਮ ਇਦਾਂ ਦੇ ਆ ਕਿ ਉਹ ਤੁਹਾਨੂੰ ਆਦਤ ਪਾ ਦਿੰਦਾ, ਐਡਿਕਟਡ ਕਰ ਦਿੰਦਾ ਤੁਹਾਨੂੰ। ਚਾਹੇ ਉਹ ਨਸ਼ਾ ਆ, ਚਾਹੇ ਵਿਚਾਰ ਆ, ਚਾਹੇ ਬੁਰਾ ਦੇਖਣਾ, ਬੁਰਾ ਬੋਲਣਾ ਆ, ਚਾਹੇ ਬੁਰਾ ਕਰਨਾ ਆ। ਉਹਨੇ ਤੁਹਾਨੂੰ ਆਦੀ ਬਣਾ ਦੇਣਾ ਆ। ਮੁੜ ਕੇ ਤੁਹਾਨੂੰ ਛੱਡ ਕੇ ਕਿਤੇ ਹੋਰ ਬੰਦੇ ਨੂੰ ਗੁੰਮਰਾਹ ਕਰਨ ਦੇ ਲਈ ਉਹਨੇ ਚਲੇ ਜਾਣਾ ਆ। ਔਰ ਤੁਸੀਂ ਉਹਦਾ ਕੰਮ ਕਰ ਰਹੇ ਆ ਬੜੇ ਆਰਾਮ ਦੇ ਨਾਲ। ਨਸ਼ਾ ਕਰ ਰਹੇ ਆ, ਪਾਪ ਕਰ ਰਹੇ ਆ, ਬੁਰਾਈ ਕਰ ਰਹੇ ਆ, ਪਰ ਸਿੱਖ ਨਹੀਂ ਰਹੇ, ਨਸੀਹਤ ਨਹੀਂ ਲੈ ਰਹੇ ਆ। ਹਾਲੇਲੂਇਆ। ਤੁਹਾਨੂੰ ਸਿੱਖਣਾ ਆ, ਤੁਸੀਂ ਨਸੀਹਤ ਲੈਣੀ ਆ ਕਿ ਦੁਬਾਰਾ ਤੋਂ ਖੜੇ ਹੋਣਾ, ਦੁਬਾਰਾ ਤੋਂ ਉਹ ਚੀਜ਼ ਹਾਸਲ ਨਹੀਂ ਹੋਣੀ ਜਿਹੜੀ ਡਿੱਗਣ ਦੇ ਨਾਲ ਚਲੀ ਗਈ ਸੀ ਸਾਡੇ ਤੋਂ। ਜਿਸ ਤਰ੍ਹਾਂ ਇੱਕ ਕੱਚ ਦਾ ਬਰਤਨ ਆ, ਡਿੱਗ ਗਿਆ ਨਾ, ਉਹ ਇਕੱਠਾ ਤਾਂ ਕੀਤਾ ਜਾ ਸਕਦਾ ਪਰ ਉਹ ਜੋੜਿਆ ਨਹੀਂ ਜਾ ਸਕਦਾ। ਮੇਰੀ ਗੱਲ ਯਾਦ ਰੱਖਣਾ। ਇਸੇ ਰੀਤੀ ਦੇ ਨਾਲ ਜਦੋਂ ਤੁਸੀਂ ਆਤਮਿਕਤਾ ਦੇ ਵਿੱਚ ਪਾਪ ਕਰਨ ਦੇ ਦੌਰਾਨ ਡਿੱਗਦੇ ਆ ਨਾ, ਤੁਸੀਂ ਖੜੇ ਤਾਂ ਹੋ ਜਾਓਗੇ ਪਰ ਦੁਬਾਰਾ ਤੋਂ ਉਸ ਰੀਤੀ ਦੇ ਨਾਲ ਜੁੜ ਨਹੀਂ ਪਾਓਗੇ, ਉਸ ਰੀਤੀ ਦੇ ਨਾਲ ਮਜ਼ਬੂਤ ਨਹੀਂ ਹੋ ਪਾਓਗੇ। ਹਾਲੇਲੂਇਆ। ਅਗਰ ਕੋਈ ਚੀਜ਼ ਇਸ ਤਰ੍ਹਾਂ ਦੀ ਆ, ਅਗਰ ਉਚਾਈ ਤੋਂ ਗਿਰਦੀ ਆ, ਟੁੱਟਦੀ ਵੀ ਨਹੀਂ ਆ, ਪਰ ਉਹਦੇ ਤੇ ਡੈਂਟ ਪੈ ਸਕਦਾ ਆ। ਤੁਸੀਂ ਅਗਰ ਬਾਈਕ ਐਕਸੀਡੈਂਟ ਦੇਖੇ ਹੋਣਗੇ, ਕਾਰ ਐਕਸੀਡੈਂਟ ਦੇਖੇ ਹੋਣਗੇ, ਜਾਨ ਬਚ ਜਾਂਦੀ ਹੈ, ਲੇਕਿਨ ਜੋ ਸਕ੍ਰੈਚ ਪੈ ਜਾਂਦੇ, ਜੋ ਡੈਂਟ ਪੈ ਜਾਂਦੇ ਆ, ਉਹ ਦੁਬਾਰਾ ਤੋਂ ਉਹ ਚੀਜ਼ ਬਣਦੀ ਨਹੀਂ ਆ, ਚਾਹੇ ਆਪਾਂ ਜਿੰਨੀ ਮਰਜ਼ੀ ਰਿਪੇਅਰ ਕਰਾ ਲਈਏ। ਇਸੇ ਰੀਤੀ ਦੇ ਨਾਲ ਅਗਰ ਤੁਸੀਂ ਆਤਮਿਕ ਤੌਰ ਤੇ ਦੇਖੋ, ਤੁਸੀਂ ਦੁਬਾਰਾ ਤੋਂ ਖੜੇ ਤਾਂ ਹੋ ਜਾਓਗੇ, ਬਟ ਉਹ ਜੋ ਚੀਜ਼ ਤੁਹਾਡੇ ਕੋਲੋਂ ਪਹਿਲਾਂ ਸੀ ਉਹ ਚੀਜ਼ ਨਹੀਂ ਬਣ ਪਾਣੀ। ਮੇਰੀ ਗੱਲ ਯਾਦ ਰੱਖਣਾ। ਇਸ ਕਰਕੇ ਬਾਰ-ਬਾਰ ਡਿੱਗਣਾ ਬੰਦ ਕਰ ਦਿਓ, ਬਾਰ-ਬਾਰ ਪਾਪ ਕਰਨਾ ਬੰਦ ਕਰ ਦਿਓ, ਬਾਰ-ਬਾਰ ਗਲਤ ਕੰਮ ਕਰਨਾ ਬੰਦ ਕਰ ਦਿਓ। ਕਿ ਗੁੱਸਾ ਆਂਦਾ, ਦੁਆ ਕਰੋ। ਅਗਰ ਲੜਾਈ ਝਗੜੇ ਦੇ ਹਾਲਾਤ ਪੈਦਾ ਹੁੰਦੇ ਤੇ ਦੁਆ ਕਰੋ, ਠੇਕੇ ਤੇ ਨਾ ਜਾਓ। ਸ਼ਰਾਬ ਦਾ ਸਹਾਰਾ ਨਾ ਲਓ, ਨਸ਼ੇ ਦਾ ਸਹਾਰਾ ਨਾ ਲਓ। ਅਗਰ ਤੰਗੀ ਆ, ਪਰੇਸ਼ਾਨੀ ਆ, ਤੇ ਗਲਤ ਡਿਸੀਜ਼ਨ ਨਹੀਂ ਲੈਣੇ ਆ, ਅੱਛੇ ਡਿਸੀਜ਼ਨ ਲਓ। ਗੁੱਸੇ ਦੇ ਵਿੱਚ ਅਗਰ ਤੁਸੀਂ ਜ਼ਿਆਦਾ ਬੁੜਬੁੜਾ ਰਹੇ ਆ ਤੇ ਗੁੱਸੇ ਦੇ ਵਿੱਚ ਚੁੱਪ ਰਹਿਣਾ ਤੁਹਾਡੇ ਲਈ ਭਲਾ ਆ। ਹਾਲੇਲੂਇਆ। ਤੁਸੀਂ ਬੋਲਾਂ ਦੇ ਦੁਆਰਾ ਪਾਪ ਨਹੀਂ ਕਰੋਗੇ। ਬਾਈਬਲ ਕਹਿੰਦਾ ਅਯੂਬ ਨੇ ਇਹ ਕਹਿ ਕੇ ਕਿ ਆਪਣੀ ਵਾਈਫ ਨੂੰ ਕਿ ਪਰਮੇਸ਼ਵਰ ਨੇ ਦਿੱਤਾ ਤੇ ਪਰਮੇਸ਼ਵਰ ਨੇ ਲੈ ਲਿਆ ਆ। ਕਹਿੰਦਾ ਚੰਗੀਆਂ ਚੰਗੀਆਂ ਗੱਲਾਂ ਪਰਮੇਸ਼ਵਰ ਤੋਂ ਲੈ ਲਈਏ, ਜੇ ਉਹ ਮਾੜਾ ਦਵੇ ਤਾਂ ਅਸੀਂ ਲਈਏ ਨਾ, ਉਹਨੂੰ ਫਟਕਾਰੀਏ। ਕਹਿੰਦਾ ਤੂੰ ਤਾਂ ਝੱਲੀਆਂ ਜਨਾਨੀਆਂ ਜਿੱਦਾਂ ਬੋਲਦੀਆਂ, ਕਹਿੰਦਾ ਉਦਾਂ ਤੂੰ ਬੋਲਦੀਆਂ। ਬਾਈਬਲ ਕਹਿੰਦਾ ਏਦਾਂ ਕਹਿ ਕੇ ਅਯੂਬ ਨੇ ਆਪਣੇ ਮੂੰਹ ਤੋਂ ਪਾਪ ਨਹੀਂ ਕੀਤਾ। ਹਾਲੇਲੂਇਆ। ਇਹ ਨਸੀਹਤ ਆ ਸਾਡੇ ਲਈ, ਅਸੀਂ ਵੀ ਸਿੱਖਣਾ ਆ। ਅਸੀਂ ਠੋਕਰ ਨਹੀਂ ਖਾਣੀ ਕਿ ਜਦੋਂ ਅਸੀਂ ਗੁੱਸੇ ਦੇ ਵਿੱਚ ਆ ਜਾਈਏ ਜਾਂ ਸਾਡਾ ਬਹੁਤ ਵੱਡਾ ਲੋਸ ਹੋ ਜਾਵੇ ਤਾਂ ਉਦੋਂ ਅਸੀਂ ਪਰਮੇਸ਼ਵਰ ਨੂੰ ਤਾਨੇ ਮਾਰਨੇ ਸ਼ੁਰੂ ਕਰ ਦਈਏ। ਨਹੀਂ, ਕਿਉਂਕਿ ਏਦਾਂ ਹੀ ਪਰਮੇਸ਼ਵਰ ਦੇਖਦਾ ਆ ਪਰਸਨ ਨੂੰ, ਏਦਾਂ ਪਰਮੇਸ਼ਵਰ ਬੰਦੇ ਦਾ ਦਿਲ ਦੇਖਦਾ ਹੈ, ਏਦਾਂ ਪਰਮੇਸ਼ਵਰ ਬੰਦੇ ਦੀ ਜ਼ਿੰਦਗੀ ਨੂੰ ਜਾਂਚਦਾ ਹੈ
कि मैं दे तां रिहा ਇਹਨੂੰ ਚੰਗਾ ਚੰਗਾ, ਅੱਛਾ ਅੱਛਾ ਮਿਲ ਤਾਂ ਰਿਹਾ ਇਹਨੂੰ, ਬੜਾ ਧੰਨਵਾਦ ਕਰਦਾ, ਬੜੇ ਰੋਜੇ ਰੱਖਦਾ ਆ, ਬੜਾ ਰੋਜੇ ਰੱਖਦੀ ਆ, ਬੜੀ ਦੁਆ ਕਰਦੀ ਆ, ਬੜੇ ਗਵਾਹ ਬਣਦੀ ਆ, ਪਿੰਡਾਂ 'ਚ ਜਾ ਕੇ ਦੱਸਦੀ ਆ, ਰਿਸ਼ਤੇਦਾਰੀ 'ਚ ਜਾ ਕੇ ਦੱਸਦਾ ਆ, ਗਵਾਹੀ ਕਰਦੇ ਆ, ਗਵਾਹੀ ਦਿੰਦੇ ਆ। ਪਰ ਮੈਂ ਹੁਣ ਜਿਹੜਾ ਥੋੜਾ ਜਿਹਾ ਹੱਥ ਚੱਕ ਕੇ ਦੇਖਾਂ ਤੇ ਹੁਣ ਉਹੀ ਜੋਸ਼ ਆ, ਉਹੀ ਸ਼ਬਦ ਆ, ਉਹੀ ਗੱਲਾਂ ਆ। ਪਰਮੇਸ਼ਵਰ ਜਾਂਚਦਾ, ਪਰਮੇਸ਼ਵਰ ਦੇਖਦਾ ਆ। ਔਰ ਫਿਰ ਤੁਹਾਡੇ ਸ਼ਬਦ ਕਿਹੜੇ ਹੁੰਦੇ ਆ, ਫਿਰ ਉਹ ਰਿਸ਼ਤੇਦਾਰਾਂ 'ਚ ਜਿਹੜੇ ਤੁਸੀਂ ਗਵਾਹ ਪਹਿਲਾਂ ਬਣੇ ਹੁੰਦੇ, ਉਹ ਫਿਰ ਗਵਾਹ ਤੁਸੀਂ ਬਣਦੇ ਕਿ ਨਹੀਂ ਬਣਦੇ, ਪਰਮੇਸ਼ਵਰ ਚੈੱਕ ਕਰਦੇ ਆ, ਪਰਮੇਸ਼ਵਰ ਦੇਖਦੇ ਆ। ਹਾਲੇਲੂਇਆ। ਇਸ ਕਰਕੇ ਅਸੀਂ ਵੀ ਬੋਲਾਂ ਦੇ ਦੁਆਰਾ ਪਾਪ ਨਹੀਂ ਕਰਨਾ, ਜਿਸ ਤਰ੍ਹਾਂ ਅਯੂਬ ਨੇ ਪਾਪ ਨਹੀਂ ਕੀਤਾ ਬੋਲਾਂ ਦੇ ਦੁਆਰਾ। ਮੇਰੀ ਗੱਲ ਯਾਦ ਰੱਖਣਾ, ਇਹ ਬਾਈਬਲ ਦੇ ਵਿੱਚ ਸਾਡੇ ਲਈ ਨਸੀਹਤ ਦੇ ਤੌਰ ਤੇ ਲਿਖੀਆਂ ਗਈਆਂ ਆ ਕਿ ਜੋ ਕੰਮ ਇਹਨਾਂ ਨੇ, ਜੋ ਗਲਤੀਆਂ, ਜੋ ਇਗਨੋਰੈਂਸ ਖੁਦਾਵੰਦ ਦੀ ਆਵਾਜ਼ ਦੀ ਕੀਤੀ ਆ, ਅਸੀਂ ਨਾ ਕਰੀਏ। ਕਿਉਂਕਿ ਜੋ ਰਿਜ਼ਲਟ ਉਹਨਾਂ ਨੂੰ ਭੋਗਣਾ ਪਿਆ, ਉਹ ਤੋਂ ਜ਼ਿਆਦਾ ਸਾਨੂੰ ਭੋਗਣਾ ਪੈ ਸਕਦਾ, ਕਿਉਂਕਿ ਉਹਨਾਂ ਦੇ ਕੋਲੋਂ ਲਿਖਿਆ ਹੋਇਆ ਨਹੀਂ ਸੀ, ਸਾਡੇ ਕੋਲੋਂ ਲਿਖਿਆ ਹੋਇਆ ਆ। ਉਹਨਾਂ ਦੇ ਕੋਲੋਂ ਨਸੀਹਤ ਦੇ ਲਈ ਕੋਈ ਹੋਰ ਗੱਲ ਨਹੀਂ ਸੀ, ਪੜ੍ਹਨ ਦੇ ਲਈ, ਦੇਖਣ ਦੇ ਲਈ। ਸਾਡੇ ਕੋਲੋਂ ਦੇਖਣ ਦੇ ਲਈ ਵੀ ਆ, ਸਾਡੇ ਕੋਲੋਂ ਪੜ੍ਹਨ ਦੇ ਲਈ ਵੀ ਆ। ਬੋਲੋ ਹਾਲੇਲੂਇਆ। ਜੋ ਉਹਨਾਂ ਨੂੰ ਰਿਜ਼ਲਟ ਮਿਲਿਆ, ਸਾਨੂੰ ਉਹ ਤੋਂ ਜ਼ਿਆਦਾ ਮਿਲਣਾ, ਕਿਉਂਕਿ ਅਣਜਾਣਪੁਣੇ ਦੇ ਵਿੱਚ ਕੀਤੇ ਗੁਨਾਹ ਦੀ ਮਾਫੀ ਆ, ਪਰ ਜਾਣ ਬੁੱਝ ਕੇ ਜਿਹੜਾ ਕਰਦਾ ਉਹਨੂੰ ਦੰਡ ਆ, ਸਜ਼ਾ ਦਾ ਹੁਕਮ ਹੈ ਉਹਦੇ ਉੱਪਰ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ ਅੱਜ ਦੇ ਵਚਨ ਨੂੰ। ਔਰ ਦਾਊਦ ਦੇ ਬਾਰੇ ਤੁਹਾਨੂੰ ਦੱਸ ਦਿੱਤਾ ਆ। ਔਰ ਅਸੀਂ ਪੜ੍ਹਦੇ ਹਾਂ ਜਦੋਂ ਸੁਲੇਮਾਨ ਦੀ ਗਲਤੀ ਤੋਂ ਅਸੀਂ ਨਸੀਹਤ ਲੈਂਦੇ ਆ, ਬਾਈਬਲ ਦੇ ਵਿੱਚ ਪਰਮੇਸ਼ਵਰ ਨੇ ਇਹਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਸੁਲੇਮਾਨ ਨੂੰ ਕਿ ਤੂੰ ਹਰ ਇੱਕ ਚੀਜ਼ ਤੇਰੇ ਕੋਲੋਂ ਮਿਲ ਗਈ ਹੈ, ਤੈਨੂੰ ਪ੍ਰਾਪਤ ਤੂੰ ਕਰ ਲਈ ਹੈ, ਤੂੰ ਜੋ ਮੰਗਿਆ ਉਸ ਤੋਂ ਜ਼ਿਆਦਾ ਮੈਂ ਤੈਨੂੰ ਦੇ ਰਿਹਾ ਹਾਂ। ਪਰ ਇੱਕ ਗੱਲ ਦਾ ਜ਼ਿਕਰ ਕਰ ਦਿੱਤਾ ਖੁਦਾ ਨੇ, ਔਰ ਧਿਆਨ ਦਿਵਾਉਣ ਦੇ ਲਈ ਉਹਨੂੰ ਕਹਿ ਦਿੱਤਾ ਕਿ ਤੂੰ ਗੈਰ ਕੌਮਾਂ ਦੇ ਵਿੱਚ ਨਾ ਤਾਂ ਆਪਣੀਆਂ ਕੁੜੀਆਂ ਤੁਸੀਂ ਵਿਆਹੁਣੀਆਂ ਤੇ ਨਾ ਗੈਰ ਕੌਮ ਦੀਆਂ ਕੁੜੀਆਂ ਵਿਆਹ ਕੇ ਆਪਣੇ ਵਿੱਚ ਲੈ ਕੇ ਆਉਣੀਆਂ, ਕਿਤੇ ਇਹੋ ਨਾ ਹੋਵੇ ਕਿ ਉਹ ਤੁਹਾਨੂੰ ਭ੍ਰਿਸ਼ਟ ਕਰ ਦੇਣ। ਹਾਲੇਲੂਇਆ। ਕਿਉਂਕਿ ਜਦੋਂ ਅਸੀਂ ਬਿਨਾਂ ਧਿਆਨ ਦਿੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ, ਫਿਰ ਵੀ ਸਾਨੂੰ ਠੋਕਰ ਲੱਗੇਗੀ। ਜਦੋਂ ਅਸੀਂ ਆਪਣੇ ਚਾਲ ਚੱਲਣ ਦੇ ਵੱਲ ਧਿਆਨ ਨਹੀਂ ਦੇਵਾਂਗੇ, ਜਦੋਂ ਅਸੀਂ ਲੇਟਣ ਉੱਠਣ ਬੈਠਣ ਦੇ ਵੱਲ ਧਿਆਨ ਨਹੀਂ ਦੇਵਾਂਗੇ ਨਾ, ਤੇ ਸ਼ੈਤਾਨ ਨੇ ਫਿਰ ਧਿਆਨ ਦੇ ਦੇਣਾ ਹੈ। ਜੇ ਤੁਸੀਂ ਧਿਆਨ ਨਹੀਂ ਦੋਗੇ ਤਾਂ ਕਿਸੇ ਨਾ ਕਿਸੇ ਨੇ ਧਿਆਨ ਦੇ ਦੇਣਾ ਹੈ। ਯਾਦ ਰੱਖਣਾ ਮੇਰੀ ਗੱਲ ਨੂੰ। ਔਰ ਸੁਲੇਮਾਨ ਚੱਲਦਾ ਰਿਹਾ ਅੱਛੀ ਰੀਤੀ ਦੇ ਨਾਲ। ਤੁਸੀਂ ਦੇਖੋ ਉਹਦੀ ਸਮਝ ਜੋ ਖੁਦਾ ਨੂੰ ਦਿੱਤੀ ਸੀਗੀ, ਦੂਰ ਦੇਸ਼ ਤੋਂ ਲੋਕ ਉਹਦੀ ਸਮਝ ਨੂੰ ਦੇਖਣ ਦੇ ਲਈ, ਪਰਖਣ ਦੇ ਲਈ, ਸਮਝਣ ਦੇ ਲਈ ਆਂਦੇ ਹੁੰਦੇ ਸੀਗੇ। ਔਰ ਵਾਕਈ ਉਹਨੇ ਬਹੁਤ ਅਦਭੁਤ ਰੀਤੀ ਦੇ ਨਾਲ ਖੁਦਾ ਦਾ ਭਵਨ ਬਣਾਇਆ ਸੀ। ਹਾਲੇਲੂਇਆ। ਕੀ ਹੋਇਆ? ਔਰ ਗੈਰ ਇਸਤਰੀਆਂ, ਗੈਰ ਕੌਮਾਂ ਦੀ ਜਿਹੜੀ ਇਸਤਰੀਆਂ ਦੇ ਮਗਰ ਲੱਗ ਗਿਆ। ਔਰ ਬਾਈਬਲ ਕਹਿੰਦਾ ਉਹਨਾਂ ਨੇ ਉਹਨੂੰ ਮੂਰਤੀ ਪੂਜਾ ਕਰਨ ਦੇ ਵਸ ਦੇ ਵਿੱਚ ਪਾ ਦਿੱਤਾ। ਇਹ ਉਹੀ ਬੰਦਾ ਜਿਹਨੂੰ ਬੁੱਧ ਮਿਲੀ, ਇਹ ਉਹੀ ਬੰਦਾ ਜਿਹਨੂੰ ਸਮਝ ਮਿਲੀ, ਇਹ ਉਹੀ ਬੰਦਾ ਜਿਹਨੇ ਖੁਦਾ ਦਾ ਭਵਨ ਬਣਾਇਆ, ਇਹ ਉਹੀ ਬੰਦਾ ਜਿਹੜਾ ਰੁਤਬੇ ਵਾਲਾ ਬਣਿਆ, ਇਹ ਉਹੀ ਬੰਦਾ ਜਿਹਨੂੰ ਹਰ ਇੱਕ ਬਲੇਸਿੰਗਸ ਮਿਲੀ। ਪਰ ਕੀ ਹੋਇਆ? ਜਦੋਂ ਧਿਆਨ ਨਹੀਂ ਦਿੱਤਾ। ਕਈ ਵਾਰ ਅਸੀਂ ਵਚਨ ਪੜ੍ਹ ਲੈਂਦੇ ਹਾਂ ਪਰ ਸਾਨੂੰ ਭੁੱਲ ਜਾਂਦਾ। ਏਦਾਂ ਹੀ ਉਸ ਸਮੇਂ ਚੱਲਦਾ ਸੀਗਾ। ਇਸ ਤਰ੍ਹਾਂ ਹੀ ਮੈਨੂੰ ਲੱਗਦਾ ਉਦੋਂ ਹੋਇਆ ਹੋਣਾ। ਸੁਲੇਮਾਨ ਭੁੱਲ ਗਿਆ ਹੋਣਾ ਕਿ ਖੁਦਾ ਨੇ ਮੈਨੂੰ ਕਿਹਾ ਆ, ਪਰ ਉਹਨੂੰ ਆਵਾਜ਼ ਆਈ ਸੀ ਨਾ, ਤੁਹਾਡੇ ਤਾਂ ਸਾਹਮਣੇ ਆ। ਤੁਸੀਂ ਜਦੋਂ ਮਰਜ਼ੀ ਪੜ੍ਹ ਕੇ ਯਾਦ ਕਰ ਸਕਦੇ ਆ, ਜਦੋਂ ਮਰਜ਼ੀ ਸੁਣ ਕੇ ਯਾਦ ਕਰ ਸਕਦੇ ਆ। ਇਹ ਵੀਡੀਓਜ਼ ਪ੍ਰਚਾਰ ਦੀਆਂ ਜਿੰਨੀ ਮਰਜ਼ੀ ਸੁਣੋ, ਜਿੰਨੀ ਵਾਰ ਮਰਜ਼ੀ ਤੁਸੀਂ ਸੁਣ ਸਕਦੇ ਆ, ਜਿੰਨੀ ਵਾਰ ਮਰਜ਼ੀ ਬਾਈਬਲ ਪੜ੍ਹ ਸਕਦੇ ਆ ਤੁਸੀਂ। ਇਹ ਗਲਤੀ ਹੋਈ ਹੋਏਗੀ ਸੁਲੇਮਾਨ ਤੋਂ ਕਿ ਉਹਨੂੰ ਭੁੱਲ ਗਿਆ ਹੋਊਗਾ, ਕਿਉਂਕਿ ਇੰਨਾ ਪੂਰਾ ਰਾਜ ਸੰਭਾਲਣਾ, ਇੰਨੇ ਲੋਕਾਂ ਨੂੰ ਸੰਭਾਲਣਾ, ਮੰਨਦੇ ਆ ਇਨਸਾਨ ਹੋਣ ਦੇ ਨਾਤੇ ਉਹਦੇ ਕੋਲ ਇਗਨੋਰੈਂਸ ਹੋ ਗਈ। ਪਰ ਜੇ ਅਸੀਂ ਅੱਜ ਕਰੀਏ ਤੇ ਬਹੁਤ ਬੁਰੀ ਗੱਲ ਆ। ਜੇ ਅੱਜ ਅਸੀਂ ਇਗਨੋਰ ਕਰੀਏ, ਸਾਡੇ ਤਾਂ ਸਾਹਮਣੇ ਲਿਖਿਆ ਹੋਇਆ, ਅਸੀਂ ਤਾਂ ਲਿਖ ਕੇ ਆਪਣੇ ਫਰੰਟ ਤੇ ਵੀ ਲਗਾ ਸਕਦੇ ਹਾਂ, ਡੋਰ ਤੇ ਵੀ ਲਗਾ ਸਕਦੇ ਹਾਂ, ਜਿੱਥੇ ਮਰਜ਼ੀ ਲਗਾ ਸਕਦੇ, ਯਾਦ ਰੱਖਣ ਦੇ ਲਈ ਕਿ ਖੁਦਾ ਨੇ ਮੈਨੂੰ ਆਹ ਗੱਲ ਕਹੀ ਹੈ।
ਔਰ ਬਾਈਬਲ ਕਹਿੰਦਾ ਮੂਰਤੀ ਪੂਜਾ ਕਰਨ ਦੇ ਲਈ ਉਹਨੂੰ ਲਗਾ ਦਿੱਤਾ ਸੁਲੇਮਾਨ। ਇਹ ਨਸੀਹਤ ਆ ਤੁਹਾਡੇ ਮੇਰੇ ਲਈ। ਜਦੋਂ ਅਸੀਂ ਅਗਰ ਜਵਾਨ ਆ, ਅਗਰ ਅਨਮੈਰਿਡ ਆ, ਤੇ ਧਿਆਨ ਦੇਣਾ ਆ ਕਿ ਤੁਹਾਡਾ ਲਾਈਫ ਪਾਰਟਨਰ ਕਿੱਥੋਂ ਆਉਣਾ ਚਾਹੀਦਾ ਹੈ। ਤੁਹਾਡੇ ਮਾਤਾ ਪਿਤਾ ਦੇ ਵੱਲੋਂ ਨਹੀਂ ਸਿਲੈਕਟ ਕੀਤਾ ਹੋਇਆ, ਪਰਮੇਸ਼ਵਰ ਦੇ ਵੱਲੋਂ ਸਿਲੈਕਟ ਕੀਤਾ ਹੋਇਆ ਆਉਣਾ ਚਾਹੀਦਾ, ਨਾ ਕਿ ਤੁਹਾਡੇ ਦੁਆਰਾ ਸਿਲੈਕਟ ਕੀਤਾ ਹੋਣਾ ਚਾਹੀਦਾ। ਬਾਈਬਲ ਦੇ ਵਿੱਚ ਮੈਂ ਤੁਹਾਨੂੰ ਪੜ੍ਹਾ ਦਵਾਂਗਾ। ਬਾਈਬਲ ਕਹਿੰਦਾ ਜਿਹੜੇ ਲੋਕ ਆਪਣੀ ਪਸੰਦ ਦੇ ਨਾਲ ਜਿਹੜੇ ਸ਼ਾਦੀਆਂ ਕਰਦੇ ਆ, ਮੈਂ ਜ਼ਿਕਰ ਕਰਦੇ ਆ ਨਸੀਹਤ ਦੇ ਤੌਰ ਤੇ ਕਿ ਸਿੱਖਿਆ ਮਿਲ ਜਾਵੇ ਤੁਹਾਨੂੰ। ਜਿਹੜੇ ਗੈਰ ਮਸੀਹ ਲੋਕਾਂ ਦੇ ਨਾਲ ਸ਼ਾਦੀਆਂ ਰਚਾ ਲੈਂਦੇ ਆ, ਉਹ ਗੱਲ ਨਹੀਂ ਬਣਦੀ ਪਰਿਵਾਰਾਂ ਦੇ ਵਿੱਚ। ਜਿਨ੍ਹਾਂ ਨੇ ਨਾਨ ਕ੍ਰਿਸਚਨ ਲੜਕੀਆਂ ਦੇ ਨਾਲ ਜਾਂ ਲੜਕਿਆਂ ਦੇ ਨਾਲ ਸ਼ਾਦੀਆਂ ਕੀਤੀਆਂ, ਉਹਨਾਂ ਨੂੰ ਪੁੱਛ ਕੇ ਦੇਖੋ, ਬੇਸ਼ੱਕ ਉਹ ਇਨਸਲਟ ਫੀਲ ਕਰਦੇ ਹੋਣ ਆਪਣੀ ਹੱਡਬੀਤੀ ਦੱਸਣ ਦੇ ਲਈ, ਪਰ ਮੈਂ ਤੁਹਾਨੂੰ ਦੱਸਦਾ ਆ ਉਹ ਗੱਲ ਨਹੀਂ ਬਣਦੀ ਜੋ ਮਸੀਹ ਦੇ ਵਿੱਚ ਆ। ਜੋ ਮਸੀਹ ਦੇ ਵਿੱਚ ਹੋ ਕੇ ਸ਼ਾਦੀ ਕਰਨੀ, ਮਸੀਹ ਪਰਿਵਾਰ ਦੇ ਵਿੱਚ ਹੋ ਕੇ ਸ਼ਾਦੀ ਕਰਨੀ, ਉਹ ਗੱਲ ਨਹੀਂ ਬਣਦੀ ਨਾਨ ਕ੍ਰਿਸਚਨਾਂ ਦੇ ਵਿੱਚ ਸ਼ਾਦੀ ਕਰਕੇ। ਕਿਉਂਕਿ ਨਾਨ ਕ੍ਰਿਸਚਨਾਂ ਦੇ ਜਿੰਨੇ ਪ੍ਰੋਗਰਾਮ ਆਣੇ ਆ ਉਹ 'ਚ ਪ੍ਰੇਅਰ ਮੀਟਿੰਗਸ ਨਹੀਂ ਹੋਣੀਆਂ। ਕਿੱਥੇ ਇਗਨੋਰ ਕਰੋਗੇ, ਕਿੰਨੀ ਜਗ੍ਹਾ ਤੇ ਨਾ ਕਰੋਗੇ ਤੇ ਕੀ ਪਰਿਵਾਰ 'ਚ ਲੜਾਈ ਝਗੜਾ ਨਹੀਂ ਹੋਊਗਾ। ਹਸਬੈਂਡ ਕਹੂੰਗਾ ਤੂੰ ਮੇਰੇ ਪ੍ਰੋਗਰਾਮਾਂ ਤੇ ਨਹੀਂ ਜਾਂਦੀ, ਮੈਂ ਤੇਰੇ ਪ੍ਰੇਅਰ ਮੀਟਿੰਗਾਂ ਤੇ ਨਹੀਂ ਜਾਣਾ, ਕਿ ਲੜਾਈ ਝਗੜੇ ਨਹੀਂ ਹੋਣਗੇ, ਸ਼ੈਤਾਨ ਨੂੰ ਥਾਂ ਨਹੀਂ ਮਿਲੂਗਾ। ਫਿਰ ਤੁਹਾਨੂੰ ਯਾਦ ਆਊਗਾ ਕਿ ਤੁਹਾਡੀ ਇਹ ਕਿੱਡੀ ਵੱਡੀ ਮਿਸਟੇਕ ਸੀਗੀ, ਕਿੱਡਾ ਵੱਡਾ ਗਲਤ ਡਿਸੀਜਨ ਸੀਗਾ। ਕਾਸ਼ ਕਿ ਉਦੋਂ ਚੇਂਜ ਹੋ ਜਾਂਦਾ, ਕਾਸ਼ ਕਿ ਉਦੋਂ ਅਸੀਂ ਸੱਚਾ ਸਹੀ ਡਿਸੀਜਨ ਲੈ ਲੈਂਦੇ ਤੇ ਬਚਾਅ ਹੋ ਜਾਂਦਾ। ਕਿਉਂਕਿ ਨਾਨ ਕ੍ਰਿਸਚਨ 'ਚ ਪ੍ਰੇਅਰ ਮੀਟਿੰਗਾਂ ਨਹੀਂ ਆਣੀਆਂ, ਚਾਹੇ ਮਰਗ ਹੋ ਜਾਏ, ਚਾਹੇ ਖੁਸ਼ੀ ਦਾ ਸਮਾਂ ਆ, ਚਾਹੇ ਗਮ ਦਾ ਸਮਾਂ ਆ, ਉਧਰ ਪ੍ਰੇਅਰ ਮੀਟਿੰਗਸ ਨਹੀਂ ਹੋਣੀਆਂ ਔਰ ਤੁਹਾਨੂੰ ਜਾਣਾ ਹੀ ਪੈਣਾ, ਚਾਹੇ ਤੁਸੀਂ ਲੜਕਾ ਹੈ ਤੇ ਚਾਹੇ ਲੜਕੀ ਹੈ। ਔਰ ਜੋ ਬਾਈਬਲ ਮਨਾ ਕਰਦਾ ਉਹ ਤੁਹਾਨੂੰ ਕਰਨਾ ਪੈਣਾ ਉੱਥੇ, ਕਿਉਂਕਿ ਪਤਨੀ ਨੂੰ ਖੁਸ਼ ਨਹੀਂ ਕਰਨਾ, ਰਿਸ਼ਤੇਦਾਰਾਂ ਨੂੰ ਖੁਸ਼ ਨਹੀਂ ਕਰਨਾ, ਸਹੁਰਾ ਪਰਿਵਾਰ ਨੂੰ ਖੁਸ਼ ਨਹੀਂ ਕਰਨਾ। ਤੇ ਜੇ ਇਹੀ ਡਿਸੀਜਨ ਤੁਸੀਂ ਮਸੀਹ ਪਰਿਵਾਰ ਦੇ ਵਿੱਚ ਤੁਸੀਂ ਇਹ ਮੈਰਿਜ ਦਾ ਡਿਸੀਜਨ ਲਿਆ ਹੁੰਦਾ, ਤੇ ਦੋਨੇ ਪਾਸੇ ਜਿੱਥੇ ਗਮ ਦਾ ਸਮਾਂ ਉੱਥੇ ਵੀ ਪ੍ਰੇਅਰ ਮੀਟਿੰਗ ਹੋਣੀ, ਜਿੱਥੇ ਖੁਸ਼ੀ ਦਾ ਸਮਾਂ ਉੱਥੇ ਵੀ ਪ੍ਰੇਅਰ ਮੀਟਿੰਗ ਹੋਣੀ, ਔਰ ਤੁਸੀਂ ਖੁਦਾ ਦੀ ਰਜ਼ਾ ਦੇ ਵਿੱਚ ਹੀ ਰਹਿਣਾ। ਕਿੰਨੇ ਹੁਕਮ ਤੋੜਦੇ ਰਹੋਗੇ ਖੁਦਾ ਦੇ। ਹਾਂ, ਤੁਹਾਡੇ ਇੱਕ ਰੋਂਗ ਡਿਸੀਜਨ ਦੇ ਨਾਲ ਸ਼ੈਤਾਨ ਨੇ ਇਦਾਂ ਤੁਹਾਨੂੰ ਜਾਲ ਦੇ ਵਿੱਚ ਫਸਾ ਕੇ ਨਿਚੋੜਿਆ ਹੋਇਆ ਆ ਕਿ ਤੁਸੀਂ ਨਿਕਲ ਨਹੀਂ ਸਕਦੇ, ਤੁਸੀਂ ਉਹਦੇ ਹੁਕਮਾਂ ਦੇ ਵਿੱਚ ਆ ਹੀ ਨਹੀਂ ਸਕਦੇ ਅਗਰ ਤੁਸੀਂ ਮੈਰਿਜ ਦਾ ਡਿਸੀਜਨ ਗਲਤ ਲੈ ਲਿਆ ਤਾਂ। ਮੇਰੀ ਗੱਲ ਯਾਦ ਰੱਖਣਾ, ਬਾਈਬਲ ਕਹਿੰਦਾ ਪਤਨੀ ਕਿੱਦਾਂ ਕਹਿ ਦੂਗੀ ਕਿ ਮੈਂ ਆਪਣੇ ਪਤੀ ਨੂੰ ਬਦਲ ਦਊਂਗੀ, ਔਰ ਪਤੀ ਕਿੱਦਾਂ ਕਹਿ ਦੂਗਾ ਕਿ ਮੈਂ ਆਪਣੀ ਪਤਨੀ ਨੂੰ ਬਦਲ ਦਊਂਗਾ। ਬਾਈਬਲ ਇਦਾਂ ਲਿਖਿਆ ਹੋਇਆ ਬਾਈਬਲ ਦੇ ਵਿੱਚ। ਜਿਹੜੇ ਕਹਿੰਦੇ ਆ ਨਾ ਜੀ ਮੈਰਿਜ ਤੋਂ ਬਾਅਦ ਜੀ ਆਪਣੇ ਆਪਣੇ ਵਾਸਤੇ ਚ ਕਰ ਲਾਂਗੇ, ਚੇਂਜ ਕਰ ਦਾਂਗੇ, ਇਹ ਉਹ ਤਾਂ ਮੇਰੀ ਸੁਣੂਗਾ, ਉਹ ਤਾਂ ਮੇਰੀ ਸੁਣੂਗੀ, ਮੈਂ ਉਹਨਾਂ ਦੇ ਨਾਲ ਗੱਲ ਕਰਦਾ। ਮੈਰਿਜ ਤੋਂ ਬਾਅਦ ਮੈਨੂੰ ਦੱਸਣਾ ਕਿਹਨੇ ਕਿਹਨੂੰ ਬਦਲ ਦਿੱਤਾ। ਜੇ ਸੁਲੇਮਾਨ ਮੂਰਤੀ ਪੂਜਾ ਕਰਨ ਦੇ ਵੱਸ 'ਚ ਪੈ ਸਕਦਾ ਤੇ ਤੁਸੀਂ ਸੁਲੇਮਾਨ ਨਹੀਂ ਹੈ, ਤੁਸੀਂ ਸੁਲੇਮਾਨ ਦੀ ਬਰਾਬਰੀ ਨਹੀਂ ਕਰ ਸਕਦੇ। ਤੁਹਾਨੂੰ ਤਾਂ 1 ਮਿੰਟ ਲਾਣਾ ਸ਼ੈਤਾਨ ਨੇ ਗੁੰਮਰਾਹ ਕਰਨ ਦੇ ਲਈ, ਔਰ ਤੁਸੀਂ ਗੁੰਮਰਾਹ ਹੋ ਵੀ ਜਾਣਾ ਹੈ। ਹਾਲੇਲੂਇਆ। ਤੁਸੀਂ ਫਿਰ ਵਚਨ ਦੇ ਵਿੱਚ ਨਹੀਂ ਆ ਸਕਦੇ, ਮੇਰੀ ਗੱਲ ਯਾਦ ਰੱਖਣਾ। ਤੁਸੀਂ ਬਾਈਬਲ ਦੇ ਵਿੱਚ ਆ ਹੀ ਨਹੀਂ ਸਕਦੇ ਅਗਰ ਤੁਹਾਡਾ ਮੈਰਿਜ ਦਾ ਡਿਸੀਜਨ ਰੋਂਗ ਹੋ ਗਿਆ। ਗੈਰ ਜਾਤੀ ਦੇ ਵਿੱਚ ਚਲੇ ਗਏ ਤੁਸੀਂ, ਚਾਹੇ ਲੜਕਾ ਆ ਤੇ ਚਾਹੇ ਲੜਕੀ ਆ। ਹਾਲੇਲੂਇਆ। ਤੁਸੀਂ ਨਿਕਲ ਨਹੀਂ ਸਕਦੇ, ਕਿਉਂਕਿ ਡਿਵੋਰਸ ਦੇਣਾ ਵੀ ਬਾਈਬਲ ਦੇ ਖਿਲਾਫ ਆ। ਕਿੱਦਾਂ ਆਉਂਗੇ ਵਚਨਾਂ ਦੇ ਵਿੱਚ, ਕਿੱਦਾਂ ਆਉਂਗੇ ਬਾਈਬਲ ਦੇ ਵਿੱਚ। ਉਹ ਇਦਾਂ ਫਸਾਉਂਦਾ ਨਾ ਸ਼ੈਤਾਨ ਜਾਲ ਦੇ ਵਿੱਚ, ਤੇ ਨਿਚੋੜ ਦਿੰਦਾ ਤੇ ਬੰਦਾ ਨਿਕਲ ਨਹੀਂ ਪਾਉਂਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ, ਇਹ ਉਹੀ ਬਾਈਬਲ ਜਿਹਨੂੰ ਅਸੀਂ ਪਿਆਰ ਕਰਦੇ ਹਾਂ, ਔਰ ਨਿਆਂ ਦੇ ਦਿਨ ਇਹਨੇ ਸਾਨੂੰ ਦੋਸ਼ੀ ਠਹਿਰਾਉਣਾ ਹੈ, ਇਹਨੇ ਸਾਡੀਆਂ ਗਲਤੀਆਂ ਸਾਡੇ ਸਾਹਮਣੇ ਰੱਖਣੀਆਂ ਆ, ਔਰ ਇਹਨੇ ਸਾਨੂੰ ਨਰਕ ਦੇ ਵਿੱਚ ਭੇਜ ਦੇਣਾ ਹੈ। ਹਾਲੇਲੂਇਆ। ਕਿਉਂਕਿ ਇਹਦੇ ਵਿੱਚ ਨਸੀਹਤ ਸਾਨੂੰ ਦੇ ਦਿੱਤੀ ਗਈ ਆ। ਰੈਫਰੈਂਸ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖਦਾ, ਮੈਂ ਸਾਰੇ ਤਾਂ ਨਹੀਂ ਰੱਖ ਸਕਦਾ ਕਿਉਂਕਿ ਟਾਈਮ ਨਹੀਂ ਹੈ ਇੰਨਾ, ਪਰ ਜਿੰਨੇ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਨਸੀਹਤ ਦੇ ਲਈ ਆ, ਕਿ ਅਸੀਂ ਸਿੱਖ ਲਈਏ, ਸਿੱਖ ਲਈਏ। ਅਸੀਂ ਅੰਦਰੋਂ ਅੰਦਰ ਹੀ ਬੰਦਾ ਪਛਤਾਉਂਦਾ ਆ, ਚਾਹੇ ਲੜਕੀ ਹੈ ਤੇ ਚਾਹੇ ਲੜਕਾ ਆ, ਜਦੋਂ ਮੈਰਿਜ ਦਾ ਡਿਸੀਜਨ ਗਲਤ ਹੋ ਜਾਂਦਾ। ਹਾਲੇਲੂਇਆ। ਇਹ ਨਸੀਹਤ ਆ ਬਾਈਬਲ ਦੇ ਵਿੱਚ।
ਔਰ ਅੱਗੇ ਰੈਫਰੈਂਸ ਮੈਂ ਤੁਹਾਨੂੰ ਦਿੰਦਾ ਹਾਂ, ਜਦੋਂ ਆਪਾਂ ਬਾਈਬਲ ਦੇ ਵਿੱਚ ਪੜ੍ਹਿਆ ਏਸਾਓ ਦੇ ਬਾਰੇ। ਏਸਾਓ ਨੇ ਆਪਣਾ ਆਪ ਵੇਚ ਦਿੱਤਾ, ਆਪਣਾ ਪਲੋਠੇ ਹੋਣ ਦਾ ਹੱਕ ਵੇਚ ਦਿੱਤਾ, ਦਾਲ ਦੇ ਕਰਕੇ, ਭੁੱਖ ਦੇ ਕਰਕੇ, ਪੇਟ ਦੇ ਕਰਕੇ। ਅੱਜ ਦਾ ਇਨਸਾਨ ਵੀ ਪੇਟ ਦੇ ਕਰਕੇ ਬਹੁਤ ਕੁਝ ਆਪਣਾ ਵੇਚ ਦਿੰਦਾ, ਆਪਣੀ ਪਵਿੱਤਰਤਾ ਹੀ, ਆਪਣੀ ਇਮਾਨਦਾਰੀ ਖੁਦਾ ਦੇ ਨਾਲ ਵੇਚ ਦਿੰਦਾ ਆ। ਜਦੋਂ ਗਰੀਬੀ ਸਿਰੇ ਦੇ ਉੱਤੇ ਹੁੰਦੀ ਹੈ ਨਾ, ਪੂਰੇ ਜ਼ੋਰ ਦੇ ਉੱਤੇ ਹੁੰਦੀ ਆ, ਤੇ ਬੰਦੇ ਨੂੰ ਫਿਰ ਵਚਨ ਨਹੀਂ ਦਿਖਦਾ, ਫਿਰ ਬੰਦੇ ਨੂੰ ਖੁਦਾ ਨਹੀਂ ਦਿਖਦਾ, ਫਿਰ ਉਹਨੂੰ ਸ਼ੈਤਾਨ ਦੇ ਦੁਆਰਾ ਜਿੰਨੇ ਪਲਾਨ ਕੀਤੇ ਹੁੰਦੇ ਉਹੀ ਦਿਖਦੇ ਆ। ਕਿਉਂ? ਕਿਉਂਕਿ ਉਹ ਖੁਦਾ ਨੂੰ ਦੇਖਣਾ ਨਹੀਂ ਚਾਹੁੰਦਾ, ਕਿਉਂਕਿ ਉਹ ਖੁਦਾ ਦੇ ਵਚਨ ਤੋਂ ਤਸੱਲੀ ਨਹੀਂ ਲੈਣੀ ਚਾਹੁੰਦਾ। ਯਾਦ ਰੱਖਣਾ, ਜਦੋਂ ਤੁਹਾਡਾ ਬਾਈਬਲ ਪੜ੍ਹਨ ਨੂੰ ਦਿਲ ਨਾ ਕਰੇ, ਪ੍ਰਾਰਥਨਾ ਕਰਨ ਨੂੰ ਦਿਲ ਨਾ ਕਰੇ, ਤੇ ਸਮਝ ਲੈਣਾ ਕਿ ਸ਼ੈਤਾਨ ਚਾਲ ਚੱਲਣ ਦੀ ਕੋਸ਼ਿਸ਼ ਕਰਦਾ ਪਿਆ ਆ। ਜਦੋਂ ਦਿਲ ਨਾ ਕਰੇ ਬਾਈਬਲ ਪੜ੍ਹਨ ਨੂੰ, ਔਰ ਜਦੋਂ ਦਿਲ ਨਾ ਕਰੇ ਪ੍ਰਾਰਥਨਾ ਕਰਨ ਨੂੰ, ਫਿਰ ਸਮਝ ਲੈਣਾ ਕਿ ਤੁਹਾਡੀ ਪਿੱਠ ਪਿੱਛੇ ਪਲਾਨ ਪੂਰਾ ਰਚਦਾ ਪਿਆ ਆ, ਕਿ ਬਸ ਉਹਨੂੰ ਹੁਣ ਕੰਪਲੀਟ ਕਰਨਾ ਹੈ ਸ਼ੈਤਾਨ ਨੇ। ਤੇ ਉਹਦੇ ਕੰਪਲੀਟ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਬਾਈਬਲ ਪੜ੍ਹਨਾ ਸ਼ੁਰੂ ਕਰ ਦਿਓ ਤੇ ਪ੍ਰਾਰਥਨਾ ਕਰਨਾ ਸ਼ੁਰੂ ਕਰ ਦਿਓ, ਤੇ ਇਦਾਂ ਕਰਨ ਦੇ ਦੌਰਾਨ ਹੀ ਉਹਦੇ ਪਲਾਨ ਸ਼ੈਤਾਨ ਦੇ ਰੱਦ ਹੁੰਦੇ। ਯਿਸੂ ਦੇ ਨਾਮ 'ਚ ਬੋਲੋ ਆਮੀਨ, ਹਾਲੇਲੂਇਆ। ਬਾਈਬਲ ਹੀ ਸਾਡੀ ਤਾਕਤ ਆ, ਪ੍ਰਾਰਥਨਾ ਹੀ ਸਾਡੀ ਸ਼ਕਤੀ ਆ। ਪਰ ਜੇ ਇਹੀ ਅਸੀਂ ਬੰਦ ਕਰ ਦੇਵਾਂਗੇ ਤਾਂ ਸ਼ੈਤਾਨ ਦੇ ਨਾਲ ਲੜਾਂਗੇ ਕਿੱਦਾਂ? ਸ਼ੈਤਾਨ ਨੂੰ ਹਰਾਵਾਂਗੇ ਕਿੱਦਾਂ? ਉਹਦੇ ਪਲਾਨ ਨੂੰ ਰੱਦ ਕਿੱਦਾਂ ਕਰਾਂਗੇ ਅਸੀਂ, ਜਦ ਅਸੀਂ ਆਪਣਾ ਹਥਿਆਰ ਹੀ ਸੁੱਟ ਦਿੱਤਾ? ਅਸੀਂ ਆਪਣੀ ਸੁਰੱਖਿਆ ਕਿੱਦਾਂ ਕਰਾਂਗੇ? ਹਾਲੇਲੂਇਆ। ਮੈਂ ਉਮੀਦ ਕਰਦਾ ਹਾਂ ਤੁਸੀਂ ਸਮਝ ਪਾ ਰਹੇ। ਏਸਾਓ ਨੇ ਕੀ ਕੀਤਾ? ਉਹਨੂੰ ਪਤਾ ਸੀਗਾ ਸ਼ੈਤਾਨ ਨੂੰ ਕਿ ਇਹਨੂੰ ਬਰਕਤ ਮਿਲਣੀ ਆ। ਉਹਨੇ ਕੀ ਕੀਤਾ? ਭੁੱਖ ਵਧਾ ਦਿੱਤੀ। ਔਰ ਜਦੋਂ ਦੇਖਿਆ ਯਾਕੂਬ ਨੇ ਦਾਲ ਬਣਾਈ ਆ, ਔਰ ਆ ਕੇ ਕਹਿੰਦਾ ਮੈਨੂੰ ਫਟਾਫਟ ਦਾਲ ਰੋਟੀ ਦੇ, ਮੈਨੂੰ ਭੁੱਖ ਲੱਗੀ ਆ। ਅੱਗੇ ਯਾਕੂਬ ਵੀ ਕੀ ਕਹਿੰਦਾ? ਕਹਿੰਦਾ ਤੂੰ ਆਪਣੇ ਪਲੋਠੇ ਹੋਣ ਦਾ ਹੱਕ ਮੈਨੂੰ ਦੇ ਦੇ। ਔਰ ਅੱਗੇ ਉਹ ਵੀ ਕੀ ਕਹਿੰਦਾ? ਕਹਿੰਦਾ ਮੈਂ ਇੱਥੇ ਭੁੱਖਾ ਮਰਦਾ, ਮੈਂ ਪਲੋਠੇ ਹੋਣ ਨੂੰ ਲੈ ਕੇ ਕੀ ਕਰਨਾ? ਕਹਿੰਦਾ ਚੱਲ ਅੱਜ ਤੋਂ ਬਾਅਦ ਤੇਰਾ, ਕਹਿੰਦਾ ਸਹੁੰ ਖਾ ਪਹਿਲਾਂ, ਮੁੱਕਰ ਨਾ ਜਾਈ ਬਾਅਦ ਚੋਂ। ਔਰ ਉਹਨੇ ਸਹੁੰ ਖਾਧੀ। ਸ਼ੈਤਾਨ ਏਦਾਂ ਫਸਾਉਂਦਾ ਆ, ਕਹਿੰਦਾ ਸਹੁੰ ਖਾ ਪਹਿਲਾਂ। ਉਹਨੇ ਸਹੁੰ ਖਾਧੀ ਤੇ ਉਹਨੇ ਫਿਰ ਦਾਲ ਰੋਟੀ ਪਕਾਈ ਜਿਹੜੀ ਸੀ ਉਹਨੂੰ ਦਿੱਤੀ, ਤੇ ਉਹਨੇ ਢਿੱਡ ਭਰਿਆ ਤੇ ਉੱਠ ਕੇ ਚਲਾ ਗਿਆ। ਉਸ ਤੋਂ ਬਾਅਦ ਇਸਹਾਕ ਜਦੋਂ ਬੁੱਢਾ ਹੋਇਆ, ਕਹਿੰਦਾ ਲਿਆ ਵੀ ਹੁਣ ਮੈਨੂੰ, ਕਹਿੰਦਾ ਦਿਖਦਾ ਤਾਂ ਹੈ ਨਹੀਂ, ਧੁੰਦਲਾ ਹੋ ਗਿਆ ਆ। ਕਹਿੰਦਾ ਹੁਣ ਸ਼ਿਕਾਰ, ਕਹਿੰਦਾ ਏਸਾਓ ਸ਼ਿਕਾਰ ਕਰਕੇ ਲਿਆ, ਮੈਨੂੰ ਪਕਾ ਕੇ ਤਾਂ ਖਿਲਾ, ਤਾਂ ਜੋ ਮੇਰਾ ਜੀ ਖੁਸ਼ ਹੋਵੇ ਤੇ ਮੈਂ ਤੈਨੂੰ ਬਰਕਤ ਦੇਵਾਂ। ਉਹਦੀ ਮਾਂ ਨੇ ਸੁਣ ਲਿਆ ਇਹ ਗੱਲਾਂ, ਏਸਾਓ ਚਲਾ ਗਿਆ। ਔਰ ਏਸਾਓ ਦੀ ਜਿਹੜੀ ਮਾਂ ਸੀਗੀ, ਯਾਕੂਬ ਦੀ ਮਾਂ ਸੀਗੀ, ਰਿਬਕਾ ਸੀਗੀ, ਉਹਨੇ ਸੁਣ ਲਿਆ ਜਦੋਂ ਇਹ ਗੱਲਾਂ, ਤੇ ਉਹ ਯਾਕੂਬ ਨੂੰ ਪਿਆਰ ਕਰਦੀ ਸੀ, ਉਹ ਯਾਕੂਬ ਨੂੰ ਬਰਕਤ ਦਿਵਾਉਣਾ ਚਾਹੁੰਦੀ ਸੀ। ਜਦੋਂ ਉਹਨੇ ਪਲਾਨ ਰਚਿਆ ਔਰ ਯਾਕੂਬ ਨੂੰ ਬਰਕਤ ਮਿਲੀ, ਘਰ ਦਾ ਹੀ ਮੇਮਣਾ ਕੱਟ ਕੇ ਤੇ ਇਸਾਕ ਨੂੰ ਖਿਲਾ ਦਿੱਤਾ ਉਹਨਾਂ ਨੇ। ਤੇ ਜਦੋਂ ਉਹਦਾ ਜੀ ਖੁਸ਼ ਹੋਇਆ ਤੇ ਉਹਨੇ ਬਰਕਤ ਦਿੱਤੀ, ਔਰ ਉਹ ਬਰਕਤ ਯਾਕੂਬ ਨੇ ਲੈ ਲਈ। ਔਰ ਉਸ ਤੋਂ ਬਾਅਦ ਏਸਾਓ ਆਇਆ ਸ਼ਿਕਾਰ ਕਰਕੇ, ਪਕਾ ਕੇ ਤਾਂ ਖਿਲਾਣ ਲੱਗਾ। ਉਹ ਕਹਿੰਦਾ ਮੈਂ ਤਾਂ ਬਰਕਤ ਦੇ ਚੁੱਕਾ ਆ। ਇਹ ਨਸੀਹਤ ਆ ਸਾਡੇ ਲਈ। ਅਸੀਂ ਆਪਣਾ ਆਪ ਵੇਚ ਨਾ ਦਈਏ, ਅਸੀਂ ਆਪਣਾ ਆਪ ਸੈਲ ਨਾ ਕਰ ਦਈਏ ਕਿ ਸ਼ੈਤਾਨ ਦੇ ਕੋਲੋਂ ਕੁਝ ਸਰੀਰ ਦੀ ਜਾਂ ਸੰਸਾਰ ਦੀ ਕੋਈ ਵਸਤੂ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਆਪਣਾ ਆਪ ਕੁਝ ਦੇ ਨਾ ਦਈਏ। ਸ਼ੈਤਾਨ ਦਾ ਕੁਝ ਲੈਣ ਦੇ ਲਈ ਉਹਨੇ ਜੇ ਕੁਝ ਦੇਣਾ ਨਾ, ਸ਼ੈਤਾਨ ਨੇ ਤੁਹਾਡੇ ਸਰੀਰ ਦੀ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ, ਜਾਂ ਤੁਹਾਡੀ ਇੱਛਾ ਜੋ ਵੀ ਹੈ ਤੁਹਾਡੇ ਮਨ ਦੀ, ਉਹਨੂੰ ਪੂਰਾ ਕਰਨ ਦੇ ਲਈ ਉਹਨੇ ਤੁਹਾਡੇ ਕੋਲ ਕੁਝ ਨਾ ਕੁਝ ਲੈਣਾ ਆ। ਤੁਹਾਡੀ ਪਵਿੱਤਰਤਾ ਹੀ ਲੈਣੀ ਆ, ਤਾਂ ਉਹਨੇ ਪਾਪ ਤੁਹਾਨੂੰ ਦੇਣਾ ਆ। ਜੇ ਉਹਨੇ ਤੁਹਾਨੂੰ ਨਸ਼ਾ ਦੇਣਾ ਆ, ਤੇ ਉਹਨੇ ਤੁਹਾਡਾ ਜਿਹੜਾ ਨਸ਼ਾ ਆਤਮਕ ਆ ਉਹ ਖੋਹ ਲੈਣਾ ਆ ਉਹਨੇ ਤੁਹਾਡੇ ਕੋਲੋਂ। ਹਾਲੇਲੂਇਆ। ਜੇ ਯਾਕੂਬ ਨੇ ਉਹਨੂੰ ਦਾਲ ਦਿੱਤੀ ਆ, ਤੇ ਉਹਨੇ ਪਲੋਠੇ ਹੋਣ ਦਾ ਹੱਕ ਲੈ ਲਿਆ, ਉਹਨੇ ਬਰਕਤ ਲੈ ਲਈ ਉਹਦੇ ਕੋਲੋਂ ਜੋ ਉਹਨੂੰ ਮਿਲਣੀ ਸੀਗੀ। ਇਹ ਸਾਡੇ ਲਈ ਨਸੀਹਤ ਆ। ਅਗਰ ਅਸੀਂ ਇਹ ਤੋਂ ਸਿੱਖਾਂਗੇ ਨਹੀਂ ਤੇ ਬਹੁਤ ਬੁਰੀ ਗੱਲ ਆ। ਹਾਲੇਲੂਇਆ। ਉਸ ਤੋਂ ਬਾਅਦ ਜਦੋਂ ਤੁਸੀਂ ਪੜੋਗੇ, ਧਨੀ ਤੇ ਲਾਜ਼ਰ ਜਿਹੜਾ ਪਰਸਨ ਸੀਗੇ ਦੋਨੋਂ, ਇੱਕ ਬਹੁਤ ਗਰੀਬ ਸੀਗਾ ਪਰ ਧਰਮੀ ਸੀਗਾ, ਇੱਕ ਬਹੁਤ ਅਮੀਰ ਸੀਗਾ ਪਰ ਉਹ ਧਰਮੀ ਨਹੀਂ ਸੀਗਾ। ਬਾਈਬਲ ਕਹਿੰਦਾ ਦੋਨੋਂ ਮਰੇ। ਜਿਹੜਾ ਗਰੀਬ ਸੀਗਾ ਲਾਜ਼ਰ ਸੀਗਾ, ਉਹ ਅਬਰਾਹਮ ਦੀ ਗੋਦ ਦੇ ਵਿੱਚ ਗਿਆ। ਧਨੀ ਬੰਦਾ ਜਿਹੜਾ ਸੀਗਾ ਉਹ ਨਰਕ ਦੇ ਵਿੱਚ ਗਿਆ, ਅੱਗ ਦੇ ਵਿੱਚ ਸੜਦਾ ਹੋਇਆ, ਕਲਪਦਾ ਹੋਇਆ। ਉਹ ਅਬਰਾਹਮ ਨੂੰ ਕਹਿੰਦਾ ਆ, ਮੈਨੂੰ ਕਹਿੰਦਾ ਲਾਜ਼ਰ ਨੂੰ ਕਹਿ ਪਾਣੀ ਦੇ ਨਾਲ ਆਪਣੀ ਉਂਗਲੀ ਦਾ ਪੋਟਾ ਭਿਉਂ ਕੇ ਮੇਰੀ ਜੀਭ ਤੇ ਤੁਪਕਾ ਪਾ ਦੇਵੇ, ਤਾਂ ਜੋ ਮੈਨੂੰ ਇੱਥੇ ਸ਼ਾਂਤ ਆ ਜਾਵੇ, ਮੈਨੂੰ ਤਸੱਲੀ ਮਿਲ ਜਾਵੇ।
ਅਬਰਾਹਮ ਕਹਿੰਦਾ ਤੂੰ ਧਰਤੀ ਦੇ ਉੱਪਰ ਚੰਗੀਆਂ ਚੰਗੀਆਂ ਐਸ਼ਪ੍ਰਸਤੀ ਕਰ ਚੁੱਕਾ, ਇਸ ਕਰਕੇ ਤੂੰ ਇੱਥੇ ਕਸ਼ਟ ਭੋਗਦਾ ਪਿਆ ਹੈ, ਇਸ ਕਰਕੇ ਤੂੰ ਇੱਥੇ ਕਸ਼ਟ ਭੋਗਦਾ ਪਿਆ, ਦੁੱਖ ਭੋਗਦਾ ਪਿਆ ਹੈ। ਕਿਉਂ ਭੋਗਦਾ ਪਿਆ? ਕਿਉਂਕਿ ਤੇਰੇ ਸਾਹਮਣੇ ਸਭ ਕੁਝ ਸੀਗਾ, ਪਰ ਤੂੰ ਖੁਦ ਨਹੀਂ ਅਸੈਪਟ ਕੀਤਾ, ਪਰ ਤੂੰ ਖੁਦ ਨਹੀਂ ਮੰਨਿਆ, ਪਰ ਤੂੰ ਖੁਦ ਨਹੀਂ ਪੂਰਾ ਕੀਤਾ। ਕਿਉਂਕਿ ਜੇ ਮੈਂ ਇਹ ਚੀਜ਼ ਸੋਚਦਾ, ਜੇ ਲਾਜ਼ਰ ਉਹਦੀ ਡਿਊਟੀ ਦੇ ਵਿੱਚ ਬੈਠਾ ਰਹਿੰਦਾ ਸੀਗਾ, ਧਰਮੀ ਮਨੁੱਖ ਸੀਗਾ, ਤੇ ਚੰਗਾ ਸੀ, ਉਹਨੂੰ ਵਚਨ ਵੀ ਦੱਸਦਾ ਹੋਏਗਾ, ਉਹਨੂੰ ਖੁਦਾ ਦੀਆਂ ਗੱਲਾਂ ਵੀ ਦੱਸਦਾ ਹੋਏਗਾ। ਧਨੀ ਤੇ ਲਾਜ਼ਰ, ਬਾਈਬਲ ਤਾਂ ਇੱਦਾਂ ਹੀ ਲਿਖਿਆ ਬਾਈਬਲ ਦੇ ਵਿੱਚ ਕਿ ਜੇ ਲਾਜ਼ਰ ਧਰਮੀ ਸੀਗਾ ਤੇ ਉਹਨੂੰ ਕੁਝ ਨਾ ਕੁਝ ਤਾਂ ਵਚਨ ਦੀ ਗੱਲ ਦੱਸਦਾ ਹੀ ਹੋਏਗਾ, ਕੁਝ ਨਾ ਕੁਝ ਤਾਂ ਖੁਦਾ ਦੀ ਗੱਲ ਦੱਸਦਾ ਹੀ ਹੋਏਗਾ ਉਹਨੂੰ। ਪਰ ਮੰਨਣਾ ਨਾ ਮੰਨਣਾ ਸਾਡੇ ਉੱਪਰ ਆ। ਉਸ ਧਨੀ ਨੇ ਨਹੀਂ ਮੰਨਿਆ, ਐਸ਼ਪ੍ਰਸਤੀ ਦੇ ਵਿੱਚ ਲੱਗਾ ਰਿਹਾ, ਨਿਤ ਭੋਗ ਵਿਲਾਸ ਕਰਨ ਚ ਲੱਗਾ ਰਿਹਾ, ਬਾਈਬਲ ਏਦਾਂ ਕਹਿੰਦਾ, ਔਰ ਅੰਤ ਨਰਕ ਦੇ ਵਿੱਚ ਗਿਆ। ਤੇ ਇੱਥੋਂ ਅਸੀਂ ਸਿੱਖਾਂਗੇ, ਇੱਥੋਂ ਅਸੀਂ ਨਸੀਹਤ ਲਵਾਂਗੇ। ਹਾਲੇਲੂਇਆ। ਇੱਥੋਂ ਅਸੀਂ ਪ੍ਰੋਪਰ ਰੀਤੀ ਦੇ ਨਾਲ ਸਿੱਖ ਸਕਦੇ ਹਾਂ ਕਿ ਸੰਸਾਰ ਦੀਆਂ ਜਿਹੜੀਆਂ ਚੀਜ਼ਾਂ ਉਹ ਸੰਸਾਰ ਤੱਕ ਆ, ਨਾ ਤਾਂ ਸੰਸਾਰ ਦੀਆਂ ਚੀਜ਼ਾਂ ਸਵਰਗ ਦੇ ਵਿੱਚ ਜਾਣੀਆਂ, ਤੇ ਨਾ ਇਹਨਾਂ ਨੇ ਸਾਨੂੰ ਸਵਰਗ ਦੇ ਵਿੱਚ ਜਾਣ ਦੇਣਾ ਹੈ। ਹਾਲੇਲੂਇਆ। ਇਹ ਮੇਰੀ ਗੱਲ ਯਾਦ ਰੱਖਣਾ, ਇਹ ਸਾਡੇ ਲਈ ਨਸੀਹਤ ਆ। ਧਨੀ ਬੰਦੇ ਦੀ ਜ਼ਿੰਦਗੀ ਤੋਂ ਅਸੀਂ ਸਿੱਖ ਸਕਦੇ ਹਾਂ, ਪਰ ਜੇ ਅੱਜ ਵੀ ਠੋਕਰ ਲੱਗਣ ਤੋਂ ਬਾਅਦ ਅਸੀਂ ਸਿੱਖਾਂਗੇ ਨਹੀਂ ਤੇ ਬਹੁਤ ਕੁਝ ਗਵਾ ਲਵਾਂਗੇ। ਮੇਰੀ ਗੱਲ ਯਾਦ ਰੱਖਣਾ, ਬਹੁਤ ਕੁਝ ਗਵਾ ਲਵਾਂਗੇ। ਜੋ ਚਲਿਆ ਜਾਣਾ ਨਾ, ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਡਿੱਗਣ ਤੇ ਚੁੱਕੀਆਂ ਜਾ ਸਕਦੀਆਂ, ਔਰ ਉਹ ਸੇਮ ਇਸੇ ਰੀਤੀ ਦੇ ਨਾਲ ਪ੍ਰਾਪਤ ਕੀਤੀਆਂ ਜਾ ਸਕਦੀਆਂ ਜਿਸ ਰੀਤੀ ਦੇ ਨਾਲ ਗਿਰੀਆਂ ਆ। ਪਰ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਗਿਰੀਆਂ ਉਹ ਵਾਪਸ ਨਹੀਂ ਚੁੱਕੀਆਂ ਜਾ ਸਕਦੀਆਂ। ਹਾਲੇਲੂਇਆ। ਵਾਪਸ ਨਹੀਂ ਚੁੱਕੀਆਂ ਜਾ ਸਕਦੀਆਂ, ਨਾ ਇਕੱਠੀਆਂ ਕੀਤੀਆਂ ਜਾ ਸਕਦੀਆਂ, ਨਾ ਦੁਬਾਰਾ ਤੋਂ ਉਹਨਾਂ ਨੂੰ ਦੇਖਿਆ ਜਾ ਸਕਦਾ ਉਸੇ ਸ਼ਕਲ ਦੇ ਵਿੱਚ। ਹਾਲੇਲੂਇਆ। ਮੇਰੀ ਗੱਲ ਯਾਦ ਰੱਖਣਾ, ਕੁਝ ਚੀਜ਼ਾਂ ਡਿੱਗਣ ਤੋਂ ਬਾਅਦ ਇਸਤੇਮਾਲ ਨਹੀਂ ਕੀਤੀਆਂ ਜਾ ਸਕਦੀਆਂ। ਜਿਸ ਤਰ੍ਹਾਂ ਮਿੱਟੀ ਦੇ ਉੱਪਰ ਨਮਕ ਡਿੱਗ ਜਾਏ, ਤੁਸੀਂ ਚੁੱਕ ਤਾਂ ਲਓਗੇ ਪਰ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਗੰਦੀ ਜਗ੍ਹਾ ਦੇ ਉੱਪਰ ਤੁਹਾਡੇ ਖਾਣੇ ਦੀ ਕੋਈ ਚੀਜ਼ ਡਿੱਗ ਜਾਵੇ, ਤੁਸੀਂ ਚੁੱਕ ਤਾਂ ਲਓਗੇ ਪਰ ਇਸਤੇਮਾਲ ਨਹੀਂ ਕਰ ਸਕਦੇ, ਉਹਨੂੰ ਖਾ ਨਹੀਂ ਸਕਦੇ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ ਅੱਜ ਦੇ ਵਚਨ ਨੂੰ। ਨਸੀਹਤ ਆ ਤੁਹਾਡੇ ਮੇਰੇ ਲਈ। ਅਗਰ ਅਸੀਂ ਬਾਈਬਲ ਚੋਂ ਪੜ੍ਹ ਕੇ ਵੀ ਨਸੀਹਤ ਨਹੀਂ ਲਵਾਂਗੇ ਤਾਂ ਫਿਰ ਨਸੀਹਤ ਕਦੋਂ ਲੈਣੀ? ਜਦੋਂ ਯਿਸੂ ਮਸੀਹ ਆ ਗਏ। ਅੱਜ ਨਸੀਹਤ ਲੈਣ ਦਾ ਸਮਾਂ ਆ, ਅੱਜ ਸਿੱਖਣ ਦਾ ਸਮਾਂ ਆ। ਨਬੂਕਦਨਸਰ ਨਾਮ ਦਾ ਇੱਕ ਰਾਜਾ ਸੀਗਾ ਬਾਈਬਲ ਦੇ ਵਿੱਚ। ਖੁਦਾ ਨੇ ਚਾਹਿਆ ਤਾਂ ਸੰਡੇ ਮੈਂ ਇਹਦੇ ਬਾਰੇ ਤੁਹਾਨੂੰ ਡੀਪ ਦੱਸਾਂਗਾ। ਇਹਦੇ ਬਾਰੇ ਨਬੂਕਦਨਸਰ ਨਾਮ ਦਾ ਇੱਕ ਰਾਜਾ ਸੀਗਾ, ਜਿਹਨੂੰ ਖੁਦਾ ਨੇ ਜਾਨਵਰ ਬਣਾ ਦਿੱਤਾ ਸੀਗਾ। ਜਾਨਵਰ ਦਾ ਦਿਲ ਉਹਦੇ ਅੰਦਰ ਆ ਗਿਆ, ਜਾਨਵਰ ਦੀ ਸਮਝ ਉਹਦੇ ਅੰਦਰ ਆ ਗਈ, ਔਰ ਉਹ ਘਾਹ ਖਾਣ ਲੱਗ ਗਿਆ ਸੀਗਾ। ਰਾਜਾ ਸੀਗਾ, ਇਹ ਉਹੀ ਰਾਜਾ ਸੀਗਾ ਜਿਹਨੇ ਸ਼ਦਰਕ ਮੇਸ਼ਕ ਅਬਦਨਗੋ ਨੂੰ ਅੱਗ ਦੀ ਭੱਠੀ 'ਚ ਸੁੱਟਿਆ ਸੀਗਾ। ਹਾਲੇਲੂਇਆ। ਔਰ ਬਾਈਬਲ ਕਹਿੰਦਾ ਪਰਮੇਸ਼ਵਰ ਨੇ ਕਿਹਾ ਸੀ ਤਰੇਲ ਤੇਰੀ ਪਿੱਠ ਦੇ ਉੱਤੇ ਪਏਗੀ। ਸੁਪਨਾ ਆਇਆ ਸੀ ਇਹਨੂੰ, ਕਿਉਂਕਿ ਇਹਨੇ ਜੋ ਗਲਤੀ ਕੀਤੀ ਸੀ। ਔਰ ਬਾਈਬਲ ਕਹਿੰਦਾ ਏਦਾਂ ਹੀ ਹੋਇਆ, ਨਿਕਲ ਗਿਆ ਆਪਣੇ ਰਾਜ ਮਹਿਲ ਦੇ ਵਿੱਚੋਂ, ਔਰ ਇਹਦਾ ਮਨ ਬਦਲ ਗਿਆ, ਔਰ ਇਹਦੀ ਸੋਚ ਬਦਲ ਗਈ, ਜਾਨਵਰਾਂ ਦੀ ਤਰ੍ਹਾਂ ਹੋ ਗਈ। ਬਾਈਬਲ ਕਹਿੰਦਾ ਚਾਰੇ ਹੱਥਾਂ ਨਾਲ ਤੁਰਨ ਲੱਗ ਗਿਆ, ਲੱਤਾਂ ਦੇ ਹੱਥਾਂ ਦੇ ਨਾਲ, ਔਰ ਤਰੇਲ ਇਹਦੀ ਪਿੱਠ ਤੇ ਪੈ ਰਹੀ ਸੀ। ਘਾਹ ਖਾਣਾ ਸ਼ੁਰੂ ਕਰ ਦਿੱਤਾ ਇਹਨੇ। ਔਰ ਫਿਰ 7 ਸਾਲਾਂ ਬਾਅਦ ਲਗਭਗ ਇਹਦੀ ਸਮਝ ਵਾਪਸ ਆਈ, ਔਰ ਫਿਰ ਇਹਨੇ ਲਿਖਿਆ ਬਾਈਬਲ ਦੇ ਵਿੱਚ ਕਿ ਮੈਂ ਨਬੂਕਦਨਸਰ ਰਾਜਾ, ਔਰ ਪੂਰੀ ਸਟੋਰੀ ਲਿਖੀ ਇਹਨੇ। ਮੈਂ ਉਹ ਤੁਹਾਡੇ ਸਾਹਮਣੇ ਸੰਡੇ ਰੂਬਰੂ ਕਰਾਂਗਾ। ਹਾਲੇਲੂਇਆ। ਕਿ ਪਰਮੇਸ਼ਵਰ ਦੇ ਵਚਨ ਤੇ ਅਗੇਂਸਟ ਜਾਣ ਦੇ ਨਾਲ ਕੀ ਕੁਝ ਬੰਦੇ ਨੂੰ ਸਹਿਣਾ ਪੈ ਸਕਦਾ ਹੈ, ਕੀ ਦੁੱਖ ਸਹਿਣਾ ਪੈ ਸਕਦਾ। ਅਗਰ ਇਹ ਨਸੀਹਤ ਆ ਤੁਹਾਡੇ ਮੇਰੇ ਲਈ, ਅਗਰ ਸਿੱਖਾਂਗੇ ਨਹੀਂ ਤੇ ਫਿਰ ਤਰੱਕੀ ਵੀ ਨਹੀਂ ਕਰ ਪਾਵਾਂਗੇ। ਯਾਦ ਰੱਖਣਾ, ਜਦ ਤੱਕ ਮੰਨਾਂਗੇ ਨਹੀਂ ਨਾ ਆਪਣੀ ਗਲਤੀ, ਤਦ ਤੱਕ ਤਰੱਕੀ ਨਹੀਂ ਕਰ ਪਾਵਾਂਗੇ। ਕਦੀ ਦਰਵਾਜ਼ੇ ਨਹੀਂ ਖੁੱਲਣੇ ਤਰੱਕੀ ਵਾਲੇ ਜਦ ਤੱਕ ਗਲਤੀ ਨਹੀਂ ਮੰਨਾਂਗੇ। ਕਈ ਵਾਰ ਇਸ ਤਰ੍ਹਾਂ ਹੁੰਦਾ ਨਾ, ਬੰਦੇ ਨੇ ਆਪ ਵੀ ਗਲਤੀ ਕੀਤੀ ਹੁੰਦੀ ਆ, ਤੇ ਜਦੋਂ ਉਹਦਾ ਓਨਰ ਜਾਂ ਉਸ ਤੋਂ ਵੱਡਾ ਜਾਂ ਜੋ ਵੀ ਉਹਦਾ ਮਾਲਕ ਉਹਨੂੰ ਪੁੱਛਦਾ ਆ, ਤੂੰ ਆਪਣੀ ਗਲਤੀ ਮੰਨਣ ਦੀ ਬਜਾਏ ਕਿਸੇ ਤੇ ਥੋਪ ਦਿੰਦਾ। ਉਹਨੇ ਨਹੀਂ ਮੈਨੂੰ ਦੱਸਿਆ, ਉਹਨੇ ਨਹੀਂ ਮੈਨੂੰ ਕਿਹਾ, ਉਹਨੇ ਮੈਨੂੰ ਬਿਲਕੁਲ ਰੈਫਰੈਂਸ ਨਹੀਂ ਦਿੱਤਾ, ਜਾਂ ਉਹਨੇ ਮੈਨੂੰ ਫੋਨ ਨਹੀਂ ਕੀਤਾ, ਜਾਂ ਉਹਨੇ ਮੈਨੂੰ ਮੈਸੇਜ ਨਹੀਂ ਕੀਤਾ। ਆਪਾਂ ਜਦੋਂ ਇਸ ਰੀਤੀ ਦੀਆਂ ਗੱਲਾਂ ਕਰਦੇ ਹਾਂ ਤੇ ਇਹਦਾ ਮਤਲਬ ਅਸੀਂ ਤਰੱਕੀ ਦੇ ਦਰਵਾਜ਼ੇ ਆਪਣੇ ਲਈ ਬੰਦ ਕਰਦੇ ਹਾਂ। ਕਿਉਂ? ਕਿਉਂਕਿ ਅਸੀਂ ਮੰਨਦੇ ਨਹੀਂ ਹਾਂ। ਦਾਊਦ ਦੀ ਇੱਕ ਤਾਰੀਫ ਸੀਗੀ, ਜਦੋਂ ਉਹਦੇ ਕੋਲੋਂ ਗਲਤੀ ਹੋਈ ਉਹਨੇ ਆਪਣੀ ਗਲਤੀ ਨੂੰ ਮੰਨ ਲਿਆ। ਇਹ ਤਾਰੀਫ ਸੀ, ਇਹਦੇ ਕਰਕੇ ਉਹਦੀ ਜਾਨ ਨਹੀਂ ਲਈ ਗਈ। ਯਾਦ ਰੱਖਣਾ ਬਾਈਬਲ 'ਚ
ਨਬੀ ਨੇ ਕਹਿ ਦਿੱਤਾ ਸੀਗਾ ਦਾਊਦ ਨੂੰ ਆ ਕੇ, ਨਾਥਾਨ ਨਬੀ ਸੀਗਾ ਆਈ ਥਿੰਕ, ਨਾਥਾਨ ਨਬੀ ਨੇ ਆ ਕੇ ਉਹਨੂੰ ਕਹਿ ਦਿੱਤਾ ਸੀਗਾ, ਕਹਿੰਦਾ ਤੇਰੇ ਗਲਤੀ ਮੰਨਣ ਦੇ ਕਰਕੇ ਹੀ ਤੂੰ ਜਿਉਂਦਾ ਰਹੂੰਗਾ, ਤੇਰੀ ਜਾਨ ਨਹੀਂ ਜਾਏਗੀ। ਹਾਲੇਲੂਇਆ। ਯਾਨੀ ਕਿ ਗਲਤੀ ਮੰਨਣਾ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੈ। ਅਗਰ ਤੁਸੀਂ ਸਪਿਰਿਚੁਅਲ ਪਰਸਨ ਦੇ ਸਾਹਮਣੇ ਆਪਣੀ ਗਲਤੀ ਮੰਨੋਗੇ ਤੇ ਉਹ ਖੁਸ਼ ਹੋਊਗਾ ਤੁਹਾਡੇ ਕੋਲੋਂ, ਜਾਂ ਖੁਸ਼ ਹੋਏਗੀ ਤੁਹਾਡੇ ਕੋਲੋਂ। ਕਿਉਂ? ਕਿਉਂਕਿ ਤੁਸੀਂ ਆਪਣੇ ਲਈ ਤਰੱਕੀ ਦੇ ਦਰਵਾਜ਼ੇ ਖੁੱਲੇ ਰੱਖ ਰਹੇ ਆ, ਬਰਕਤ ਦੇ ਦਰਵਾਜ਼ੇ ਖੁੱਲੇ ਰੱਖਦੇ ਆ। ਦਰਵਾਜ਼ੇ ਖੋਲਣੇ ਔਰ ਦਰਵਾਜ਼ੇ ਬੰਦ ਕਰਨੇ ਬਰਕਤ ਦੇ ਤੁਹਾਡੇ ਹੱਥ ਵੱਸ ਆ, ਖੁਦਾ ਦੇ ਹੱਥ ਵੱਸ ਨਹੀਂ ਆ। ਤੁਸੀਂ ਚੰਗਾ ਕਰੋਗੇ ਦਰਵਾਜ਼ੇ ਖੁੱਲੇ ਰਹਿਣੇ ਆ, ਤੁਸੀਂ ਮਾੜਾ ਕਰੋਗੇ ਤਾਂ ਦਰਵਾਜ਼ੇ ਬੰਦ ਹੋ ਜਾਣੇ ਆ। ਡਿਪੈਂਡ ਤੁਹਾਡੇ ਉੱਪਰ ਕਰਦਾ ਆ। ਬੋਲੋ ਹਾਲੇਲੂਇਆ। ਉਮੀਦ ਕਰਦਾ ਹਾਂ ਤੁਸੀਂ ਸਮਝ ਪਾਏ ਹੋਣੇ ਅੱਜ ਦੇ ਕਲਾਮ ਨੂੰ, ਅੱਜ ਦੀਆਂ ਗੱਲਾਂ ਨੂੰ। ਔਰ ਬਾਈਬਲ ਦੇ ਵਿੱਚ ਜ਼ਿਕਰ ਆਉਂਦਾ ਹੈ 10 ਕੋੜੀਆਂ ਦਾ। ਇਸ ਤੋਂ ਬਾਅਦ ਮੈਂ ਛੋਟਾ ਜਿਹਾ ਸਰਮਨ ਤੁਹਾਡੇ ਸਾਹਮਣੇ ਰੱਖਣਾ ਆ ਤਾਂ ਜੋ ਤੁਸੀਂ ਸਮਝ ਪਾਓ ਨਸੀਹਤ। ਬਾਈਬਲ ਦੇ ਵਿੱਚ 10 ਕੋੜੀਆਂ ਦਾ ਜ਼ਿਕਰ ਆਂਦਾ। ਯਿਸੂ ਮਸੀਹ ਦੇ ਕੋਲ ਜਦੋਂ ਪਹੁੰਚੇ ਉਹ, ਤਾਂ ਯਿਸੂ ਨੇ ਕਿਹਾ ਆਪਣੇ ਤਾਈ ਜਾਜਕਾਂ ਨੂੰ ਵਿਖਾਓ, ਤੇ ਬਾਈਬਲ ਕਹਿੰਦਾ ਰਸਤੇ 'ਚ ਜਾਂਦੇ ਜਾਂਦੇ 10 ਸ਼ੁੱਧ ਹੋ ਗਏ। ਔਰ ਤੇ 10 ਨੇ ਇੱਕ ਦੂਸਰੇ ਨੂੰ ਦੇਖਿਆ, ਆਪਣੇ ਆਪ ਨੂੰ ਦੇਖਿਆ, ਬੜੇ ਖੁਸ਼ ਹੋਏ। ਔਰ ਬਾਈਬਲ ਕਹਿੰਦਾ ਇੱਕ ਮੁੜਿਆ ਔਰ ਯਿਸੂ ਮਸੀਹ ਦੇ ਸਾਹਮਣੇ ਆ ਕੇ ਉਹਨੇ ਗੋਡੇ ਟੇਕ ਲਏ ਔਰ ਧੰਨਵਾਦ ਕੀਤਾ, ਪਰਮੇਸ਼ਵਰ ਦਾ ਸ਼ੁਕਰ ਕੀਤਾ। ਤੇ ਯਿਸੂ ਮਸੀਹ ਕਹਿੰਦੇ ਕੀ 10 ਸ਼ੁੱਧ ਨਹੀਂ ਹੋਏ? ਕੀ 10 ਸ਼ੁੱਧ ਨਹੀਂ ਹੋਏ? ਕਹਿੰਦੇ ਉਹ 9 ਕਿੱਥੇ ਆ? ਉਹ 9 ਕਿੱਥੇ ਆ? ਤੇ ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਨੇ ਉਸ ਇੱਕ ਜਿਹੜਾ ਚੰਗਾ ਹੋਇਆ ਕੋੜੀ ਸੀਗਾ, ਜਿਹੜਾ ਯਿਸੂ ਦੇ ਕੋਲ ਆਇਆ, ਯਿਸੂ ਮਸੀਹ ਨੇ ਕਿਹਾ ਜਾ ਸੁੱਖ ਦੇ ਨਾਲ ਚਲਾ ਜਾ। ਹਾਲੇਲੂਇਆ। ਸਾਨੂੰ ਸਿੱਖਣ ਨੂੰ ਮਿਲਦਾ, ਨਸੀਹਤ ਆ ਸਾਡੇ ਲਈ। ਉਹਨਾਂ 9 ਕੋੜੀ ਜਿਹੜੇ ਚੰਗੇ ਹੋਏ ਸੀ ਉਹਨਾਂ ਦੀ ਤਰ੍ਹਾਂ ਨਾ ਬਣੀਏ। ਚੰਗਾਈ ਲੈ ਕੇ ਆਰਾਮ ਨਾਲ ਬਹਿ ਨਾ ਜਾਈਏ, ਬਰਕਤ ਲੈ ਕੇ ਆਰਾਮ ਨਾਲ ਬਹਿ ਨਾ ਜਾਈਏ, ਛੁਟਕਾਰਾ ਲੈ ਕੇ ਆਰਾਮ ਨਾਲ ਬਹਿ ਨਾ ਜਾਈਏ। ਖੁਦਾ ਦੇ ਕੋਲ ਆ ਕੇ ਉਹਦਾ ਸ਼ੁਕਰ ਕਰੀਏ, ਉਹਦੇ ਗਵਾਹ ਬਣੀਏ। ਉਹ ਕੋੜੀ ਜਦੋਂ ਚੰਗਾ ਹੋਇਆ ਇੱਕ, ਉਹ ਯਿਸੂ ਦੇ ਕੋਲ ਆ ਕੇ ਗਵਾਹ ਬਣ ਗਿਆ ਕਿ ਯਿਸੂ ਮਸੀਹ ਮੈਂ ਚੰਗਾ ਹੋ ਗਿਆ ਆ। ਤਾਂ ਯਿਸੂ ਮਸੀਹ ਨੇ ਕਿਹਾ ਸੀ 9 ਚੰਗੇ ਨਹੀਂ ਹੋਏ। ਕਿਉਂਕਿ ਜਿਹੜਾ ਬੰਦਾ ਗਵਾਹੀ ਨਹੀਂ ਭਰਦਾ, ਜਿਹੜਾ ਬੰਦਾ ਗਵਾਹ ਨਹੀਂ ਬਣਦਾ, ਖੁਦਾ ਦੇ ਵੱਲੋਂ ਜੋ ਵੀ ਬਰਕਤ ਤੁਹਾਨੂੰ ਮਿਲੀ, ਜੋ ਵੀ ਛੁਟਕਾਰਾ ਮਿਲਿਆ, ਤੁਹਾਡੀ ਨਜ਼ਰਾਂ ਤੋਂ ਛੋਟਾ ਵੱਡਾ ਹੋ ਸਕਦਾ, ਪਰ ਪਰਮੇਸ਼ਵਰ ਦੀ ਨਜ਼ਰਾਂ ਤੋਂ ਸੇਮ ਆ। ਪਰ ਜ਼ਰੂਰਤ ਹੈ ਸਾਨੂੰ ਗਵਾਹ ਬਣਨ ਦੀ। ਇਸੇ ਲਈ ਯਿਸੂ ਮਸੀਹ ਨੇ ਕਿਹਾ 9 ਕਿੱਥੇ ਆ? ਉਹ ਗਵਾਹ ਨਹੀਂ ਬਣੇ ਮੇਰੇ, ਇੱਕ ਗਵਾਹ ਬਣਿਆ। ਔਰ ਅੱਜ ਦਾ ਇਨਸਾਨ ਵੀ ਇਦਾਂ ਹੀ ਕਰਦਾ। ਜਦੋਂ ਉਹ ਬਿਮਾਰ ਹੁੰਦਾ ਫਿਰ ਕੋਈ ਚਰਚ ਨਹੀਂ ਮਿਸ ਕਰਦਾ, ਕੋਈ ਮੀਟਿੰਗ ਨਹੀਂ ਮਿਸ ਕਰਦਾ, ਕਦੀ ਪ੍ਰੇਅਰ ਨਹੀਂ ਮਿਸ ਕਰਦਾ, ਕਦੀ ਬਾਈਬਲ ਨਹੀਂ ਮਿਸ ਕਰਦਾ। ਔਰ ਜਿੱਦਾਂ ਹੀ ਚੰਗਾ ਹੋ ਜਾਂਦਾ ਆ, ਉਸ ਤੋਂ ਬਾਅਦ ਉਹਦੀ ਪ੍ਰੇਅਰ ਮਿਸ ਹੋਣੀ ਸ਼ੁਰੂ ਹੋ ਜਾਂਦੀ, ਉਹਦਾ ਚਰਚ ਆਉਣਾ ਮਿਸ ਹੋਣਾ ਸ਼ੁਰੂ ਹੋ ਜਾਂਦਾ, ਉਹਦਾ ਦਸਵੰਤ ਮਿਸ ਹੋ ਜਾਣਾ ਸ਼ੁਰੂ ਹੋ ਜਾਂਦਾ, ਉਹਦਾ ਚੰਦਾ ਮਿਸ ਹੋਣਾ ਸ਼ੁਰੂ ਹੋ ਜਾਂਦਾ, ਉਹਦਾ ਗਵਾਹ ਬਣਨਾ ਮਿਸ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਬੰਦਾ ਚੰਗਾ ਹੋ ਜਾਂਦਾ, ਜਦੋਂ ਬੰਦਾ ਦੁਖੀ ਹੁੰਦਾ ਉਦੋਂ ਖੁਦਾ ਦੇ ਅੱਗੇ ਦੁਆਵਾਂ ਕਰਦਾ ਰਹਿੰਦਾ, ਪਰ ਜਦੋਂ ਸੁਖੀ ਹੋ ਜਾਂਦਾ ਫਿਰ ਉਹਦੇ ਕੋਲ ਟਾਈਮ ਨਹੀਂ ਹੁੰਦਾ ਦੁਆ ਕਰਨ ਦੇ ਲਈ। ਇਹ ਮੇਰੀਆਂ ਗੱਲਾਂ ਸੱਚੀਆਂ ਆ, ਯਾਦ ਰੱਖਣਾ ਇਹਨਾਂ ਗੱਲਾਂ ਨੂੰ। ਇਹ ਨਸੀਹਤ ਦੇ ਲਈ ਆ ਤੁਹਾਡੇ ਸਾਹਮਣੇ। ਅਗਰ ਠੋਕਰ ਲੱਗਣ ਤੋਂ ਬਾਅਦ ਵੀ ਅਸੀਂ ਸਿੱਖਾਂਗੇ ਨਹੀਂ ਤੇ ਬਹੁਤ ਬੁਰੀ ਗੱਲ ਆ ਸਾਡੇ ਲਈ, ਬਹੁਤ ਬੁਰੀ ਗੱਲ। ਅਸੀਂ ਤਰੱਕੀ ਨਹੀਂ ਕਰ ਸਕਦੇ, ਫਿਰ ਅਸੀਂ ਸਮਝ ਨਹੀਂ ਸਕਦੇ ਖੁਦਾ ਦੀ ਪਲੈਨਿੰਗ ਨੂੰ ਜੋ ਖੁਦਾ ਨੇ ਸਾਡੇ ਸਾਹਮਣੇ ਅੱਗੇ ਰੱਖੀ ਪਈ ਆ। ਇਹ ਅਸੀਂ ਉਦੋਂ ਹੀ ਉਸ ਚੀਜ਼ ਨੂੰ ਸਮਝ ਸਕਦੇ ਹਾਂ, ਉਦੋਂ ਹੀ ਉਸ ਚੀਜ਼ ਨੂੰ ਅਸੀਂ ਗ੍ਰਹਿਣ ਕਰ ਸਕਦੇ ਹਾਂ ਜੋ ਖੁਦਾ ਨੇ ਸਾਡੇ ਸਾਹਮਣੇ ਵੱਡੀ ਬਰਕਤਾਂ ਦੇ ਭੰਡਾਰੇ ਰੱਖੇ ਪਏ ਆ। ਉਦੋਂ ਹੀ ਉਹਨਾਂ ਤੱਕ ਪਹੁੰਚ ਸਕਦੇ ਹਾਂ ਜਦੋਂ ਅਸੀਂ ਠੋਕਰ ਲੱਗਣ ਤੋਂ ਬਾਅਦ ਨਸੀਹਤ ਲੈਣੀ ਸ਼ੁਰੂ ਕਰ ਦਿੱਤੀ, ਠੋਕਰ ਲੱਗਣ ਤੋਂ ਬਾਅਦ ਅਸੀਂ ਸਿੱਖਣਾ ਸ਼ੁਰੂ ਕਰ ਦਿੱਤਾ। ਔਰ ਜਦੋਂ ਬਾਈਬਲ 'ਚ ਤੁਸੀਂ ਪਹਿਲਾਂ ਕੁਰਿੰਥੀਆਂ ਦਾ ਪੁਸਤਕ ਪੜ੍ਹੋਗੇ, ਮੇਰੇ ਨਾਲ ਓਪਨ ਕਰੀਏ ਪਹਿਲਾਂ ਕੁਰਿੰਥੀਆਂ ਦਾ ਪੁਸਤਕ, ਉਹਦਾ 10 ਨੰਬਰ ਅਧਿਆਇ, ਉਹਦਾ 1 ਨੰਬਰ ਪੰਕਤੀ ਤੋਂ ਮੈਂ 13 ਨੰਬਰ ਪੰਕਤੀ ਤੱਕ ਪੜ੍ਹਨਾ ਆ। ਸਮਝਾ ਮੈਂ ਤੁਹਾਨੂੰ ਸਾਰਾ ਹੀ ਦਿੱਤਾ ਆ, ਬਸ ਹੁਣ ਮੈਂ ਪੜ੍ਹਾ ਦੇਵਾਂ ਤੁਹਾਨੂੰ, ਤਾਂ ਜੋ ਕਿਤੇ ਤੁਹਾਨੂੰ ਇਹ ਨਾ ਲੱਗੇ ਕਿ ਪਾਦਰੀ ਸਾਹਿਬ ਆਪਣੀ ਮਰਜ਼ੀ ਦੇ ਨਾਲ ਹੀ ਲੱਗੇ ਪਏ ਸੀਗੇ। ਥੋੜੇ ਠੋਸ ਸਬੂਤ ਦਾ ਹੋਣਾ ਬਹੁਤ ਜ਼ਰੂਰੀ ਆ ਬਾਈਬਲ ਦੇ ਵਿੱਚ। ਜਦੋਂ ਅਸੀਂ ਪੜ੍ਹਦੇ ਹਾਂ ਪਹਿਲਾਂ ਕੁਰਿੰਥੀਆਂ ਦਾ ਪੁਸਤਕ, ਉਹਦਾ 10 ਨੰਬਰ ਅਧਿਆਇ, ਉਹਦਾ 1 ਨੰਬਰ ਪੰਕਤੀ ਤੋਂ ਮੈਂ 13 ਨੰਬਰ ਪੰਕਤੀ ਤੱਕ ਪੜ੍ਹਨਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਲਿਖਿਆ ਪੌਲ ਕਹਿੰਦੇ ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਭਈ ਸਾਡੇ ਪਿਓ ਦਾਦੇ ਬੱਦਲ ਦੇ ਹੇਠ ਸਨ ਅਤੇ ਉਹ ਸਭੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ। ਪੌਲ ਕਹਿੰਦਾ ਮੈਂ ਨਹੀਂ ਚਾਹੁੰਦਾ, ਕਹਿੰਦਾ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਜੋ ਅੱਜ ਮੈਂ ਤੁਹਾਨੂੰ ਖੁਦ ਇਹ ਗੱਲਾਂ ਜਿਹੜੀਆਂ ਪਵਿੱਤਰ ਆਤਮਾ ਤੋਂ ਲੈ ਕੇ ਤੁਹਾਡੇ ਸਾਹਮਣੇ ਰੱਖੀਆਂ ਆ, ਔਰ ਮੈਂ ਵੀ ਨਹੀਂ ਚਾਹੁੰਦਾ ਕਿ ਤੁਸੀਂ ਇਹਨਾਂ ਗੱਲਾਂ ਤੋਂ ਅਣਜਾਣ ਰਹੋ। ਤੁਸੀਂ ਸਿੱਖੋ
ਨਸੀਹਤ ਲਵੋ। ਉਹ ਠੋਕਰ ਬਾਰ-ਬਾਰ ਲੱਗਣਾ ਠੋਕਰ ਦਾ ਚੰਗੀ ਗੱਲ ਨਹੀਂ ਆ। ਤੁਸੀਂ ਦੇਖਣਾ ਜਦੋਂ ਵੀ ਪੈਰ ਨੂੰ ਠੋਕਰ ਲੱਗੇਗੀ ਤੇ ਸੱਟ ਵੀ ਲੱਗੇਗੀ, ਜ਼ਖਮ ਵੀ ਹੋਏਗਾ, ਔਰ ਬਾਰ-ਬਾਰ ਠੋਕਰ ਦਾ ਲੱਗਣਾ ਠੀਕ ਨਹੀਂ ਆ। ਸਮਝਦਾਰ ਬੰਦਾ ਉਹੀ ਆ ਜਿਹੜਾ ਇੱਕ ਵਾਰ ਠੋਕਰ ਲੱਗਣ ਤੇ ਸੰਭਲ ਜਾਵੇ ਜਿਹੜਾ ਬੰਦਾ। ਔਰ ਪੌਲ ਕਹਿੰਦਾ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਕਿ ਸਾਡੇ ਪਿਓ ਦਾਦੇ ਜਿਹੜੇ ਬੱਦਲ ਦੇ ਹੇਠ ਸੀਗੇ, ਸਾਰਿਆਂ ਨੇ ਸਮੁੰਦਰ ਦੇ ਵਿੱਚੋਂ ਦੀ ਸਾਰੇ ਲੰਘੇ, ਔਰ ਸਭਨਾਂ ਨੂੰ ਉਸ ਬੱਦਲ ਔਰ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ। ਸਮੁੰਦਰ ਦੇ ਵਿੱਚੋਂ ਜਦੋਂ ਸਾਰੇ ਇਜ਼ਰਾਈਲ ਕੌਮ ਦੇ ਸਾਰੇ ਲੋਕ ਲੰਘੇ, ਔਰ ਪੌਲ ਕਹਿੰਦਾ ਉੱਥੇ ਉਹਨਾਂ ਦਾ ਪਾਣੀ ਦਾ ਬਪਤਿਸਮਾ ਹੋਇਆ। ਔਰ ਅਗਰ ਤੁਸੀਂ ਸਪਿਰਚੁਅਲਿਟੀ ਤੌਰ ਤੇ ਦੇਖੋ ਤੇ ਵਾਕਈ ਪਾਣੀ ਉਹਨਾਂ ਦੇ ਉੱਪਰ ਸੀਗਾ, ਔਰ ਉਹਨਾਂ ਨੂੰ ਬਪਤਿਸਮਾ ਮਿਲਿਆ ਪਾਣੀ ਦਾ। ਔਰ ਉਸ ਤੋਂ ਬਾਅਦ ਕੀ ਕਹਿੰਦਾ ਸਭਨਾਂ ਨੇ ਇੱਕੋ ਹੀ ਆਤਮਕ ਜਲ ਪੀਤਾ, ਕਿਉਂ ਜੋ ਉਹਨਾਂ ਨੇ ਉਸ ਆਤਮਕ ਪੱਥਰ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਮਗਰ ਚੱਲਦਾ ਸੀ, ਔਰ ਉਹ ਪੱਥਰ ਮਸੀਹ ਹੈ ਸੀ। ਹਾਲੇਲੂਇਆ। ਉਸ ਤੋਂ ਬਾਅਦ ਲਿਖਿਆ ਪਰੰਤੂ ਪਰਮੇਸ਼ਵਰ ਉਹਨਾਂ ਵਿੱਚੋਂ ਬਾਲਿਆਂ ਦੇ ਨਾਲ ਪ੍ਰਸੰਨ ਨਹੀਂ ਸੀਗਾ। ਪਰਮੇਸ਼ਵਰ ਬਾਲਿਆਂ ਦੇ ਨਾਲ ਪ੍ਰਸੰਨ ਨਹੀਂ ਸੀਗਾ ਜੋ ਉਹ ਉਜਾੜ ਵਿੱਚ ਢਹਿ ਪਏ, ਮਰ ਗਏ ਉਹ ਉਜਾੜ ਦੇ ਵਿੱਚ, ਜਿਨ੍ਹਾਂ ਤੋਂ ਪਰਮੇਸ਼ਵਰ ਪ੍ਰਸੰਨ ਨਹੀਂ ਸੀਗਾ। ਸਵਰਗ ਦੇ ਵਿੱਚ ਅੱਜ ਉਹੀ ਬੰਦਾ ਜਾ ਸਕਦਾ ਆ ਜਾਂ ਜਾਣ ਦੀ ਤਿਆਰੀ ਦੇ ਵਿੱਚ ਆ ਜਿੱਤੋਂ ਪਰਮੇਸ਼ਵਰ ਖੁਸ਼ ਆ। ਜਿੱਤੋਂ ਤੁਸੀਂ ਖੁਸ਼ ਆ ਉਹ ਮੈਟਰ ਨਹੀਂ ਕਰਦਾ। ਮੈਟਰ ਇਹ ਕਰਦਾ ਹੈ ਕਿ ਪਰਮੇਸ਼ਵਰ ਤੁਹਾਡੇ ਤੋਂ ਪ੍ਰਸੰਨ ਹੈ। ਕਨਾਨ ਦੇਸ਼ ਦੇ ਵਿੱਚ ਉਹੀ ਲੋਕ ਪਹੁੰਚੇ ਜਿਨ੍ਹਾਂ ਤੋਂ ਪਰਮੇਸ਼ਵਰ ਪ੍ਰਸੰਨ ਸੀਗਾ। ਬਾਈਬਲ ਕਹਿੰਦਾ ਉਹਨਾਂ ਲੋਕਾਂ ਦੇ ਵਿੱਚੋਂ ਬਾਲਿਆਂ ਦੇ ਨਾਲ ਪਰਮੇਸ਼ਵਰ ਪ੍ਰਸੰਨ ਨਹੀਂ ਸੀਗਾ, ਕਿਉਂਕਿ ਜਿਹੜਾ ਰਾਹ ਨਰਕ ਨੂੰ ਜਾਂਦਾ ਉਹ ਖੁੱਲਾ ਹੈ ਤੇ ਬਥੇਰੇ ਲੋਕ ਬਾਲੇ ਲੋਕ ਉਸ ਰਸਤੇ ਦੇ ਉੱਤੇ ਜਾਂਦੇ ਆ। ਔਰ ਇਸ ਥਾਂ ਦੇ ਉੱਤੇ ਵੀ ਇਦਾਂ ਹੀ ਲਿਖਿਆ ਕਿ ਬਾਲਿਆਂ ਦੇ ਨਾਲ ਪਰਮੇਸ਼ਵਰ ਖੁਸ਼ ਨਹੀਂ ਸੀਗਾ। ਹਾਲੇਲੂਇਆ। ਅੱਜ ਵੀ ਤੁਸੀਂ ਦੇਖੋ ਪਾਪ ਵਾਲੇ ਪਰਸਨ ਦੀ ਗਿਣਤੀ ਜ਼ਿਆਦਾ ਆ ਔਰ ਧਰਮੀ ਦੀ ਗਿਣਤੀ ਘੱਟ ਆ। ਅੱਜ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪਾਪ ਦੇ ਕੰਮ ਜ਼ਿਆਦਾ ਹੈ ਔਰ ਪਵਿੱਤਰਤਾ ਦੇ ਕੰਮ ਘੱਟ ਆ। ਹਾਲੇਲੂਇਆ। ਬਾਲਿਆਂ ਦੇ ਨਾਲ ਕਹਿੰਦਾ ਪਰਮੇਸ਼ਵਰ ਪ੍ਰਸੰਨ ਨਹੀਂ ਸੀਗਾ ਤੇ ਉੱਥੇ ਢਹਿ ਪਏ, ਉੱਥੇ ਰਾਸਤੇ ਦੇ ਵਿੱਚ ਉਹ ਮਾਰੇ ਗਏ। ਕੋਈ ਮੀਟ ਦੇ ਕਰਕੇ ਬੁੜਬੁੜਾਹਟ ਕਰਦਾ ਸੀ, ਕੋਈ ਖੀਰਿਆਂ ਦੇ ਕਰਕੇ ਕਰਦਾ ਸੀ, ਕੋਈ ਕਬਰਾਂ ਦੇ ਕਰਕੇ ਕਰਦਾ ਸੀ, ਕੋਈ ਪਾਣੀ ਦੇ ਕਰਕੇ ਤੇ ਕੋਈ ਰੋਟੀ ਦੇ ਕਰਕੇ ਕਰਦਾ ਸੀ। ਇਹ ਜਿਹੜੀ ਬੁੜਬੁੜਾਹਟ ਆ ਉਹਨਾਂ ਦੀ ਖੁਦਾਵੰਦ ਦੀ ਵਰਖਲਾਫਤ ਦੇ ਵਿੱਚ ਇਹੀ ਉਹਨਾਂ ਨੂੰ ਉਸ ਥਾਂ ਦੇ ਉੱਪਰ ਲੈ ਬੈਠੀ, ਜਿਹਦੇ ਕਰਕੇ ਉਹ ਰਾਸਤੇ ਦੇ ਵਿੱਚ ਹੀ ਮਾਰੇ ਗਏ। ਔਰ ਉਥੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ। ਔਰ ਬਾਈਬਲ ਅੱਗੇ ਕਹਿੰਦਾ ਇਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ ਆ। ਇਹ ਗੱਲਾਂ ਜਿਹੜੀਆਂ ਅਸੀਂ ਪੜ੍ਹਦੇ ਆ ਬਾਈਬਲ 'ਚ, ਦੇਖਦੇ ਆ, ਸੁਣਦੇ, ਸਮਝਦੇ ਆ, ਇਹ ਗੱਲਾਂ ਤੁਹਾਡੇ ਮੇਰੇ ਲਈ ਨਸੀਹਤ ਦੇ ਤੌਰ ਤੇ ਲਿਖੀਆਂ ਗਈਆਂ ਆ। ਕਹਿੰਦੇ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾ ਨਾ ਕਰੀਏ ਜਿਵੇਂ ਉਹਨਾਂ ਨੇ ਕਾਮਨਾ ਕੀਤੀਆਂ ਸਨ। ਜਿੱਦਾਂ ਉਹਨਾਂ ਨੇ ਕੀਤਾ ਸੀਗਾ ਉਦਾਂ ਅਸੀਂ ਨਾ ਕਰੀਏ। ਇਹ ਗੱਲਾਂ ਇਸ ਲਈ ਲਿਖੀਆਂ ਗਈਆਂ ਤਾਂ ਜੋ ਸਾਨੂੰ ਨਸੀਹਤ ਮਿਲੇ। ਕਹਿੰਦੇ ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਉਹਨਾਂ ਵਿੱਚੋਂ ਕਈ ਕੁ ਹੋਏ ਸਨ, ਜਿਸ ਪ੍ਰਕਾਰ ਲਿਖਿਆ ਹੋਇਆ ਆ ਜੋ ਉਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ, ਪਾਪ ਕਰਦੇ ਹੋਏ ਬੈਠੇ ਔਰ ਪਾਪ ਕਰਦੇ ਹੋਏ ਉੱਠੇ। ਹਾਲੇਲੂਇਆ। ਔਰ ਲਿਖਿਆ ਕਹਿੰਦਾ ਨਾ ਅਸੀਂ ਹਰਾਮਕਾਰੀ ਕਰੀਏ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਕੀਤੀ ਅਤੇ ਇੱਕੋ ਦਿਨ ਵਿੱਚ 23,000 ਜਣਿਆਂ ਦੇ ਸਥਰ ਲੱਥੇ। 23,000 ਲੋਕ ਮਰ ਗਏ ਜਦੋਂ ਮੋਜ਼ਿਸ 10 ਹੁਕਮ ਲੈਣ ਦੇ ਲਈ ਖੁਦਾ ਦੇ ਕੋਲ ਗਿਆ ਸੀ, ਔਰ ਉੱਥੇ ਉਹਨੂੰ ਲਗਭਗ 40 ਦਿਨ ਲੱਗ ਗਏ ਸੀਗੇ ਖੁਦਾ ਦੇ ਕੋਲੋਂ ਹੁਕਮਨਾਮਾ ਲੈਣ ਦੇ ਲਈ। ਔਰ ਜਦੋਂ ਹੁਕਮਨਾਮਾ ਲੈ ਰਿਹਾ ਸੀਗਾ ਖੁਦਾ ਦੇ ਕੋਲੋਂ, ਔਰ ਖੁਦਾ ਨੇ ਕਿਹਾ ਥੱਲੇ ਲੋਕ ਜਿਹੜੇ ਆ ਗੁੰਮਰਾਹ ਹੋ ਗਏ ਆ, ਭ੍ਰਿਸ਼ਟ ਹੋ ਗਏ ਆ। ਇਹ ਉਸ ਟਾਈਮ ਦੀ ਗੱਲ ਆ। 23,000 ਲੋਕ ਉਦੋਂ ਲਗਭਗ ਮਾਰੇ ਗਏ ਸੀਗੇ, ਜਿਹੜੇ ਕਿ ਬੁੜਬੁੜਾਹਟ ਕੀਤੀ, ਜਿਨ੍ਹਾਂ ਨੇ ਖੁਦਾ ਦੀ ਵਰਖਲਾਫਤ ਕੀਤੀ, ਜਿਨ੍ਹਾਂ ਨੇ ਮੂਰਤੀ ਪੂਜਾ ਕੀਤੀ, ਜਿਨ੍ਹਾਂ ਨੇ ਬਛੜੇ ਨੂੰ ਆਪਣਾ ਰੱਬ ਮੰਨ ਲਿਆ, ਜਿਨ੍ਹਾਂ ਨੇ ਆਪਣਾ ਆਪ ਸਭ ਕੁਝ ਉਸ ਬਛੜੇ ਦੇ ਹੱਥਾਂ 'ਚ ਦੇ ਦਿੱਤਾ। ਉਹ ਲੋਕ ਲਗਭਗ 23,000 ਲੋਕ ਉਸ ਦਿਨ ਮਰੇ। ਬਾਈਬਲ ਏਦਾਂ ਕਹਿੰਦਾ। ਔਰ ਲਿਖਿਆ ਤੇ ਨਾ ਅਸੀਂ ਪ੍ਰਭੂ ਨੂੰ ਪਰਤਾਈਏ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਪਰਤਾਇਆ ਬੁੜਬੁੜਾਹਟ ਕਰਕੇ। ਔਰ ਲਿਖਿਆ ਉਹ ਸੱਪਾਂ ਤੋਂ ਨਾਸ਼ ਹੋਏ। ਅੱਜ ਵੀ ਲੋਕ ਇਸੇ ਰੀਤੀ ਦੇ ਨਾਲ ਜਿਹੜੇ ਬੁੜਬੁੜਾਹਟ ਕਰਦੇ ਆ, ਜਿਹੜੇ ਪਰਮੇਸ਼ਵਰ ਨੂੰ ਪਰਖਦੇ ਆ, ਪਰਤਾਉਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੇ ਉੱਪਰ ਹੀ ਫਿਰ ਕਈ ਵਾਰ ਉਹਨਾਂ ਦੇ ਸ਼ਬਦਾਂ ਦਾ ਰਿਜ਼ਲਟ ਉਹਨਾਂ ਦੇ ਉੱਪਰ ਆ ਜਾਂਦਾ ਆ। ਹਾਲੇਲੂਇਆ। ਇਸ ਲਈ ਉਪਦੇਸ਼ਕ ਕਹਿੰਦਾ ਜਦ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਜਾਓ ਤੇ ਕਹਿੰਦਾ ਤੁਹਾਡੇ ਸ਼ਬਦ ਘੱਟ ਹੋਣੇ ਚਾਹੀਦੇ।
ਕਈ ਵਾਰ ਅਸੀਂ ਜਜ਼ਬਾਤੀ ਹੋ ਜਾਂਦੇ, ਇਮੋਸ਼ਨਲ ਹੋ ਜਾਂਦੇ ਆ, ਔਰ ਇੱਦਾਂ ਦੇ ਅਸੀਂ ਸ਼ਬਦ ਖੁਦਾ ਨੂੰ ਕਹਿ ਦਿੰਦੇ ਆ ਜਿਹੜੇ ਕਿ ਕਹਿਣੇ ਨਹੀਂ ਚਾਹੀਦੇ ਆ। ਇਹ ਨਸੀਹਤ ਦੇ ਤੌਰ ਤੇ ਬਾਈਬਲ ਦੇ ਵਿੱਚ ਗੱਲਾਂ ਲਿਖੀਆਂ ਗਈਆਂ। ਇਹ ਤੁਸੀਂ ਦਾਊਦ ਦੀ ਗਲਤੀ ਨੂੰ ਵੀ ਦੇਖੋ, ਔਰ ਦਾਊਦ ਦੇ ਸੁਧਾਰ ਨੂੰ ਵੀ ਦੇਖੋ। ਸੁਲੇਮਾਨ ਦੀ ਗਲਤੀ ਨੂੰ ਦੇਖੋ, ਸੁਲੇਮਾਨ ਦੇ ਸੁਧਾਰ ਨੂੰ ਵੀ ਦੇਖੋ। ਕਿਤੇ ਇਹ ਨਾ ਹੋਵੇ ਕਿ ਤੁਸੀਂ ਵੀ ਉਹ ਸਿਰਫ ਗਲਤੀਆਂ ਨੂੰ ਦੇਖਦੇ ਜਾਓ। ਕਹਾਵਤਾਂ ਨੂੰ ਪੜੋ, ਸੁਲੇਮਾਨ ਨੇ ਤੌਬਾ ਕੀਤੀ ਆ। ਜੇ ਉਹਨੇ ਗੈਰ ਇਸਤਰੀਆਂ ਦੇ ਮਗਰ ਲੱਗ ਕੇ ਉਹਨੇ ਮੂਰਤੀ ਪੂਜਾ ਕੀਤੀ ਆ, ਕਹਾਵਤਾਂ ਸੁਲੇਮਾਨ ਦੀਆਂ ਲਿਖੀਆਂ ਹੋਈਆਂ, ਉਪਦੇਸ਼ਕ ਸੁਲੇਮਾਨ ਦਾ ਲਿਖਿਆ ਹੋਇਆ, ਇਹਨੂੰ ਪੜੋ। ਉਹਨੇ ਉਹਦੇ ਵਿੱਚ ਤੌਬਾ ਹੀ ਕੀਤੀ ਆ, ਉਹਨੇ ਤੌਬਾ ਹੀ ਕੀਤੀ, ਉਹਨੇ ਸਾਰੀਆਂ ਗੱਲਾਂ ਲਿਖੀਆਂ ਉਹਦੇ ਵਿੱਚ। ਤੁਸੀਂ ਪੜੋਗੇ ਤੁਹਾਨੂੰ ਫਿਰ ਪਤਾ ਲੱਗਣਾ ਉਹਦੀ ਤੌਬਾ ਹੀ ਆ ਕਹਾਵਤਾਂ ਦੇ ਵਿੱਚ ਸੁਲੇਮਾਨ ਨੇ ਕੀਤੀ ਹੈ। ਕਿਤੇ ਤੁਹਾਨੂੰ ਇਹ ਨਾ ਲੱਗੇ ਕਿ ਉਹਨੂੰ ਸਮਝ ਮਿਲੀ ਸੀ ਤੇ ਉਹ ਮੂਰਤੀ ਪੂਜਾ ਕਰਨ ਦੇ ਵਿੱਚ ਲੱਗ ਗਿਆ, ਔਰ ਗੈਰ ਜਿਹੜੇ अन्य ਜਾਤੀ ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਦੇ ਮਗਰ ਲੱਗ ਕੇ ਉਹਨੇ ਮੂਰਤੀ ਪੂਜਾ ਕੀਤੀ ਤੇ ਉਹ ਗੁੰਮਰਾਹ ਹੋ ਗਿਆ। ਨਹੀਂ, ਉਸ ਤੋਂ ਬਾਅਦ ਦੇਖੋ ਸਵਰਗ ਦੇ ਵਿੱਚ ਜਾਣ ਦੇ ਲਈ ਉਹਨੇ ਕੰਮ ਕੀਤੇ, ਤੌਬਾ ਕਰਕੇ ਖੜਾ ਹੋਇਆ, ਉਹ ਮਜ਼ਬੂਤ ਹੋਇਆ, ਸਟਰੋਂਗ ਹੋਇਆ ਉਹ। ਹਾਲੇਲੂਇਆ। ਕਹਾਵਤਾਂ ਪੜੋਗੇ ਤੁਹਾਨੂੰ ਫਿਰ ਪਤਾ ਲੱਗਣਾ ਹੈ। ਔਰ ਉਸ ਤੋਂ ਬਾਅਦ ਬਾਈਬਲ ਦੇ ਵਿੱਚ ਲਿਖਿਆ, ਕਹਿੰਦਾ ਤੇ ਨਾ ਅਸੀਂ ਪ੍ਰਭੂ ਨੂੰ ਪਰਤਾਈਏ ਜਿਵੇਂ ਉਹਨਾਂ ਦੇ ਵਿੱਚੋਂ ਕਈਆਂ ਨੇ ਪਰਤਾਇਆ ਤੇ ਸੱਪਾਂ ਤੋਂ ਨਾਸ਼ ਹੋਏ, ਅਤੇ ਨਾ ਤੁਸੀਂ ਬੁੜ ਕਰੋ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਬੁੜ ਕੀਤੀ ਅਤੇ ਨਾਸ਼ ਕਰਨ ਵਾਲੇ ਤੋਂ ਨਾਸ਼ ਹੋਏ। ਸੋ ਇਹ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਦੇ ਲਈ ਲਿਖੀਆਂ ਹੋਈਆਂ ਹੈ। ਹਾਲੇਲੂਇਆ। ਉਹਨਾਂ ਦੇ ਲਈ ਨਸੀਹਤ ਦੇ ਤੌਰ ਤੇ ਹੋਈਆਂ ਤੇ ਤੁਹਾਨੂੰ ਤੇ ਮੈਨੂੰ ਸਮਝ ਦੇਣ ਦੇ ਲਈ, ਮੱਤ ਦੇਣ ਦੇ ਲਈ, ਸਿੱਖਿਆ ਦੇਣ ਦੇ ਲਈ ਕਹਿੰਦੇ ਇਹ ਲਿਖੀਆਂ ਹੋਈਆਂ ਹਨ, ਜਿਨ੍ਹਾਂ ਉੱਤੇ ਯੁੱਗਾਂ ਦੇ ਅੰਤ ਆਣ ਪਹੁੰਚੇ ਹਨ। ਹਾਲੇਲੂਇਆ। ਅਗਰ ਅਸੀਂ ਫਿਰ ਵੀ ਨਹੀਂ ਸਮਝਾਂਗੇ, ਫਿਰ ਵੀ ਨਹੀਂ ਦੇਖਾਂਗੇ, ਤੁਹਾਡੇ ਅੱਗੇ ਕੋਈ ਪਰਸਨ ਜਾ ਰਿਹਾ, ਉਹਨੂੰ ਠੋਕਰ ਲੱਗੀ ਆ, ਪਰ ਤੁਸੀਂ ਫਿਰ ਵੀ ਉਹਦੇ ਪਿੱਛੇ ਉਦਾਂ ਹੀ ਜਾਓਗੇ ਜਿੱਦਾਂ ਉਹ ਗਿਆ ਆ, ਤੇ ਫਿਰ ਤੁਸੀਂ ਮੱਤ ਨਹੀਂ ਲੈ ਰਹੇ ਠੋਕਰ ਲੱਗਣ ਤੋਂ, ਤੁਸੀਂ ਸਿੱਖ ਨਹੀਂ ਰਹੇ ਆ। ਕਿ ਜੇ ਤੁਹਾਡੇ ਸਾਹਮਣੇ ਜਾ ਰਿਹਾ ਬੰਦਾ ਖੱਡੇ 'ਚ ਡਿੱਗ ਗਿਆ ਆ ਜਾਂ ਗਟਰ 'ਚ ਡਿੱਗ ਗਿਆ ਆ, ਪਾਣੀ ਭਰਿਆ ਪਿਆ ਆ, ਔਰ ਗਟਰ ਦੇ ਢੱਕਣ ਓਪਨ, ਔਰ ਪਤਾ ਨਹੀਂ ਨਹੀਂ ਲੱਗ ਰਿਹਾ, ਔਰ ਜਾ ਰਿਹਾ ਉਹ ਗਿਰ ਗਿਆ, ਪਰ ਤੁਸੀਂ, ਮੈਨੂੰ ਲੱਗਦਾ ਕਿ ਤੁਸੀਂ ਸੰਭਲ ਜਾਓਗੇ, ਦੇਖ ਕੇ ਤੁਸੀਂ ਸੰਭਲ ਜਾਓਗੇ। ਪਰ ਜੇ ਫਿਰ ਵੀ ਨਹੀਂ ਸੰਭਲੋਗੇ ਤੁਸੀਂ, ਫਿਰ ਤੁਹਾਡੇ ਵਰਗਾ ਨਾਦਾਨ ਬੰਦਾ ਕੋਈ ਨਹੀਂ ਆ। ਔਰ ਬਾਈਬਲ ਸਾਨੂੰ ਨਸੀਹਤ ਦੇ ਲਈ ਕਹਿੰਦਾ ਪਿਆ, ਨਸੀਹਤ ਲੈਣ ਦੇ ਲਈ ਕਹਿੰਦਾ ਪਿਆ ਕਿ ਜੋ ਤੁਹਾਡੇ ਸਾਹਮਣੇ ਤੁਹਾਡੀਆਂ ਅੱਖਾਂ ਦੇਖ ਰਹੀਆਂ, ਜੋ ਤੁਹਾਡੇ ਕੰਨ ਸੁਣ ਰਹੇ ਆ, ਉੱਥੋਂ ਨਸੀਹਤ ਲਓ, ਉੱਥੋਂ ਨਸੀਹਤ ਲਓ। ਹਾਲੇਲੂਇਆ। ਉੱਥੋਂ ਸਿੱਖੋ। ਬਾਈਬਲ ਕਹਿੰਦਾ ਮੱਤ ਦੇਣ ਦੇ ਲਈ ਗੱਲਾਂ ਇਹ ਹੁੰਦੀਆਂ ਪਈਆਂ, ਤੁਹਾਨੂੰ ਸਮਝ ਦੇਣ ਦੇ ਲਈ, ਤੁਹਾਨੂੰ ਅੱਛਾ ਗਿਆਨ ਦੇਣ ਲਈ, ਅੱਛਾ ਇੱਕ ਇਨਸਾਨ ਬਣਾਉਣ ਦੇ ਲਈ। ਅਗਰ ਫਿਰ ਵੀ ਤੁਸੀਂ ਇਹਨੂੰ ਗ੍ਰਹਿਣ ਨਹੀਂ ਕਰੋਗੇ ਤੇ ਬਹੁਤ ਬੁਰੀ ਗੱਲ ਆ ਤੁਹਾਡੇ ਲਈ। ਅੱਗੇ ਲਿਖਿਆ ਆ, ਕਹਿੰਦਾ ਸੋ ਇਹ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਤੇ ਸਾਨੂੰ ਮੱਤ ਦੇਣ ਦੇ ਲਈ ਲਿਖੀਆਂ ਹੋਈਆਂ ਹਨ, ਜਿਨ੍ਹਾਂ ਦੇ ਉੱਤੇ ਯੁੱਗਾਂ ਦੇ ਅੰਤ ਆਣ ਪਹੁੰਚੇ ਹਨ। ਗੱਲ ਕਾਹਦੀ? ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਆ, ਸੋ ਸੁਚੇਤ ਰਹੇ ਵੀ ਕਿਤੇ ਡਿੱਗ ਨਾ ਪਵੇ। ਜੇ ਕੋਈ, ਬਾਈਬਲ ਕਹਿੰਦਾ, ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਕਿ ਹਾਂ ਮੈਂ ਖੜਾ, ਮੈਨੂੰ ਹੁਣ ਕੋਈ ਗਿਰਾ ਨਹੀਂ ਸਕਦਾ, ਮੈਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ, ਮੈਨੂੰ ਕੋਈ ਸੰਤ ਪੌਲ ਦੀ ਤਰ੍ਹਾਂ ਕਹਿੰਦਾ ਹੋਵੇਗਾ ਕਿ ਨਾ ਕੋਈ ਗਰੀਬੀ ਪ੍ਰਭੂ ਮੈਨੂੰ ਦੂਰ ਕਰ ਸਕਦੀ ਤੇਰੇ ਪਿਆਰ ਤੋਂ, ਨਾ ਮੈਨੂੰ ਕੋਈ ਤੰਗੀ, ਨਾ ਕੋਈ ਪੈਸੇ ਦੀ ਤੰਗੀ, ਨਾ ਮੈਨੂੰ ਕੋਈ ਇਹ ਉਹ ਕੁਝ ਵੀ, ਖਾਣਾ ਪੀਣਾ ਭੋਜਨ, ਮੈਨੂੰ ਕੋਈ ਪ੍ਰਭੂ ਤੇਰੇ ਪਿਆਰ ਤੋਂ ਵੱਡ ਨਹੀਂ ਕਰ ਸਕਦਾ। ਮੈਂ ਸੁਣੀਆਂ ਕਈਆਂ ਦੀਆਂ ਦੁਆਵਾਂ ਜਿਨ੍ਹਾਂ ਨੂੰ ਮੈਂ ਡਿੱਗਦੇ ਵੀ ਦੇਖਿਆ ਇਹਨਾਂ ਦੁਆਵਾਂ ਦੇ ਦੌਰਾਨ। ਬਾਈਬਲ ਕਹਿੰਦਾ ਜੇ ਕੋਈ ਸਮਝਦਾ ਕਿ ਉਹ ਖਲੋਤਾ ਪਿਆ ਤੇ ਸੁਚੇਤ ਵੀ ਰਵੇ, ਫਿਰ ਕਿਤੇ ਡਿੱਗ ਨਾ ਪਵੇ ਉਹ। ਜੇ ਅਸੀਂ ਕਿਸੇ ਨੂੰ ਚੈਲੰਜ ਕਰਦੇ ਹਾਂ ਤੇ ਉਸ ਚੈਲੰਜ ਦੇ ਉੱਪਰ ਪੂਰੇ ਉਤਰਨਾ ਵੀ ਚਾਹੀਦਾ ਹੈ। ਹਾਲੇਲੂਇਆ। ਨਹੀਂ ਤਾਂ ਚੈਲੰਜ ਨਾ ਕਰੋ। ਤੁਹਾਡੀ ਦੁਆ ਜਿਹੜੀ ਅਧੀਨਗੀ ਦੀ ਹੋਣੀ ਚਾਹੀਦੀ ਆ। ਤੁਸੀਂ ਇੰਨੇ ਵੀ ਆਤਮਕ ਨਾ ਬਣ ਜਾਓ ਕਿ ਤੁਹਾਨੂੰ ਸਾਹਮਣੇ ਵਾਲਾ ਬੰਦਾ ਪਾਪੀ ਲੱਗੇ। ਇਸੇ ਲਈ ਯਿਸੂ ਮਸੀਹ ਨੇ ਕਿਹਾ ਮੇਰੀ ਤਰ੍ਹਾਂ ਬਣੋ, ਕਿਉਂਕਿ ਯਿਸੂ ਮਸੀਹ ਨੂੰ ਕੋਈ ਪਾਪੀ ਨਹੀਂ ਲੱਗਦਾ ਸੀ, ਯਿਸੂ ਮਸੀਹ ਨੂੰ ਸਭ ਚੰਗੇ ਲੱਗਦੇ ਸੀਗੇ, ਇਸੇ ਲਈ ਯਿਸੂ ਮਸੀਹ ਨੇ ਦਇਆ ਕੀਤੀ। ਹਾਲੇਲੂਇਆ। ਔਰ ਅੱਜ ਦੇ ਇਨਸਾਨ ਨੂੰ ਥੋੜੀ ਜਿਹੀ ਦੁਆ ਕਰਨੀ ਆ ਜਾਂਦੀ ਹੈ ਤੇ ਉਹਨੂੰ ਅੱਗੇ ਵਾਲਾ ਬੰਦਾ ਪਾਪੀ ਲੱਗਣਾ ਸ਼ੁਰੂ ਹੋ ਜਾਂਦਾ, ਉਹਨੂੰ ਅੱਗੇ ਵਾਲਾ ਬੰਦਾ ਬੁਰਾ ਲੱਗਣਾ ਸ਼ੁਰੂ ਹੋ ਜਾਂਦਾ। ਪਰ ਇਹ ਬੁਰੀ ਗੱਲ ਆ ਉਸ ਪਰਸਨ ਦੇ ਲਈ ਜਿਹਦੇ ਨਾਲ ਏਦਾਂ ਹੁੰਦਾ ਹੈ। ਆਪਣੀ ਆਦਤਾਂ ਨੂੰ ਚੇਂਜ ਕਰੋ, ਆਪਣੀਆਂ ਸੋਚਾਂ ਨੂੰ ਚੇਂਜ ਕਰੋ, ਆਪਣੀ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਦੇ ਵਿੱਚ ਲੈ ਕੇ ਆਓ, ਤਾਂ ਤੁਸੀਂ ਤਰੱਕੀ ਕਰ ਸਕਦੇ ਆ। ਬਾਈਬਲ ਕਹਿੰਦਾ ਜੇ ਕੋਈ ਖੜਾ ਹੈ ਤਾਂ ਸੁਚੇਤ ਰਵੇ, ਕਿਉਂਕਿ ਸ਼ੈਤਾਨ ਭਾਲਦਾ ਫਿਰਦਾ ਗਿਰਾਨ ਦੇ ਲਈ, ਕਿਤੇ ਤੁਸੀਂ ਡਿੱਗ ਨਾ ਜਾਇਓ। ਕਹਿੰਦਾ ਸੁਚੇਤ ਰਹੋ। ਸਾਡੇ ਲਈ ਨਸੀਹਤ ਦੇ ਤੌਰ ਤੇ ਇਹ ਗੱਲਾਂ ਲਿਖੀਆਂ ਹੋਈਆਂ।
ਨਸੀਹਤ ਦੇ ਤੌਰ ਤੇ ਤੁਹਾਡੇ ਮੇਰੇ ਸਾਹਮਣੇ ਰੱਖੀਆਂ ਹੋਈਆਂ ਆ। ਅੱਗੇ ਲਿਖਿਆ ਕਹਿੰਦਾ ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਚੱਲਿਆ ਜਾਂਦਾ, ਪਰੰਤੂ ਪਰਮੇਸ਼ਵਰ ਵਫਾਦਾਰ ਆ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇਂ ਵਿੱਚ ਨਹੀਂ ਪੈਣ ਦੇਵੇਗਾ, ਸਗੋਂ ਪਰਤਾਵੇਂ ਦੇ ਨਾਲ ਹੀ ਬਚ ਜਾਣ ਦਾ ਉਪਾਅ ਵੀ ਕੱਢ ਦੇਵੇਗਾ ਵੀ ਤੁਸੀਂ ਚੱਲ ਸਕੋ। ਹਾਲੇਲੂਇਆ। ਪਰਮੇਸ਼ਵਰ ਦੇ ਦੁਆਰਾ ਜਿਹੜਾ ਤੁਹਾਡੀ ਪ੍ਰੀਖਿਆ ਹੁੰਦੀ ਆ, ਪਰਤਾਵਾ ਹੁੰਦਾ ਆ, ਪਰਮੇਸ਼ਵਰ ਤੁਹਾਨੂੰ ਬਲ ਦਿੰਦਾ ਉਹਦੇ ਵਿੱਚ ਰਹਿਣ ਦੇ ਲਈ, ਉਹਦੇ ਵਿੱਚੋਂ ਨਿਕਲਣ ਦੇ ਲਈ ਵੀ। ਪਰ ਜਿਹੜਾ ਬੰਦਾ ਖੁਦ ਆਪਣੇ ਉੱਪਰ ਪਰਤਾਵਾ ਲੈਂਦਾ, ਪਰਤਾਵੇਂ ਵੀ ਦੋ ਤਰ੍ਹਾਂ ਦੇ ਆ, ਇੱਕ ਪਰਮੇਸ਼ਵਰ ਬੰਦੇ ਨੂੰ ਪਰਖਦਾ, ਇੱਕ ਖੁਦ ਬੰਦਾ ਆਪਣੇ ਆਪ ਦੇ ਵਿੱਚ ਪਰਖਿਆ ਜਾਂਦਾ ਆ। ਯਾਦ ਰੱਖਣਾ ਮੇਰੀ ਗੱਲ ਨੂੰ, ਦੋ ਤਰ੍ਹਾਂ ਦੀਆਂ ਪ੍ਰੀਖਿਆਵਾਂ ਆ। ਇੱਕ ਇਨਸਾਨ ਖੁਦ ਕਹਿੰਦਾ ਮੇਰੇ ਉੱਤੇ ਪ੍ਰੀਖਿਆ ਆ ਜਾਵੇ, ਔਰ ਨਸ਼ਾ ਛੱਡਿਆ ਆ, ਫਿਰ ਨਸ਼ਾ ਆਪਣੇ ਸਾਹਮਣੇ ਲਿਆ ਕੇ ਕਹੇ ਕਿ ਲੈ ਮੈਂ ਦੇਖਾਂ ਤਾਂ ਕਿੰਨਾ ਕੁ ਕੰਟਰੋਲ ਕਰਦਾ। ਇਹ ਵੀ ਇੱਕ ਪ੍ਰੀਖਿਆ ਆ। ਔਰ ਖੁਦ ਬੰਦਾ ਫਸਦਾ ਆ, ਵਿਚਾਰ ਕਰਨ ਵਾਲਾ ਬੰਦਾ, ਔਰ ਕਿੱਦਾਂ ਕਹਿ ਦੇਵੇ ਕਿ ਮੈਂ ਵਿਚਾਰ ਨਾ ਕਰਾਂ ਉਸ ਮੂਵਮੈਂਟ ਦੇ ਵਿੱਚ ਆ ਕੇ। ਤੁਸੀਂ ਖੁਦ ਆਪਣੇ ਆਪ ਨੂੰ ਪ੍ਰੀਖਿਆ ਦੇ ਵਿੱਚ ਪਾਉਂਦੇ ਆ। ਬਾਈਬਲ ਕਹਿੰਦਾ ਜਿਹੜੀ ਪ੍ਰੀਖਿਆ ਪਰਮੇਸ਼ਵਰ ਦੇ ਵੱਲੋਂ ਆ ਨਾ, ਪਰਮੇਸ਼ਵਰ ਬਚ ਜਾਣ ਦਾ ਵੀ ਉਪਾਅ ਦਿੰਦਾ ਆ ਔਰ ਕੱਢ ਵੀ ਲੈਂਦਾ ਆ ਉਸ ਪ੍ਰੀਖਿਆ ਦੇ ਵਿੱਚੋਂ। ਜਿਸ ਪ੍ਰੀਖਿਆ ਜੋ ਤੁਸੀਂ ਨਹੀਂ ਨਿਕਲ ਪਾਉਂਦੇ ਨਾ, ਯਾਦ ਰੱਖਣਾ ਪਰਮੇਸ਼ਵਰ ਵੱਲੋਂ ਨਹੀਂ ਆ, ਉਹ ਤੁਹਾਡੀ ਖੁਦ ਦੀ ਗਲਤੀ ਦੇ ਕਰਕੇ ਤੁਹਾਡੇ ਉੱਪਰ ਆਈ ਆ। ਹਾਲੇਲੂਇਆ। ਉਮੀਦ ਕਰਦਾ ਤੁਹਾਨੂੰ ਸਮਝ ਆਈ ਆ ਅੱਜ ਦਾ ਵਚਨ, ਔਰ ਇਸੇ ਲਈ ਬਾਈਬਲ ਦੇ ਵਿੱਚ ਇਹ ਗੱਲਾਂ ਰੈਫਰੈਂਸ ਲਿਖੇ ਹੋਏ ਨੇ ਜਿਨ੍ਹਾਂ ਤੋਂ ਅਸੀਂ ਨਸੀਹਤ ਲਈਏ, ਮਤ ਲਈਏ, ਔਰ ਆਪਣੀ ਜ਼ਿੰਦਗੀ 'ਚ ਉਹ ਕੰਮ ਨਾ ਕਰੀਏ ਜੋ ਇਹਨਾਂ ਲੋਕਾਂ ਨੇ ਕੀਤੇ ਔਰ ਦੰਡ ਭੋਗਿਆ ਜਾਂ ਸਜ਼ਾ ਲਈ ਜਾਂ ਦੁੱਖ ਨੂੰ ਭੋਗਿਆ। ਉਮੀਦ ਕਰਦਾ ਹਾਂ ਤੁਸੀਂ ਸਮਝਿਆ ਅੱਜ ਦੇ ਕਲਾਮ ਨੂੰ। ਖੁਦਾ ਤੁਹਾਨੂੰ ਅੱਜ ਦੇ ਕਲਾਮ ਦੇ ਦੁਆਰਾ ਬਹੁਤ ਜ਼ਿਆਦਾ ਆਸ਼ੀਸ਼ ਔਰ ਬਰਕਤ ਦੇਵੇ, ਔਰ ਅੱਜ ਦੇ ਕਲਾਮ ਦਾ ਬੀਜ ਤੁਹਾਡੇ ਦਿਲਾਂ ਦੇ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ ਤੇ 100 ਦਾ 100 ਗੁਣਾ ਫਲਦਾਇਕ ਹੋਵੇ। ਯਿਸੂ ਦੇ ਨਾਮ ਵਿੱਚ ਬੋਲੋ ਆਮੀਨ। ਹਾਲੇਲੂਇਆ। ਵਿਸ਼ਵਾਸ ਕਰਨ ਵਾਲੇ ਦੇ ਲਈ ਸਭ ਕੁਝ ਹੋ ਜਾਂਦਾ। ਬਾਈਬਲ ਕਹਿੰਦਾ 30 ਗੁਣਾ ਨਹੀਂ, 60 ਗੁਣਾ ਵੀ ਨਹੀਂ, ਬਲਕਿ 100 ਦਾ 100 ਗੁਣਾ ਫਲਦਾਇਕ ਹੋਣਾ ਚਾਹੀਦਾ ਹੈ ਵਚਨ। ਅਸੀਂ ਗਵਾਹ ਵੀ ਬਣਨਾ ਹੈ, ਅਸੀਂ ਬਾਈਬਲ ਵੀ ਪੜ੍ਹਨਾ ਹੈ, ਅਸੀਂ ਪ੍ਰਾਰਥਨਾ ਵੀ ਕਰਨਾ ਹੈ। ਇਹਨਾਂ ਚੀਜ਼ਾਂ ਨੂੰ ਅਸੀਂ ਬਰਕਰਾਰ ਰੱਖਣਾ ਜਦ ਤੱਕ ਯਿਸੂ ਮਸੀਹ ਨਹੀਂ ਆ ਜਾਂਦੇ। ਢਿੱਲੇ ਨਹੀਂ ਪੈਣਾ। ਬਾਈਬਲ ਕਹਿੰਦਾ ਭਿੜ ਦੇ ਗੋਡਿਆਂ ਨੂੰ ਸਿੱਧਾ ਕਰੋ, ਕਹਿੰਦੇ। ਹਾਲੇਲੂਇਆ। ਅਸੀਂ ਢਿੱਲੇ ਨਹੀਂ ਪੈਣਾ, ਅਸੀਂ ਚੁੱਪ ਰਹਿਣ ਵਾਲੇ ਨਹੀਂ ਆ। ਯਿਸੂ ਮਸੀਹ ਕਹਿੰਦਾ ਅਗਰ ਇਹ ਚੁੱਪ ਹੋ ਗਏ ਮੇਰੇ ਚੇਲੇ, ਮੇਰੇ ਲੋਕ, ਤੇ ਯਿਸੂ ਮਸੀਹ ਕਹਿੰਦੇ ਪੱਥਰਾਂ ਨੇ ਚਿੱਲਾ ਉੱਠਣਾ ਹੈ। ਤੁਸੀਂ ਇੰਨੇ ਵੀ ਚੁੱਪ ਨਾ ਹੋਵੋ ਕਿ ਪੱਥਰਾਂ ਨੂੰ ਖੁਦਾ ਦੀ ਮਹਿਮਾ ਕਰਨੀ ਪੈ ਜਾਏ ਜਾਂ ਖੁਦਾ ਦਾ ਕੰਮ ਕਰਨਾ ਪੈ ਜਾਵੇ। ਹਾਲੇਲੂਇਆ। ਤੁਹਾਨੂੰ ਖੁਦਾ ਨੇ ਚੁਣਿਆ, ਤੁਹਾਨੂੰ ਖੁਦਾ ਨੇ ਬਣਾਇਆ ਆਪਣੇ ਕੰਮ ਕਰਨ ਦੇ ਲਈ। ਤਿਆਰ ਰਹੋ। ਜੋਸ਼ ਤੁਹਾਡਾ ਜਿਹੜਾ ਬਰਕਰਾਰ ਰਹਿਣਾ ਚਾਹੀਦਾ ਹੈ। ਓਵਰ ਸਪਿਰਚੁਅਲ ਨਹੀਂ ਬਣਨਾ, ਸਪਿਰਚੁਅਲ ਬਣਨਾ ਹੈ ਖੁਦਾਵੰਦ ਯਿਸੂ ਮਸੀਹ ਦੇ ਨਾਮ 'ਚ। ਬੋਲੋ ਆਮੀਨ। ਹਾਲੇਲੂਇਆ। ਆਖਰੀ ਪ੍ਰਾਰਥਨਾ ਦੇ ਵਿੱਚ ਚੱਲਦੇ ਹਾਂ, ਬਰਕਤ ਦੇ ਕਲਮੇ ਦੇ ਵਿੱਚ ਚੱਲਦੇ ਹਾਂ। ਆਈਏ ਸਭ ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਦੁਆ ਮੰਗੀਏ। ਅੱਜ ਦੇ ਬਚਨ ਨੂੰ ਆਪਣੀ ਜ਼ਿੰਦਗੀ 'ਚ ਗ੍ਰਹਿਣ ਕਰੀਏ ਔਰ ਖੁਦਾ ਦਾ ਧੰਨਵਾਦ ਕਰੀਏ ਨਸੀਹਤ ਦੇ ਲਈ, ਠੋਕਰ ਤੋਂ ਬਚਣ ਦੇ ਲਈ, ਔਰ ਅੱਜ ਦੇ ਵਚਨ ਦੇ ਦੁਆਰਾ ਆਸ਼ੀਸ਼ ਪ੍ਰਾਪਤ ਕਰਨ ਦੇ ਲਈ ਖੁਦਾ ਦਾ ਧੰਨਵਾਦ ਕਰੀਏ। ਆਪਣੀ ਅੱਖਾਂ ਨੂੰ ਬੰਦ ਕਰੀਏ, ਦੁਆ ਮੰਗਦੇ ਹਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਇਸ ਬੜੇ ਹੀ ਆਦਰਯੋਗ ਸਮੇਂ ਦੇ ਲਈ ਖੁਦਾਵੰਦ, ਅੱਜ ਦੀ ਬੰਦਗੀ ਦੇ ਲਈ ਖੁਦਾਵੰਦ, ਅੱਜ ਦੇ ਗੀਤਾ ਭਜਨਾਂ ਦੇ ਲਈ, ਅੱਜ ਦੇ ਵਚਨ ਦੇ ਲਈ, ਅੱਜ ਦੇ ਅਭਿਸ਼ੇਕ ਦੇ ਲਈ, ਪਵਿੱਤਰ ਆਤਮਾ ਦੁਆਰਾ ਮਿਲੀ ਸਹਾਇਤਾ ਦੇ ਲਈ ਖੁਦਾਵੰਦ, ਤੁਹਾਡੇ ਲੋਕਾਂ ਨੇ ਅੱਛੀ ਰੀਤੀ ਨਾਲ ਕਲਾਮ ਨੂੰ ਸੁਣਿਆ, ਉਹਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ। ਔਰ ਅੱਜ ਦੇ ਵਚਨ ਦੇ ਦੁਆਰਾ ਤੁਹਾਡੇ ਲੋਕਾਂ ਨੇ ਖੁਦਾਵੰਦ ਬਹੁਤ ਅੱਛੀਆਂ ਗੱਲਾਂ ਨੂੰ ਗ੍ਰਹਿਣ ਕੀਤਾ ਹੈ ਮੇਰੇ ਪ੍ਰਭੂ, ਔਰ ਆਪਣੀ ਜ਼ਿੰਦਗੀ ਦੇ ਵਿੱਚ ਅੱਛੇ ਡਿਸੀਜ਼ਨ ਲਏ ਆ ਮੇਰੇ ਪਰਮੇਸ਼ਵਰ ਪਿਤਾ, ਕਿ ਵਚਨ ਦੇ ਦੁਆਰਾ ਖੁਦਾਵੰਦ ਨਸੀਹਤ ਲਈ ਆ, ਠੋਕਰ ਲੱਗਣ ਤੋਂ ਨਸੀਹਤ ਲਈ ਆ, ਮਤ ਲਈ ਆ ਮੇਰੇ ਪ੍ਰਭੂ ਜੀ। ਮੈਂ ਧੰਨਵਾਦ ਕਰਦਾ ਹਾਂ ਖੁਦਾ ਬਾਪ, ਖੁਦਾ ਬੇਟੇ, ਖੁਦਾ ਪਾਕ ਰੂਹ ਦੇ ਜ਼ਿੰਦਾ ਨਾਮ ਦੇ ਵਿੱਚ ਅੱਜ ਦੀ ਮੀਟਿੰਗ ਨੂੰ ਸੁਣਨ ਵਾਲੇ ਦੇ ਉੱਪਰ ਔਰ ਦੇਖਣ ਵਾਲੇ ਦੇ ਉੱਪਰ ਆਸ਼ੀਸ਼ ਨੂੰ ਉਡੇਲਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ ਜੀ। ਧੰਨਵਾਦ ਕਰਦੇ ਹਾਂ, ਤਾਰੀਫ ਕਰਦੇ ਹਾਂ, ਤੁਹਾਡੀ ਵਡਿਆਈ ਕਰਦੇ, ਤੁਹਾਡੇ ਨਾਮ ਨੂੰ ਮੁਬਾਰਕ ਆਖਦੇ ਹਾਂ ਖੁਦਾਵੰਦ। ਤੁਹਾਡਾ ਜਲਾਲ ਖੁਦਾਵੰਦ ਨਾਲ ਲੋਕਾਂ ਦੀ ਜ਼ਿੰਦਗੀਆਂ ਦੇ ਉੱਪਰ ਪ੍ਰਗਟ ਹੋਵੇ ਮੇਰੇ ਪ੍ਰਭੂ ਜੀ। ਧੰਨਵਾਦ ਕਰਦੇ ਹਾਂ, ਰੂਹਦਾਰੀ ਦਾ ਖੁਦਾਵੰਦ ਦੁੱਗਣਾ ਮਸਾ ਤੁਹਾਡੇ ਲੋਕਾਂ ਦੀ ਜ਼ਿੰਦਗੀਆਂ ਦੇ ਉੱਪਰ ਆਵੇ, ਬਿਮਾਰ ਨੂੰ ਚੰਗਾਈ ਮਿਲ ਜਾਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ। ਸ਼ੈਤਾਨ ਦੇ ਦੁਆਰਾ ਜੋ ਸਤਾਵੀਆਂ, ਜੋ ਇਰੀਟੇਸ਼ਨ ਆ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ, ਸ਼ੈਤਾਨ ਮੈਂ ਤੈਨੂੰ ਹੁਕਮ ਕਰਦਾ, ਖੁਦਾ ਦੇ ਲੋਕਾਂ ਨੂੰ, ਖੁਦਾ ਦੇ ਖਾਸ ਲੋਕਾਂ ਨੂੰ ਛੱਡ ਕੇ ਤੂੰ ਨਰਕ ਕੁੰਡ ਦੇ ਵਿੱਚ ਚਲਾ ਜਾ। ਯਿਸੂ ਦੇ ਨਾਂ 'ਚ ਤੈਨੂੰ ਹੁਕਮ ਕਰਦਾ ਹਾਂ ਮੇਰੇ ਪਰਮੇਸ਼ਵਰ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਖੁਦਾਵੰਦ। ਬਿਮਾਰੀ ਖੁਦਾਵੰਦ ਤੁਹਾਡੇ ਲੋਕਾਂ ਦੇ ਸਰੀਰ ਦਾ ਹਿੱਸਾ ਨਹੀਂ, ਤੁਹਾਡੇ ਲੋਕਾਂ ਦੀ ਜ਼ਿੰਦਗੀਆਂ ਦਾ ਹਿੱਸਾ ਨਹੀਂ ਹੈ। ਕਰਜ਼ੇ ਤੋਂ ਤੁਹਾਡੇ ਲੋਕ ਆਜ਼ਾਦ ਹੋਣ ਮੇਰੇ ਪ੍ਰਭੂ, ਪਰੇਸ਼ਾਨੀਆਂ ਤੋਂ ਆਜ਼ਾਦ ਹੋਣ ਮੇਰੇ ਪ੍ਰਭੂ, ਔਰ ਤਾਨੀਆਂ ਤੋਂ ਆਜ਼ਾਦ ਹੋਣ ਮੇਰੇ ਪਰਮੇਸ਼ਵਰ ਪਿਤਾ ਯਿਸੂ ਨਾਸਰੀ ਦੇ ਨਾਮ ਦੇ ਵਿੱਚ। ਮੈਂ ਤੁਹਾਡੇ ਲੋਕਾਂ ਦੀ ਜ਼ਿੰਦਗੀਆਂ ਦੇ ਉੱਪਰ ਉਹ ਹਰ ਇੱਕ ਬਰਕਤ ਨੂੰ ਉਡੇਲਦਾ ਜੋ ਤੁਹਾਡੇ ਬੱਚੇ ਬਰਕਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਮੇਰੇ ਪ੍ਰਭੂ ਜੀ।
ਵੱਡੀ ਆਸ਼ੀਸ਼ ਵੱਡੀ ਬਰਕਤ ਦੀ ਮੰਗ ਕਰਦੇ ਹਾਂ ਮੇਰੇ ਪ੍ਰਭੂ। ਤੁਹਾਡਾ ਸੱਜਾ ਹੱਥ ਤੁਹਾਡੇ ਲੋਕਾਂ ਦੀ ਜ਼ਿੰਦਗੀਆਂ ਦੇ ਉੱਪਰ ਬਰਕਰਾਰ ਰਹੇ। ਧੰਨਵਾਦ ਕਰਦੇ ਹਾਂ ਖੁਦਾਵੰਦ, ਅੱਜ ਦੀ ਮੀਟਿੰਗ ਅਰੇਂਜ ਕਰਨ ਵਾਲੇ ਇੱਕ ਇੱਕ ਬੱਚੇ ਨੂੰ ਮੈਂ ਤੁਹਾਡੇ ਹੱਥਾਂ 'ਚ ਦੇ ਦਿੰਦਾ ਹਾਂ। ਔਰ ਖੁਦਾਵੰਦ ਇੱਕ ਇੱਕ ਬੱਚੇ ਦੇ ਉੱਪਰ ਆਸ਼ੀਸ਼ ਔਰ ਬਰਕਤ ਦੀ ਮੰਗ ਕਰਦਾ, ਅੱਛੀ ਸਮਝ ਦੀ ਮੰਗ ਕਰਦਾ। ਔਰ ਮੈਂ ਚਾਹੁੰਦਾ ਹਾਂ ਮੇਰੇ ਪ੍ਰਭੂ ਆਪਣੀ ਮਹਿਮਾ ਦੇ ਲਈ ਹੋਰ ਵੀ ਜ਼ਿਆਦਾ ਇਸਤੇਮਾਲ ਕਰੋ ਮੇਰੇ ਪ੍ਰਭੂ ਜੀ। ਮੈਂ ਤੁਹਾਡਾ ਦਾਸ ਹੋਣ ਦੇ ਨਾਤੇ ਹਰ ਇੱਕ ਬੰਦੇ ਨੂੰ ਜਿਹਦੇ ਵਸੀਲੇ ਦੇ ਦੁਆਰਾ ਅੱਜ ਦੀ ਮੀਟਿੰਗ ਜਿਹੜੀ ਆ ਕੰਪਲੀਟ ਹੋਈ ਆ, ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ। ਵੱਡੀ ਬਰਕਤ ਆਸ਼ੀਸ਼ਾਂ ਦੇ ਨਾਲ ਮਾਲਾ ਮਾਲ ਕਰੋ। ਸ਼ੁਕਰਗੁਜ਼ਾਰੀ ਦੇ ਨਾਲ ਪ੍ਰਾਰਥਨਾ ਨੂੰ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਸਾਡੇ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਦੀ ਕਿਰਪਾ ਔਰ ਪਵਿੱਤਰ ਆਤਮਾ ਦੀ ਸੰਗਤ ਸਾਡੇ ਸਾਰਿਆਂ ਦੇ ਨਾਲ, ਪ੍ਰਭੂ ਦੇ तमाम ਮਸੀਹ ਮੁਕੱਦਸ ਲੋਕਾਂ ਦੇ ਨਾਲ ਹੁਣ ਤੋਂ ਲੈ ਕੇ ਖੁਦਾਵੰਦ ਦੀ ਦੂਸਰੀ ਆਮਦ ਤੱਕ ਹੁੰਦੀ ਰਹੇ, ਆਮੀਨ ਆਮੀਨ। ਮੇ ਗॉड ਬਲੈਸ। ਖੁਦਾਵੰਦ ਯਿਸੂ ਮਸੀਹ ਤੁਹਾਨੂੰ ਬਰਕਤ ਦੇਵੇ। ਤੁਸੀਂ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਦੁਆ ਪ੍ਰਾਰਥਨਾ ਕਰਦੇ ਰਹਿਣਾ, ਬਾਈਬਲ ਪੜ੍ਹਦੇ ਰਹਿਣਾ ਔਰ ਵਚਨ ਨੂੰ ਸੁਣਦੇ ਰਹਿਣਾ। ਔਰ ਉਮੀਦ ਕਰਦੇ ਹਾਂ ਕਿ ਅੱਜ ਦੇ ਵਚਨ ਤੋਂ ਤੁਸੀਂ ਬਰਕਤ ਪਾਈ ਹੈ ਔਰ ਮਸੀਹ ਦੇ ਵਿੱਚ ਸਦਾ ਆਨੰਦਿਤ ਰਹੋ। ਗੱਲਾਂ ਨੂੰ ਦਿਲ ਤੇ ਨਹੀਂ ਲਾਉਣਾ, ਗੱਲਾਂ ਨੂੰ ਦਿਲ ਦੇ ਵਿੱਚ ਵਸਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨਾ ਆ, ਤਾਂ ਜੋ ਤੁਸੀਂ ਤਰੱਕੀ ਨੂੰ ਹਾਸਲ ਕਰ ਸਕੋ। ਔਰ ਮੈਂ ਉਮੀਦ ਕਰਦਾ ਤੁਸੀਂ ਅੱਜ ਦੇ ਵਚਨ ਤੋਂ ਬਰਕਤ ਪਾਈ ਹੈ ਔਰ ਵਧੋ ਫੁੱਲੋ ਤੇ ਫਲਦਾਇਕ ਹੋਵੋ। ਖੁਦਾਵੰਦ ਯਿਸੂ ਮਸੀਹ ਦੇ ਨਾਮ 'ਚ ਮੈਂ ਤੁਹਾਨੂੰ ਆਸ਼ੀਸ਼ ਦਿੰਦਾ ਹਾਂ ਖੁਦਾਵੰਦ ਦਾ ਦਾਸ ਹੋਣ ਦੇ ਨਾਤੇ। ਔਰ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਬਰਕਰਾਰ ਰੱਖਣਾ ਆ ਦੁਆ ਨੂੰ। ਫੈਮਿਲੀ ਪ੍ਰੇਅਰ ਕਰਨਾ ਬਹੁਤ ਜ਼ਰੂਰੀ ਆ ਹਰ ਇੱਕ ਉਸ ਪਰਸਨ ਦੇ ਲਈ ਜਿਹਨੇ ਖੁਦਾ ਨੂੰ ਜਾਣ ਲਿਆ, ਜਿਹਨੇ ਬਾਈਬਲ ਪੜ੍ਹਨ ਨੂੰ ਜਾਣ ਲਿਆ, ਪ੍ਰਾਰਥਨਾ ਕਰਨ ਨੂੰ ਜਾਣ ਲਿਆ। ਔਰ ਉਹਦੇ ਲਈ ਇਹ ਵੀ ਜਾਣਨਾ ਜ਼ਰੂਰੀ ਆ ਕਿ ਪਰਿਵਾਰਕ ਰੂਪ 'ਚ ਪ੍ਰਾਰਥਨਾ ਕਰਨਾ ਬਹੁਤ ਜ਼ਰੂਰੀ ਆ। ਇਹਦੇ ਨਾਲ ਪੂਰਾ ਪਰਿਵਾਰ ਖੁਦਾ ਦੇ ਸਾਹਮਣੇ ਆਉਂਦਾ ਆ ਔਰ ਖੁਦਾ ਦੀ ਜਿਹੜੀ ਦਇਆ ਦ੍ਰਿਸ਼ਟੀ ਪੂਰੇ ਪਰਿਵਾਰ ਦੇ ਉੱਪਰ ਬਣੀ ਰਹਿੰਦੀ ਆ। ਸ਼ੈਤਾਨ ਨੂੰ ਥਾਂ ਨਹੀਂ ਮਿਲਦਾ ਕਿਸੇ 'ਚੋਂ ਵੀ ਕੰਮ ਕਰਨ ਦਾ, ਕਿਉਂਕਿ ਅਗਰ ਇੱਕ ਬੰਦਾ ਵੀ ਕਮਜ਼ੋਰ ਪੈ ਗਿਆ, ਉਹਨੇ ਪਰਿਵਾਰ ਦੇ ਪਿਆਰ ਨੂੰ ਜਿਹੜਾ ਆ ਖਰਾਬ ਕਰ ਦੇਣਾ, ਖੁਦਾ ਦੀ ਹਜ਼ੂਰੀ ਨੂੰ ਖਰਾਬ ਕਰ ਦੇਣਾ। ਪੂਰਾ ਪਰਿਵਾਰ ਅਗਰ ਖੁਦਾ ਦੇ ਸਾਹਮਣੇ ਆਏਗਾ ਗੋਡੇ ਟੇਕ ਕੇ, ਤੇ ਸ਼ੈਤਾਨ ਨੂੰ ਥਾਂ ਨਹੀਂ ਮਿਲੇਗਾ ਕਿ ਉਹ ਚਾਲ ਚੱਲੇ ਕਿਤੋਂ ਇਸ ਪਰਿਵਾਰ ਦੀ ਜ਼ਿੰਦਗੀ 'ਚ। ਉਮੀਦ ਕਰਦਾ ਤੁਸੀਂ ਇਸ ਵਿਚਾਰ ਦੇ ਨਾਲ ਬਰਕਤ ਪਾਈ ਆ। ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਪਾਸਟਰ ਹੁਸੈਨ ਸੈਮੂਅਲ ਦੇ ਵੱਲੋਂ ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇ ਔਰ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ। ਮੇ ਗॉड ਬਲੈਸ। ਖੁਦਾਵੰਦ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਸ਼ਾਂਤੀ ਮਿਲੇ, ਆਮੀਨ।